स्वागत है पीटीसी न्यूज़ ਵਿੱਚ ਸਾਰੇ ਦਰਸ਼ਕਾਂ ਦਾ। मैं हरप्रीत सिंह विचार तकरार लैके एक बार फिर तो ਤੁਹਾਡੇ सामने हाजिर हाँ। अक्सर ही ਅਸੀਂ ਸੁਣਦੇ ਤੇ ਵੇਖਦੇ ਰਹਿੰਦੇ ਹਾਂ कि ਸਾਡੇ ਜਿਹੜੇ ਰਾਜਨੀਤਿਕ ਲੋਕ ਨੇ ਉਹ ਅਕਸਰ ਇਹ ਕਹਿੰਦੇ ਨੇ ਕਿ ਖਜ਼ਾਨਾ ਖਾਲੀ ਹੈ, ਇਸ ਕਰਕੇ ਇਹ ਸਾਰੀਆਂ ਚੀਜ਼ਾਂ ਲਟਕ ਰਹੀਆਂ ਨੇ, ਭਾਵੇਂ ਉਹ ਵਿਕਾਸ ਕੰਮ ਹੋਣ ਜਾਂ ਬਹੁਤ ਸਾਰੇ ਐਲਾਨ ਜਿਹੜੇ ਵੱਖ-ਵੱਖ ਸਟੇਜਾਂ ਦੇ ਉੱਤੇ ਕੀਤੇ ਜਾਂਦੇ ਨੇ ਜਾਂ ਮੈਨੀਫੈਸਟੋ ਦੇ ਵਿੱਚ ਕੀਤੇ ਜਾਂਦੇ ਨੇ, ਉਹ ਇਸ ਕਰਕੇ ਡਿਲੇ ਹੋ ਜਾਂਦੇ ਨੇ ਕਿਉਂਕਿ ਖਜ਼ਾਨਾ ਖਾਲੀ ਹੁੰਦਾ, ਉਹਦੇ ਵਿੱਚ ਪੈਸੇ ਹੁੰਦੇ ਨਹੀਂ। ਜੇ ਪੈਸੇ ਹੋਣ ਤਾਂ ਜ਼ਰੂਰ ਭਰਿਆ ਜਾਵੇ। ਉਹ ਖਜ਼ਾਨਾ ਭਰਦਾ ਕਿਵੇਂ ਹੈ ਤੇ ਕੌਣ ਭਰਦਾ ਹੈ ਇਹ ਵੀ ਸਾਰਿਆਂ ਨੂੰ ਪਤਾ ਹੈ, ਪਰ ਅਕਸਰ ਹੀ ਇਹ ਵੀ ਕਿਹਾ ਜਾਂਦਾ ਹੈ ਕਿ ਜੇ ਸੈਂਟਰ ਦੇ ਵਿੱਚ ਕਿਸੇ ਦੀ ਹੋਰ ਸਰਕਾਰ ਹੋਵੇ, ਕਿਸੇ ਪਾਰਟੀ ਦੀ ਹੋਰ ਦੀ ਸਰਕਾਰ ਹੋਵੇ ਤੇ ਸਟੇਟ ਦੇ ਵਿੱਚ ਕੋਈ ਹੋਰ ਹੋਵੇ ਤੇ ਆਪਸ ਦੇ ਵਿੱਚ ਨਾ ਮਿਲਵਰਤਨ ਦੀ ਲਹਿਰ ਜਿਹੜੀ ਚੱਲਦੀ ਹੈ ਉਸ ਦਾ ਖਮਿਆਜ਼ਾ ਵੀ ਜਿਹੜਾ ਸੂਬੇ ਦੀ ਜਨਤਾ ਨੂੰ ਭੁਗਤਣਾ ਪੈ ਰਿਹਾ। ਜਿਹੜਾ ਹਾਲ ਫਿਲਹਾਲ ਪੰਜਾਬ ਸਰਕਾਰ ਕਹਿ ਰਹੀ ਹੈ ਕਿ ਕੇਂਦਰ ਸਰਕਾਰ ਸਾਡੀ ਬਾਹ ਨਹੀਂ ਫੜ ਰਹੀ, ਸਾਡੇ ਪੈਸੇ ਨਹੀਂ ਦੇ ਰਹੀ, ਸਾਡੇ GST ਦੇ ਲੱਖਾਂ ਕਰੋੜਾਂ ਰੁਪਏ ਫਸੇ ਹੋਏ ਨੇ, ਉਹ ਦੇ ਨਹੀਂ ਰਹੀ, ਇਸ ਕਰਕੇ ਸਾਰੇ ਭੁਗਤਾਨ ਰੁਕੇ ਹੋਏ ਨੇ। ਔਰ ਗੱਲ ਹੁਣ ਤਨਖਾਹਾਂ ਤੇ ਵੀ ਆ ਕੇ ਅੜ ਗਈ ਹੈ ਕਿ ਮੁਲਾਜ਼ਮਾਂ ਨੂੰ ਹਾਲੇ ਤੱਕ ਤਨਖਾਹ ਨਹੀਂ ਮਿਲੀ। ਇੱਕ ਪਾਸੇ ਸਰਕਾਰ ਕਹਿੰਦੀ ਹੈ ਖਜ਼ਾਨਾ ਖਾਲੀ ਹੈ, ਅੰਦਰ ਖਾਤੇ ਇਹ ਗੱਲ ਜਿਹੜੀ ਚੱਲਦੀ ਹੈ ਕਿ ਹਲੇ ਪੈਸੇ ਨਹੀਂ ਹੈਗੇ, ਤਨਖਾਹਾਂ ਵੀ ਦਿੱਤੀਆਂ ਨਹੀਂ ਜਾ ਸਕਦੀਆਂ। ਦੂਜੇ ਪਾਸੇ ਸਰਕਾਰ ਇਹ ਕਹਿੰਦੀ ਹੈ ਤਨਖਾਹਾਂ ਤਾਂ ਦਿੱਤੀਆਂ ਜਾ ਸਕਦੀਆਂ ਨੇ ਪਰ ਹੋਰ ਕੰਮ ਰੁਕ ਸਕਦੇ ਨੇ ਕਿਉਂਕਿ ਸਰਕਾਰ ਸਾਨੂੰ ਪੈਸਾ ਨਹੀਂ ਦੇ ਰਹੀ। ਪਰ ਇੱਕ ਵੱਡਾ ਸਵਾਲ ਜ਼ਰੂਰ ਖੜਾ ਹੁੰਦਾ ਕਿ ਪੂਰੇ ਮੁਲਕ ਦੇ ਨਾਲੋਂ ਸਭ ਤੋਂ ਵੱਧ ਮਹਿੰਗੀ ਬਿਜਲੀ ਤੇ ਸਭ ਤੋਂ ਵੱਧ ਮਹਿੰਗੇ ਪੈਟਰੋਲ ਵਾਲੇ ਸੂਬੇ ਦੇ ਵਿੱਚ ਇੰਨੀ ਔੜ ਆਈ ਕਿਉਂ ਹੈ? ਇੰਨੇ ਘਾਟੇ ਵਿੱਚ ਸੂਬਾ ਜਾ ਕਿਉਂ ਰਿਹਾ? ਜੇ ਇੰਨਾ ਮਾਲੀਆ ਕਮਾਉਣ ਦੇ ਬਾਵਜੂਦ ਅਸੀਂ ਕਹੀਏ ਕਿ ਸਾਡੇ ਤਾਂ ਖਰਚੇ ਹੀ ਬੜੇ ਆ, ਸਾਡੇ ਤਾਂ ਖੀਸਾ ਖਾਲੀ ਪਿਆ, ਫਿਰ ਤੁਸੀਂ ਐਡੇ ਪੈਸੇ ਲੋਕਾਂ ਤੋਂ ਲੈ ਕੇ ਪਾ ਕਿੱਥੇ ਰਹੇ ਹੋ? ਜੇ ਤੁਹਾਡੀ ਆਮਦਨੀ 98 ਖਰਚਾ ਰੁਪਈਆ ਹੈ ਤਾਂ ਉਸ ਨੂੰ ਸੈੱਟ ਕਿਵੇਂ ਕਰਨਾ ਹੈ? ਕੀ ਪਿਛਲੀਆਂ ਸਰਕਾਰਾਂ ਜੋ ਕਰਕੇ ਗਈਆਂ ਨੇ ਉਸੇ ਗੱਲ ਦਾ ਰੌਲਾ ਸਿਰਫ ਹਾਲੇ ਤੱਕ ਵੀ ਅਸੀਂ ਪਾਈ ਜਾਂਗੇ? ਇਸੇ ਤੇ ਵਿਚਾਰ ਚਰਚਾ ਲੈ ਕੇ ਹਾਜ਼ਰ ਹੋਏ ਹਾਂ। ਸਭ ਤੋਂ ਪਹਿਲਾਂ ਮਹਿਮਾਨਾਂ ਨਾਲ ਜਾਣ ਪਛਾਣ ਕਰਾ ਦਿੰਦੇ ਮਹਿਮਾਨਾਂ ਨਾਲ CDS ਕੰਬੋਜ ਸਾਹਿਬ ਮੌਜੂਦ ਨੇ, ਬੁਲਾਰ ਨੇ ਸ਼੍ਰੋਮਣੀ ਅਕਾਲੀ ਦਲ ਦੇ, ਸੁਖਦੇਵ ਸਿੰਘ ਜੀ ਮੌਜੂਦ ਨੇ, ਬੁਲਾਰ ਨੇ ਪੰਜਾਬ ਕਾਂਗਰਸ ਦੇ, ਇਕਬਾਲ ਸਿੰਘ ਜੀ ਬੁਲਾਰ ਨੇ ਆਮ ਆਦਮੀ ਪਾਰਟੀ ਦੇ, ਮਲਵਿੰਦਰ ਸਿੰਘ ਕੰਗ ਸਾਹਿਬ ਬੁਲਾਰ ਨੇ ਪੰਜਾਬ BJP ਦੇ, ਔਰ ਗੁਰਮੇਲ ਸਿੰਘ ਸਿੱਧੂ ਸਾਹਿਬ ਕਨਵੀਨਰ ਨੇ ਮੁਲਾਜ਼ਮ ਮੰਚ ਪੰਜਾਬ ਤੇ UT ਦੇ। ਬਹੁਤ ਬਹੁਤ ਸਵਾਗਤ ਹੈ ਸਾਰੇ ਮਹਿਮਾਨਾਂ ਦਾ। ਇਹ ਸਮਝਣਾ ਬੜਾ ਜ਼ਰੂਰੀ ਹੈ ਕਿ ਇੱਕ ਤਨਖਾਹ ਨੂੰ ਜੋ ਤੁਸੀਂ ਕਹਿੰਦੇ ਆ ਕਿ ਤਨਖਾਹ ਰੋਕ ਲਈ ਗਈ ਹੈ ਜੀ, ਹਫ਼ਤੇ 'ਚ ਕੋਈ ਫਰਕ ਨਹੀਂ ਪੈਂਦਾ, ਫਰਕ ਬਹੁਤ ਪੈਂਦਾ ਉਹਨਾਂ ਲੋਕਾਂ ਦਾ ਜਿਨ੍ਹਾਂ ਦਾ ਘਰ ਹੀ ਸਿਰਫ ਤਨਖਾਹ ਤੇ ਚੱਲਦਾ, ਜਿਨ੍ਹਾਂ ਦੇ ਘਰਾਂ ਦੀਆਂ ਕਿਸ਼ਤਾਂ EMI ਚੜੀ ਜਾਂਦੀਆਂ ਨੇ ਉਹ ਤਨਖਾਹ ਦੇ ਰੂਪ ਦੇ ਵਿੱਚ ਜਾਂਦੀਆਂ ਨੇ, ਜਿਨ੍ਹਾਂ ਦੇ ਬੱਚੇ ਦੀਆਂ ਸਕੂਲਾਂ ਦੀਆਂ ਫੀਸਾਂ ਜਿਹੜੀਆਂ ਨੇ ਉਹ ਤਨਖਾਹਾਂ ਦੇ ਰੂਪ 'ਚ ਜਾਣੀਆਂ ਨੇ, ਜਿਨ੍ਹਾਂ ਦੇ ਘਰ ਦਾ ਰਾਸ਼ਨ, ਦੁੱਧ ਦਾ ਪੈਸਾ, ਅਖਬਾਰ, ਇਹ ਉਹ ਸਾਰਾ ਕੁਝ ਤਨਖਾਹ ਤੇ ਟਿਕਿਆ ਹੁੰਦਾ। ਤੇ ਜਦੋਂ ਅਸੀਂ ਉਹਨੂੰ ਕਹਿ ਦਈਏ ਕਿ ਹਫ਼ਤਾ ਠਹਿਰ ਜੋ ਤਨਖਾਹ ਆ ਜਾਏਗੀ ਤਾਂ ਸਾਰਾ ਘਰ ਦਾ ਦਾਰੋਮਦਾਰ ਜਿਹੜਾ ਉਹ ਵਿਗੜ ਜਾਂਦਾ। ਮੈਂ ਗੁਰਮੇਲ ਸਿੰਘ ਸਿੱਧੂ ਸਾਹਿਬ ਸ਼ੁਰੂਆਤ ਤੁਹਾਡੇ ਤੋਂ ਕਰਾਂਗਾ। ਅਕਸਰ ਹੀ ਇਹ ਸੁਣਨ ਤੋਂ ਪਹਿਲਾਂ ਵੀ ਕਦੇ ਆਉਂਦਾ ਹੀ ਰਹਿੰਦਾ ਕਿ ਤਨਖਾਹਾਂ ਥੋੜ੍ਹੀਆਂ ਬਹੁਤੀਆਂ ਲੇਟ ਹੋ ਗਈਆਂ। ਇਸ ਬਾਰੇ ਮੁੱਦਾ ਇੰਨਾ ਗੰਭੀਰ ਕਿਉਂ ਬਣਿਆ ਹੋਇਆ? ਪਹਿਲਾਂ ਚਲੋ ਇਹ ਕਿਹਾ ਜਾਂਦਾ ਸੀਗਾ ਕਿ ਥੋੜੇ ਹਫ਼ਤਾ 10 ਦਿਨ ਲੇਟ ਹੋ ਗਈ ਤਨਖਾਹ, 5-7 ਦਿਨ ਲੇਟ ਹੋ ਜਾਂਦੀ ਸੀ, ਪਰ ਹੁਣ ਤਾਂ ਇਹ ਕਿਹਾ ਜਾ ਰਿਹਾ ਕਿ ਪੈਸਾ ਹੈ ਹੀ ਨਹੀਂ ਹੈ, ਤਨਖਾਹਾਂ ਦਿੱਤੀਆਂ ਹੀ ਨਹੀਂ ਜਾ ਸਕਦੀਆਂ। ਇਹ ਕਿੰਨੀ ਕੁ ਗੰਭੀਰ ਸਥਿਤੀ ਬਣ ਗਈ ਹੈ ਸੂਬੇ ਦੇ ਵਿੱਚ? ਹਰਪ੍ਰੀਤ ਜੀ, ਪਹਿਲੀ ਗੱਲ ਤਾਂ ਅਸੀਂ ਧੰਨਵਾਦ ਕਰਦੇ ਹਾਂ PTC ਦਾ ਕਿ ਮੁਲਾਜ਼ਮਾਂ ਦੀ ਆਵਾਜ਼ ਨੂੰ ਪਹੁੰਚਾਉਣ ਦਾ ਜ਼ਰੀਆ ਬਣਿਆ ਜੀ। ਮਾਮਲਾ ਤਨਖਾਹ ਦਾ ਇਕੱਲੀ ਦਾ ਨਹੀਂ ਜੀ, ਬਰਨਿੰਗ ਇਸ਼ੂ ਤਨਖਾਹ ਹੀ ਬਣਦਾ ਇਸ ਵੇਲੇ। ਬਿਲਕੁਲ। ਕਾਰਨ ਇਹ ਹੈ ਕਿ ਪੰਜਾਬ ਸਰਕਾਰ ਵੱਲ ਮੁਲਾਜ਼ਮਾਂ ਦੇ ਬਕਾਏ, ਪੇ ਕਮਿਸ਼ਨ, ਰਿਟਾਇਰਮੈਂਟ ਦੇ ਲਾਭਾਂ ਦੇ ਬਕਾਏ, ਕਿਤੇ ਕਰੋੜਾਂ ਰੁਪਏ ਦਾ ਮੈਡੀਕਲ ਪਿਆ ਜੋ ਸਾਡੇ ਪੈਨਸ਼ਨ ਪਰਿਵਾਰਾਂ ਦਾ ਜੀ। ਸਰਕਾਰ ਇੱਕ ਚੀਜ਼ ਰੋਕ ਲੈਂਦੀ ਆ, ਦੂਜੀ ਸ਼ੁਰੂ ਕਰ ਦਿੰਦੀ ਆ, ਇੱਕ ਸ਼ੁਰੂ ਹੁੰਦੀ ਆ ਦੂਜੀ ਰੁਕ ਜਾਂਦੀ ਆ। ਇਸ ਵੇਲੇ ਪਿਛਲੇ ਮਹੀਨੇ ਵੀ ਇਹ ਹੋਇਆ। ਪਹਿਲਾਂ ਤਾਂ 2-3 ਬਹਾਨੇ ਬਣਾਉਂਦੇ ਨੇ ਕਿ ਸਿਸਟਮ ਆਨਲਾਈਨ ਕਰਨਾ, ਇਹ 'ਚ ਮੁਲਾਜ਼ਮਾਂ ਦੀ ਗਿਣਤੀ, ਮੁਲਾਜ਼ਮਾਂ ਦਾ ਵੇਰਵਾ, ਇਹਨਾਂ ਦੇ ਫੰਡ ਵਗੈਰਾ ਸਾਰੇ ਆਨਲਾਈਨ ਸ਼ੋਅ ਕਰੋ। ਠੀਕ ਹੈ। ਉਹ ਕਰਮਚਾਰੀ ਬੜੀ ਮਤਲਬ ਦਿਨ ਰਾਤ ਕੰਮ ਕਰ ਰਹੇ ਨੇ, ਪਰੰਤੂ ਹੁਣ ਸਾਡੀ ਜਿਹੜੀ ਪੇ ਕਮਿਸ਼ਨ ਦੀ ਰਿਪੋਰਟ ਦੇਣ ਦੀ ਬਜਾਏ, ਸਰਕਾਰ ਨੇ DA ਦੇਣ ਦੀ ਬਜਾਏ ਜਾਂ ਬਕਾਏ ਦੇਣ ਦੀ ਬਜਾਏ ਸਾਡੀ ਤਨਖਾਹ ਰੋਕਣ ਦਾ ਜਿਹੜਾ ਇਹ ਹਮਲਾ ਕੀਤਾ, ਇਹਦੇ ਵਿੱਚ ਮੁਲਾਜ਼ਮ ਪਰਿਵਾਰਾਂ 'ਚ ਬਹੁਤ ਜ਼ਿਆਦਾ ਰੋਸ ਆ। ਉਹਦੇ ਕਾਰਨ ਕੀ ਨੇ? ਅੰਦਰਲੇ ਕਾਰਨ ਤਾਂ ਸਰਕਾਰ ਦੱਸੇ, ਪਰ ਇੱਕੋ ਕਾਰਨ ਆ ਕਿ ਸਰਕਾਰ ਦਾ ਜਿਹੜਾ ਪ੍ਰਬੰਧ ਆ ਉਹ ਨਾਕਾਮ ਹੈ ਇਸ ਮਸਲੇ 'ਚ। ਜਿੱਥੋਂ ਟੈਕਸ ਆਉਣੇ ਨੇ ਸਰਕਾਰ ਟੈਕਸ ਲੈ ਨਹੀਂ ਰਹੀ, ਜਿਹੜਾ ਮਾਲੀ ਖਜ਼ਾਨਾ ਭਰਨਾ ਉਹਦੀ ਹਾਲਤ ਵੀ ਬਹੁਤੀ ਚੰਗੀ ਹੈ ਨਹੀਂ। ਠੀਕ ਹੈ। ਪਰੰਤੂ ਕਰਮਚਾਰੀ ਜ਼ਿੰਮੇਵਾਰ ਨਹੀਂ ਹਨ, ਖਜ਼ਾਨਾ ਖਾਲੀ ਹੈ ਜੀ। ਉਹਦੇ ਵਿੱਚ ਪੈਨਸ਼ਨਰ ਜ਼ਿੰਮੇਵਾਰ ਨਹੀਂ, ਖਜ਼ਾਨਾ ਖਾਲੀ ਆ। ਇਹ ਕਰਮਚਾਰੀ ਸਕੂਲ 'ਚ 7 ਵਜੇ ਹਾਜ਼ਰ ਹੋ ਜਾਂਦਾ, ਉਹ 4 ਵਜੇ ਘਰ ਪਹੁੰਚਦਾ, ਉਹ ਖਜ਼ਾਨੇ ਨੂੰ ਹੱਥ ਵੀ ਨਹੀਂ ਲਾਉਂਦਾ, ਖਜ਼ਾਨਾ ਦਿਸਦਾ ਵੀ ਨਹੀਂ ਉਹਨੂੰ। ਤਾਂ ਇੱਕ ਬਿਜਲੀ ਕਰਮਚਾਰੀ ਲਾਈਟ ਸਪਲਾਈ ਦਿੰਦਾ, ਵਾਟਰ ਸਪਲਾਈ ਕਰਦਾ, ਰੋਡਵੇਜ਼ ਦਾ ਆਪਣਾ ਡਰਾਈਵਰ ਸਰਵਿਸ ਕਰਦਾ, ਉਹ ਖਜ਼ਾਨਾ ਨੂੰ ਕੀ ਕਹਿੰਦਾ? ਉਹ 10,000 ਰੁਪਇਆ ਲੈ ਕੇ ਆਉਂਦਾ ਸ਼ਾਮ ਤੱਕ। ਸੋ ਖਜ਼ਾਨਾ ਖਾਲੀ ਕਰਨ ਦਾ ਕਾਰਨ ਸਾਡਾ ਰਾਜਸੀ ਸਿਸਟਮ ਠੀਕ ਨਾ ਹੋਣਾ। ਮੁਲਾਜ਼ਮ ਕੋਈ ਚੰਗਾ ਮਾੜਾ ਹੋਵੇ ਜਾਂ DC ਉਹਦੀ ਬਦਲੀ ਕਰ ਦਿੰਦੇ ਨੇ, ਇਹ ਮੰਤਰੀ ਬਦਲ ਕੇ ਵੇਖ ਲੈਣ, ਸ਼ਾਇਦ ਕੋਈ ਚੰਗਾ ਹਜੇ ਕੋਈ ਮਸਲਾ ਹੱਲ ਹੋ ਜੇ। ਸੋ ਇਸ ਵੇਲੇ ਜਿਹੜੀ ਤਨਖਾਹ ਪਹਿਲੀ ਨਹੀਂ ਮਿਲਣੀ ਆ ਉਹਦੀ ਉਮੀਦ ਨਹੀਂ ਬਣੀ ਕਿ ਪਹਿਲੀ ਅੱਜ ਲੰਘ ਚੁੱਕੀ 2 ਤਰੀਕ ਅੱਜ ਜੀ। ਚਲੋ ਵਰਕਿੰਗ ਡੇ ਅੱਜ ਹੀ ਸੀ, ਅੱਜ ਹੀ ਮਿਲਣੀਆਂ ਸੀਆਂ। ਅੱਜ ਵੀ ਇੱਕ ਆਦੇਸ਼ ਆਇਆ ਅਫੀਸ਼ੀਅਲ ਅਨਅਫੀਸ਼ੀਅਲ ਕਿ ਇਕੱਲੇ ਦਰਜਾ 4 ਨੂੰ ਤਨਖਾਹ ਦੇ ਦਿੱਤੀ ਜਾਵੇ। ਤੇ ਦੂਸਰੇ ਪਾਸੇ
ਪੈਨਸ਼ਨਰਾਂ ਨੂੰ ਵੀ 3% ਡੀਏ ਜਿਹੜਾ ਪੁਰਾਣਾ ਪਿੱਛੇ ਦੀਵਾਲੀ ਤੋਂ ਪਹਿਲਾਂ ਤੋਹਫਾ ਦੇਣ ਦਾ ਜ਼ਿਕਰ ਆਇਆ ਸੀ ਮਾਨਯੋਗ ਵਿੱਤ ਮੰਤਰੀ ਵੱਲੋਂ, ਉਹ ਤੋਹਫਾ ਵੀ ਨਾ ਮੁਲਾਜ਼ਮਾਂ ਨੂੰ ਮਿਲਿਆ ਤੇ ਨਾ ਮਿਲਿਆ ਪੈਨਸ਼ਨਰਾਂ ਨੂੰ। ਅਸੀਂ ਕਿਹਾ ਸੀ ਵੀ ਤੋਹਫਾ ਕਿਵੇਂ ਹੋ ਗਿਆ, ਦੀਵਾਲੀ ਤਾਂ ਹਜੇ ਪਰਸੋਂ ਨੂੰ ਆ, ਜਦੋਂ ਅਸੀਂ ਅਕਤੂਬਰ ਦੇ ਮਹੀਨੇ ਨਾਲ ਲਾਸਟ ਵੀਕ ਮੀਟਿੰਗ ਕੀਤੀ ਆ, ਤੇ ਅੱਜ ਲੋਹੜੀ ਆਉਣ ਦੀ ਉਮੀਦ ਬਣ ਗਈ ਕਿ ਤੋਹਫਾ ਨਹੀਂ ਮਿਲਣਾ। ਤੇ ਆਪਣਾ ਮੰਤਰੀਆਂ ਦਾ ਖਰਚਾ ਮੇਰਾ ਨਹੀਂ ਖਿਆਲ ਵੀ ਕਿਸੇ ਨੇ ਕੋਈ ਆਪਦਾ ਚਾਹ ਦਾ ਕੱਪ ਵੀ ਘੱਟ ਕੀਤਾ ਹੋਵੇ। ਇੱਕ ਵਿੱਤ ਮੰਤਰੀ। ਅੱਛਾ ਸਿੱਧੂ ਸਾਹਿਬ, ਅਸੀਂ ਕੁਝ ਬੁਲਾਰੇ ਕਾਂਗਰਸ ਦਾ ਮੈਂ ਸੁਣ ਰਿਹਾ ਸੀ ਕਿਸੇ ਚੈਨਲ ਤੇ ਵੀ ਔਰ ਬਾਈਟ ਦੇ ਰਹੇ ਸੀਗੇ, ਕਹਿੰਦੇ 2-4 ਦਿਨ ਤਨਖਾਹ ਇੱਧਰ ਉੱਧਰ ਹੋ ਹੀ ਜਾਂਦੀ ਹੈ, ਜੇ ਲੇਟ ਹੋਊਗੀ ਤਾਂ ਇੰਨੀ ਕਿਹੜੀ ਆਫਤ ਆ ਜਾਏਗੀ, ਸਾਡੇ ਕੋਲ ਪੈਸਾ ਬਥੇਰਾ ਪਿਆ, ਪਰ ਥੋੜਾ ਜਿਹਾ ਸਿਸਟਮ ਦੇ ਵਿੱਚ ਲੈ ਕੇ ਆਉਣਾ। ਉਹ ਫਰਕ ਪੈਂਦਾ 2-4 ਦਿਨ ਤਨਖਾਹ ਰੁਕ ਕੇ ਮਿਲ ਜਾਏਗੀ ਤਾਂ? ਉਹਦੀ ਇੱਕ ਜੀ ਹਰਪ੍ਰੀਤ ਜੀ, ਇੱਕ ਵੱਡਾ ਕਾਰਨ ਇਹ ਆ, ਅੱਜ ਤੋਂ ਪਹਿਲੇ ਸਮਿਆਂ ਦੇ ਵਿੱਚ ਤਨਖਾਹ 1 ਤਰੀਕ ਤੋਂ ਪਹਿਲਾਂ ਮਿਲਦੀ ਸੀ, 27-28 ਨੂੰ ਕੈਸ਼ ਦਫ਼ਤਰ ਆ ਜਾਂਦਾ ਸੀ ਜਦੋਂ ਤਨਖਾਹਾਂ ਆਨਲਾਈਨ ਨਹੀਂ ਸੀ ਹੋਈਆਂ। ਹੁਣ ਸਰਕਾਰ ਦੇ ਆਰਡਰ ਨੇ ਵਿੱਤ ਵਿਭਾਗ ਦੇ ਕਿ ਹਰ ਤਨਖਾਹ ਪਹਿਲੀ ਤੋਂ ਬਾਅਦ ਦਿੱਤੀ ਜਾਵੇ, ਪਹਿਲੀ ਜਾਂ ਪਹਿਲੀ ਤੋਂ ਬਾਅਦ। ਉਸ ਤੋਂ ਬਾਅਦ ਕਰਮਚਾਰੀ ਨੇ, ਮੁਲਾਜ਼ਮ ਨੇ, ਸਾਰਿਆਂ ਨੇ, ਪਰਿਵਾਰਾਂ ਨੇ ਕਰਜ਼ੇ ਲਏ ਨੇ ਬੈਂਕਾਂ ਤੋਂ, ਉਹਨਾਂ ਦੀ ਕਿਸ਼ਤ ਪਹਿਲੇ ਹਫ਼ਤੇ ਹੁੰਦੀ ਆ, ਕਿਸੇ ਨੇ 5 ਤਰੀਕ ਪਾ ਰੱਖੀ ਆ, ਕਿਸੇ ਨੇ 10। ਜਿਨ੍ਹਾਂ ਦੇ ਆਮ ਤੌਰ ਤੇ ਲੇਟ ਹੋਣ ਦੀ ਉਮੀਦ ਹੁੰਦੀ ਆ, ਉਹਨਾਂ ਡੇਟ ਵਧਾ ਲਈ ਆਪਣੀ ਥੋੜੀ ਕਿ ਮੇਰੀ EMI ਲੇਟ ਵੀ ਆ ਸਕਦੀ ਆ। ਅੱਜ ਪ੍ਰਾਈਵੇਟ ਬੈਂਕਾਂ ਨੇ, ਸਰਕਾਰੀ ਬੈਂਕਾਂ ਚੋਂ ਕਰਜ਼ੇ ਦੀ ਕਈ ਵਾਰੀ ਐਲੀਜੀਬਿਲਟੀ ਨਹੀਂ ਬਣਦੀ ਜਾਂ ਸਿਸਟਮ ਥੋੜਾ ਜਿਹਾ ਸਲੋ ਹੁੰਦਾ, ਤਾਂ ਜਿਹੜੇ ਗਰੀਬ ਕਰਮਚਾਰੀ ਨੇ ਕੋਈ ਛੋਟਾ ਆਪਣਾ ਮਕਾਨ ਬਣਾਇਆ, ਆਪਣਾ ਸਕੂਟਰ ਮੋਟਰਸਾਈਕਲ ਲਿਆ, ਬੱਚੇ ਦੀ ਫੀਸ ਆ, ਉਹ ਪਹਿਲੇ ਹਫ਼ਤੇ ਹੁੰਦੀਆਂ ਨੇ, ਤਾਂ ਉਹਦੇ ਇੱਕ ਰੂਟੀਨ ਬਣਿਆ ਹੋਇਆ, ਸਰਕਾਰ ਫਿਕਸ ਕਰ ਲੇ 15 ਤਰੀਕ, 15 ਰੂਟੀਨ ਬਣ ਜਾਊਗਾ। ਪਰ ਇਹਦਾ ਕੋਈ ਹੱਲ ਤਾਂ ਹੋਏ ਪੱਕਾ, ਬੰਦਾ ਕਹਿ ਸਕੇ ਕਿਸੇ ਤੋਂ ਉਧਾਰ ਲਿਆ, ਬਿਜਲੀ ਦਾ ਬਿੱਲ ਆ, ਦੋਧੀ ਦੇ ਬਿੱਲ ਨੇ, ਜਾਂ ਕਿਰਾਇਆ ਮਕਾਨ ਦਾ, ਉਹਦਾ ਤਾਂ ਮਕਾਨ ਮਾਲਕ ਘੰਟੀ ਮਾਰਦਾ। ਚਲੋ ਸੁਖਦੇਵ ਸਿੰਘ ਹੋਰਾਂ ਕੋਲ ਚੱਲਦੇ ਹਾਂ। ਸੁਖਦੇਵ ਜੀ, ਸਥਿਤੀ ਬੜੀ ਅਲਾਰਮਿੰਗ ਹੈਗੀ ਹੈ ਔਰ ਕਈ ਤਰ੍ਹਾਂ ਤਾਂ ਕਹਿ ਰਹੀਆਂ ਨੇ ਕਿ ਸੂਬੇ ਦੇ ਵਿੱਚ ਫਾਈਨੈਂਸ਼ੀਅਲ ਐਮਰਜੈਂਸੀ ਲਗਾ ਦੇਣੀ ਚਾਹੀਦੀ ਹੈ, ਕਿਉਂਕਿ ਜੋ ਹਾਲਾਤ ਬਣੇ ਹੋਏ ਨੇ ਉਹਨਾਂ ਹਾਲਾਤਾਂ ਤੋਂ ਲੱਗ ਰਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਮੱਸਿਆ ਹੋਰ ਗੰਭੀਰ ਹੋ ਜਾਏਗੀ। ਕੋਈ ਸੂਬਾ ਜਿਸ ਦੇ ਵਿੱਚ 44% GST ਦੀ ਰਿਕਵਰੀ ਘੱਟ ਹੋਵੇ ਤਾਂ ਤੁਸੀਂ ਹਿਸਾਬ ਲਾਓ ਕਿ ਉਹ ਰਿਕਵਰ ਕਿਵੇਂ ਹੋਏਗਾ। ਇਸੇ ਕਰਕੇ ਵਾਰ-ਵਾਰ ਇਹ ਕਿਹਾ ਜਾਂਦਾ ਹੈ ਕਿ ਤਨਖਾਹਾਂ ਨਹੀਂ ਰੁਕੀਆਂ ਖਾਲੀ, ਹੋਰ ਵੀ ਸਾਰੇ ਪ੍ਰਬੰਧ ਰੁਕ ਗਏ ਨੇ। ਇਹਦਾ ਕਾਰਨ ਇਹ ਨਹੀਂ ਹੈ ਕਿ ਖਜ਼ਾਨਾ ਖਾਲੀ ਹੈ, ਇਹਦਾ ਕਾਰਨ ਹੈ ਮਿਸਮੈਨੇਜਮੈਂਟ ਜਿਹੜੀ ਸਰਕਾਰ ਵੱਲੋਂ ਹੋ ਰਹੀ ਹੈ। ਹਰਪ੍ਰੀਤ ਜੀ, ਗੱਲ ਇਹ ਹੈ ਵੀ ਠੀਕ ਹੈ, ਤੁਸੀਂ ਇੱਕ TV ਚੈਨਲ ਚਲਾਉਂਦੇ ਹੋ, ਤੁਸੀਂ ਇਹ ਗੱਲ ਕਹਿ ਸਕਦੇ ਹੋ ਵੀ ਮਿਸਮੈਨੇਜਮੈਂਟ ਹੈ, ਪਰ ਤੁਹਾਡਾ ਕਹਿਣਾ ਵੀ ਮੈਂ ਨਹੀਂ ਕਹਿ ਰਿਹਾ ਸੁਖਦੇਵ ਜੀ, ਮੇਰੀ ਗੱਲ ਨੂੰ ਗਲਤ ਕੋਟ ਨਾ ਕਰੋ। ਆ ਮੁਲਾਜ਼ਮ ਤੁਹਾਡੇ ਸਾਹਮਣੇ ਬੈਠੇ ਨੇ, ਮੁਲਾਜ਼ਮ ਤੁਹਾਡੇ ਸਾਹਮਣੇ ਬੈਠੇ ਨੇ ਜਿਨ੍ਹਾਂ ਨੂੰ ਤਨਖਾਹ ਨਹੀਂ ਤੁਸੀਂ ਦਿੱਤੀ, ਉਹ ਕਹਿ ਰਹੇ ਨੇ ਕਿ ਮਿਸਮੈਨੇਜਮੈਂਟ ਹੈ ਤੁਹਾਡਾ। ਨਹੀਂ, ਮੈਂ ਤਾਂ ਤੁਹਾਨੂੰ ਪਹਿਲਾਂ ਕਿਹਾ, ਜਦੋਂ ਤੱਕ ਦੇਖੋ ਤਨਖਾਹ ਦੀ ਗੱਲ ਹੈ, ਉਹ ਆਪ ਮੰਨਦੇ ਨੇ ਵੀ ਅੱਜ ਪਹਿਲਾਂ ਹੀ ਵਰਕਿੰਗ ਡੇ ਆ ਹਜੇ, ਠੀਕ ਹੈ। ਅੱਜ ਕੁਝ ਜਿਹੜੇ ਹੈਗੇ ਵਰਗਾਂ ਦਾ ਪ੍ਰਬੰਧ ਕੀਤਾ ਜਾ ਚੁੱਕਿਆ, ਬਾਕੀਆਂ ਨੂੰ ਵੀ ਤਨਖਾਹ ਮਿਲ ਜੂਗੀ। ਤਨਖਾਹ 7 ਤਰੀਕ ਤੱਕ ਦੇਣੀ ਹੁੰਦੀ ਹੈ, 7 ਤਰੀਕ ਤੱਕ ਸਾਰਿਆਂ ਦੀ ਭੁਗਤ ਜੂਗੀ, ਕੋਈ ਵਰੀ ਕਰਨ ਵਾਲੀ ਗੱਲ ਨਹੀਂ, ਠੀਕ ਹੈ। ਮੈਂ ਤੁਹਾਨੂੰ ਬੜੀ ਜ਼ਿੰਮੇਵਾਰੀ ਨਾਲ ਇਸ ਚੈਨਲ ਤੋਂ ਕਹਿੰਦਾ ਵੀ 7 ਤਰੀਕ ਤੱਕ ਤਨਖਾਹ ਸਭ ਦੀ ਭੁਗਤ ਜੂਗੀ, ਕੋਈ ਇਸ ਕਿਸਮ ਦੀ ਵਰੀ ਦੀ ਗੱਲ ਨਹੀਂ। ਔਰ ਹਰ ਇੱਕ ਨੇ ਬੰਦੇ ਨੇ 7 ਤਰੀਕ ਤੱਕ ਹੀ ਆਪਣੀ EMI ਬਣਾਈ ਹੁੰਦੀ ਹੈ, ਵੀ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਵੀ ਤਨਖਾਹ ਜਿਹੜੀ ਹੈਗੀ ਹੈ ਵੀ 7 ਤਰੀਕ ਤੱਕ ਸਰਕਾਰ ਦੀ ਡਿਊਟੀ ਬਣਦੀ ਉਹ ਦੇਵੇ। ਤੇ ਦੂਜੀ ਗੱਲ ਮੈਂ ਫਿਰ ਤੁਹਾਨੂੰ ਟੋਕ ਰਿਹਾ, ਸੁਖਦੇਵ ਸਿੰਘ ਉਹਨਾਂ ਨੇ ਕਿਹਾ ਕਿ ਤਨਖਾਹ ਬਰਨਿੰਗ ਇਸ਼ੂ ਤਾਂ ਹੈਗਾ, ਪਰ ਮੁਲਾਜ਼ਮਾਂ ਦੇ ਬਾਕੀ ਜਿਹੜੇ ਇਸ਼ੂਜ਼ ਨੇ ਉਹ ਕਿੱਥੇ ਨੇ? ਇਹਨਾਂ ਤੇ ਕਿੰਨੇ ਲੱਖਾਂ ਰੁਪਏ ਬਕਾਏ ਪਏ ਨੇ, ਮੈਡੀਕਲ ਦੇ ਬਕਾਏ ਪਏ ਨੇ। ਮੈਂ ਕਹਿੰਦਾ ਮੈਂ ਉਹਨਾਂ ਦੀ ਬਾਕੀ ਇਸ਼ੂਆਂ ਨਾਲ ਵੀ ਸਹਿਮਤ ਆ ਵੀ ਜਿਸ ਟਾਈਮ ਦੇਖੋ ਜਦੋਂ ਇਸ ਸਰਕਾਰ ਨੂੰ 22 ਮਹੀਨੇ ਦਾ ਏਰੀਅਰ ਤਾਂ ਪਿਛਲੀ ਸਰਕਾਰ ਹੀ ਛੱਡ ਗਈ ਹੋਵੇ ਡੀਏ ਦੀਆਂ ਕਿਸ਼ਤਾਂ ਦਾ, ਉਹ ਕਿਵੇਂ ਆ ਕੇ ਠੀਕ ਹੋਊਗਾ? 22 ਮਹੀਨੇ ਦਾ ਏਰੀਅਰ ਤਾਂ ਹਜੇ ਪਿਛਲੀ ਜਿਹੜੀ ਗਵਰਨਮੈਂਟ ਸੀ 2016 ਦਾ ਪਿਆ, 2015-16 ਦਾ ਹਜੇ ਬਕਾਇਆ ਜਿਹੜਾ ਹੈਗਾ ਕਦੋਂ ਠੀਕ ਹੋਏਗਾ? ਫਿਰ ਦੇ ਕੇ ਹੀ ਨਹੀਂ ਗਏ, ਕਦੋਂ ਠੀਕ ਹੋਏਗਾ? ਇਸ ਕਰਕੇ ਅੱਜ ਉਹ ਉਹਨਾਂ ਦੇ ਅੱਗੇ ਨੁਮਾਇੰਦੇ ਕਹਿੰਦੇ ਜੀ ਮਿਸਮੈਨੇਜਮੈਂਟ ਹੈ। ਉਹ ਕਿੰਨੀ ਕੁ ਵਧੀਆ ਮੈਨੇਜਮੈਂਟ ਸੀ ਜਿਹੜਾ ਆਪਦੇ ਸਮੇਂ ਦਾ ਜਿਹੜਾ ਡੀਏ ਦਾ ਕਿਸ਼ਤਾਂ ਨਹੀਂ ਦੇ ਕੇ ਗਏ ਔਰ ਉਹਨਾਂ ਦਾ ਬਕਾਇਆ ਵੀ ਨਹੀਂ ਦੇ ਕੇ ਗਏ। ਇਸ ਕਰਕੇ ਇਹ ਗੱਲ ਜਿਹੜੀ ਆਪਾਂ ਮਿਸਮੈਨੇਜਮੈਂਟ ਦੀ ਕਰ ਦਿਆਂਗੇ, ਉਹ ਉਹੀ ਕਹਿੰਦੇ ਨੇ ਜਿਹੜੇ ਆਪਣਾ ਉਹ ਹੈ। ਜਦੋਂ ਤੱਕ EMPLOYEES ਦੀ ਗੱਲ ਹੈਗੀ ਆ, ਇਹ ਠੀਕ ਹੈ ਵੀ ਹੁਣ ਟ੍ਰੇਡ ਯੂਨੀਅਨਿਸਟ ਹੈਗੇ ਆ, ਟ੍ਰੇਡ ਯੂਨੀਅਨਿਸਟ ਨੇ ਆਪਣੀ ਡਿਊਟੀ ਬਣਦੀ ਆ ਆਪਦੇ ਮੁਲਾਜ਼ਮਾਂ ਨੂੰ ਵੀ ਚੇਤਨ ਕਰਦੀ ਔਰ ਹਰ ਵੇਲੇ ਉਹਨਾਂ ਨੂੰ ਲੋਕਾਂ ਦੇ ਵਿੱਚ ਗੱਲ ਲੈ ਕੇ ਜਾਣ ਦੀ। ਬਟ ਠੀਕ ਹੈ ਵੀ ਉਹਨਾਂ ਦਾ ਮਿਸਮੈਨੇਜਮੈਂਟ ਕਹਿਣਾ, ਮੈਂ ਇਸ ਨੂੰ ਗਲਤ ਕਹਿਣਾ। ਹੁਣ ਆਪਾਂ ਇੱਥੇ ਬੈਠ ਕੇ ਆਪਾਂ TV ਚੈਨਲ ਤੇ ਕਹਿ ਦਈਏ ਹੁਣ ਆਪਾਂ ਜੀ ਉਹ ਬਦਲ ਦਿੰਦੇ ਆ, ਉਹ ਬਦਲ ਦੇਣਾ, ਹੁਣ ਆਪਾਂ ਫਾਈਨਾਂਸ ਮਿਨਿਸਟਰ ਬਦਲੀਏ, ਕੋਈ ਜ਼ਿੰਮੇਵਾਰੀ ਵਾਲੀ ਗੱਲ ਨਹੀਂ ਹੈਗੀ। ਤੇ ਦੂਜੀ ਗੱਲ ਵੀ ਅੱਜ ਜੋ ਦੇਸ਼ ਦੇ ਹਾਲਾਤ ਬਣੇ ਹੋਏ ਹੋਏ ਆ, ਤੁਸੀਂ BJP ਦੇ ਆਪਣੇ ਇੱਕ MP ਦੀ ਅੱਜ ਸਟੇਟਮੈਂਟ ਪੜੋ, ਜਿਹੜੇ ਕਿ ਕਿਸੇ ਟਾਈਮ ਖਜ਼ਾਨਾ ਮੰਤਰੀ ਵੀ ਰਹੇ ਨੇ, ਸੁਬਰਾਮਨੀਅਮ ਸਵਾਮੀ। ਉਹ ਕਹਿੰਦੇ ਵੀ ਦੇਸ਼ ਦੀ ਜਿਹੜੀ, ਜੇ ਅਸੀਂ ਪਿਛਲੇ ਅੰਕੜਿਆਂ ਮੁਤਾਬਕ ਦੇਖੀਏ, ਜਿਹੜੀ GDP ਉਹ ਤਾਂ 1.5% ਹੈ। ਔਰ ਜਦੋਂ ਦੇਸ਼ ਦੇ ਵਿੱਚ ਜਦੋਂ ਗਰੋਥ ਹੀ 1.5% GDP ਤੇ ਖੜੀ ਹੋਵੇ, ਉਦੋਂ ਜਿਹੜੀ ਆਰਥਿਕ ਮੰਦੀ ਸਾਰੇ ਦੇਸ਼ ਦੇ ਵਿੱਚ ਆਉਣੀ ਲਾਜ਼ਮੀ ਹੈ।
ਔਰ ਮੈਂ ਇੱਕ ਤੁਹਾਨੂੰ ਦੂਜੀ ਗੱਲ ਦੱਸਾਂ ਵੀ ਜਿੱਥੇ ਤੱਕ ਤੁਸੀਂ GST ਦੀ ਕਲੈਕਸ਼ਨ ਦੀ ਗੱਲ ਕਰਦੇ ਹੋ, GST ਦੀ ਕਲੈਕਸ਼ਨ ਇਕੱਲੇ ਪੰਜਾਬ ਦੀ ਨਹੀਂ ਘਟੀ, ਈਵਨ ਦਿੱਲੀ ਜਿਹੜੇ ਬਹੁਤ ਵੱਡੀਆਂ ਡੀਂਗਾ ਮਾਰਦੇ ਆ ਕੇ ਸੂਬਾ, ਉਹਦੀ ਵੀ 20-21% ਜਿਹੜੀ ਹੈਗੀ ਆ GST ਦੀ ਕਲੈਕਸ਼ਨ ਘਟੀ ਹੈ। ਇਸ ਕਰਕੇ ਸੁਖਦੇਵ ਸਿੰਘ ਜੀ ਤੁਹਾਡੀ ਜਾਣਕਾਰੀ 'ਚ ਵਾਅਦਾ ਕਰਦਾ ਕਿ ਪੰਜਾਬ ਸਭ ਤੋਂ ਮੋਹਰੀ ਸੂਬਾ ਹੈ ਜਿਹਨੇ ਘੱਟ ਕਲੈਕਸ਼ਨ ਕੀਤੀ ਹੈ। 100 ਦੇ ਵਿੱਚੋਂ 44% ਘੱਟ ਹੋਇਆ ਹੋਵੇ, 56% ਸਿਰਫ ਰਿਕਵਰੀ ਹੋਈ ਹੋਵੇ, ਤੁਸੀਂ ਉਸ ਨੂੰ ਬੜਾ ਹੀ ਨਾਰਮਲ ਤਰੀਕੇ ਨਾਲ ਕਹਿ ਰਹੇ ਹੋ ਕਿ ਇਹ ਤਾਂ ਬੜੀ ਰੂਟੀਨ ਜੀ ਗੱਲ ਹੈਗੀ ਹੈ। 44% ਰਿਕਵਰੀ ਘੱਟ ਹੋਈ ਹੋਣੀ, ਇਹਦਾ ਕਾਰਨ ਤੁਸੀਂ ਦੱਸ ਸਕਦੇ ਹੋ? ਇਹਦਾ ਕੋਈ ਕਾਰਨ, ਇਹਦਾ ਸਟੀਕ ਕਾਰਨ ਮੈਨੂੰ ਦੱਸ ਸਕਦੇ ਕਿਉਂ ਘੱਟ ਹੋਈ ਹੈ? ਸਰ ਜਿਹੜੀ ਸਾਡੀ ਉਸ ਦੀ ਟੈਕਸੇਬਲ ਰਿਕਵਰੀ ਆ ਉਹ 60% ਹੈ, ਔਰ ਜਿਹੜੇ ਸਾਡੇ ਨਾਨ ਟੈਕਸ ਤੋਂ ਅਸੀਂ ਉਹ ਰੈਵਨਿਊ ਇਕੱਠਾ ਕਰਨਾ ਉਹ 40% ਹੈ। ਇਸ ਕਰਕੇ ਇਹ ਨਾ ਕਰੋ ਵੀ ਉਹ ਹੈ ਸਾਡੀ ਜਿਹੜੀ ਟੈਕਸੇਬਲ ਜਿਹੜੀ ਉਹ ਹੈ ਉਹ 60% ਰਿਕਵਰੀ ਹੈ। 56% ਤੁਸੀਂ ਆਪਣੇ ਆંકੜੇ ਦੁਬਾਰਾ ਚੈੱਕ ਕਰ ਲੈਣਾ, ਮੇਰੇ ਕੋਲ ਸਾਰੇ ਆંકੜੇ ਹੈ। ਮੈਂ 1 ਮਿੰਟ ਵਾਪਸ ਆਣਾ ਤੁਹਾਡੇ ਕੋਲ, ਮੈਂ ਇੱਕ ਰਿਐਕਸ਼ਨ ਲੈ ਲਵਾਂ ਕੰਬੋਜ ਸਾਹਿਬ ਦਾ। ਕੰਬੋਜ ਸਾਹਿਬ, ਇਹ ਜਿਹੜੀ ਗੱਲ ਸੁਖਦੇਵ ਸਿੰਘ ਹੁਰੀ ਕਹਿ ਰਹੇ ਨੇ ਕਿ ਮੁਲਾਜ਼ਮਾਂ ਦੀ ਤਨਖਾਹ ਹੈ ਚਲੋ 2-4 ਦਿਨ ਲੇਟ ਹੋ ਜੂਗੀ, ਹੋ ਜਾਏਗੀ, ਦੂਜੀਆਂ ਜਿਹੜੀਆਂ ਗੱਲਾਂ ਨੇ ਉਹਦਾ ਬਾਰੇ ਉਹਨਾਂ ਨੇ ਕੁਝ ਨਹੀਂ ਕਿਹਾ, ਪਰ ਦੂਜੀ ਗੱਲ ਉਹਨਾਂ ਨੇ ਸਾਰਾ ਠੀਕਰਾ ਕੇਂਦਰ ਦੀ ਸਰਕਾਰ ਦੇ ਸਿਰ ਭੰਨਿਆ ਕਿ ਓਵਰਆਲ ਭਾਰਤ ਦੇ ਵਿੱਚ, ਪੂਰੇ ਮੁਲਕ ਦੇ ਵਿੱਚ ਹਾਲਾਤ ਅਜਿਹੇ ਬਣੇ ਹੋਏ ਨੇ ਕਿ ਕੋਈ ਵੀ ਸੂਬਾ ਨਾ ਤਾਂ ਤਰੱਕੀ ਕਰ ਪਾ ਰਿਹਾ ਔਰ ਕੋਈ ਵੀ ਸੂਬਾ ਇਸ ਹਾਲਾਤ ਦੇ ਵਿੱਚ ਹੈ ਨਹੀਂ ਹੈ ਕਿ ਉਹ ਸਹੀ ਢੰਗ ਨਾਲ ਚੱਲ ਪਾਏ। ਦੇਖੋ, ਸੁਖਦੇਵ ਜੀ ਨੇ ਨਾ ਬੜਾ ਗੁੱਸਾ ਕੀਤਾ ਜਦੋਂ ਸਿੱਧੂ ਸਾਹਿਬ ਨੇ ਕਿਹਾ ਕਿ ਮੈਨੇਜਮੈਂਟ ਠੀਕ ਨਹੀਂ ਹੈਗੀ, ਤੇ ਮੈਨੂੰ ਇਹ ਦੱਸਣ ਸੁਖਦੇਵ ਜੀ ਕਿ ਇਹਨਾਂ ਨੇ ਕਿਹਾ ਜੀ ਦੇਸ਼ ਦੇ ਵਿੱਚ ਜਿਹੜੀ ਹੈ ਇਹ ਗਲਤ ਫਿਗਰ ਦੇ ਰਹੇ ਨੇ ਕਿ 4.5% ਜਿਹੜੀ ਹੈ ਉਹ ਗਰੋਥ ਰਹਿ ਗਈ ਹੈ। ਮੈਂ ਮੰਨਦਾ ਹੈਗਾ, ਪਰ ਗੱਲ ਇਹ ਹੈ ਕਿ 4.5% ਜੇ ਗਰੋਥ ਰਹਿ ਗਈ ਹੈ ਤਾਂ ਪੂਰੇ ਇੰਡੀਆ ਵਾਸਤੇ ਹੈ। ਸੁਖਦੇਵ ਜੀ ਮੇਰੀ ਇੱਕ ਗੱਲ ਦਾ ਜਵਾਬ ਦਿਓ ਕਿ ਤੁਸੀਂ ਪੰਜਾਬ ਜਿਹੜਾ ਹੈ ਸਾਰੀਆਂ ਸਟੇਟਾਂ ਤੋਂ ਥੱਲੇ ਕਿਉਂ ਹੈ? ਨੈਸ਼ਨਲ ਐਵਰੇਜ ਜਿਹੜੀ ਹੈ GST ਘੱਟ ਹੋਈ ਹੈ ਉਹ 21% ਹੀ ਹੈ, ਤੁਸੀਂ 44% ਘੱਟ ਟਾਰਗੇਟ ਤੋਂ ਥੱਲੇ ਲੈ ਕੇ ਆਏ ਹੋ। ਪਹਿਲਾਂ ਤਾਂ ਇਹ ਦੱਸੋ, ਇੰਡੀਆ ਨੂੰ ਜਾਣਦੇ ਹੋ, ਤੁਹਾਡੀ ਕਲੈਕਸ਼ਨ ਜਿਹੜੀ ਹੈ ਬਾਕੀ ਸਟੇਟਾਂ ਦੇ ਮੁਤਾਬਕ ਸਾਰੇ ਹਿੰਦੁਸਤਾਨ ਚੋਂ ਘੱਟ ਕਿਉਂ ਹੈ? ਪਹਿਲਾਂ ਇੱਕ ਸਵਾਲ। ਦੂਸਰੀ ਗੱਲ, ਤੁਸੀਂ ਜਿਹੜਾ ਕਿਹਾ ਹੈਗਾ ਕਿ ਬਈ ਟਾਰਗੇਟ ਦੀ ਕਲੈਕਸ਼ਨ ਦਾ, ਆਹ 2-4 ਦਿਨ ਪਹਿਲਾਂ ਆਇਆ ਸੀਗੀ ਅਖਬਾਰ ਦੇ ਵਿੱਚ ਕਿ ਜਿਹੜੀ ਹੈ 25% ਹੀ ਇਸ ਵੇਲੇ ਟ੍ਰੇਜਰੀ 'ਚ ਆਇਆ ਹੈਗਾ ਜਿਹੜੇ ਕਲੈਕਸ਼ਨ ਦਾ। 1,13,852 ਕਰੋੜ ਦਾ ਟਾਰਗੇਟ ਸੀ ਤੇ ਤੁਹਾਡੀ ਕਲੈਕਸ਼ਨ ਹੋਈ ਹੈ ਖਾਲੀ ਟੈਕਸ ਦੀ 26,131 ਕਰੋੜ, ਤਕਰੀਬਨ 25% ਬਣਦਾ ਜਿਹੜੀ ਤੁਹਾਡੀ ਟੈਕਸ ਕਲੈਕਸ਼ਨ। 75% ਇਸ ਵੇਲੇ ਤੁਹਾਡੇ ਕੋਲ ਟ੍ਰੇਜਰੀ ਦੇ ਵਿੱਚ ਖਾਲੀ 504 ਕਰੋੜ ਰੁਪਇਆ ਹੈ, ਔਰ ਤੁਸੀਂ, ਤੁਹਾਨੂੰ ਪਤਾ ਦੇਣਦਾਰੀਆਂ ਕਿੰਨੀਆਂ ਨੇ ਇਸ ਵੇਲੇ? ਦੇਣਦਾਰੀਆਂ ਇਸ ਵੇਲੇ ਹੈਗੀਆਂ ਨੇ 52,200 ਕਰੋੜ ਤੇ ਤੁਸੀਂ ਹਾਲੇ ਤੱਕ ਪੇ ਕੀਤਾ ਹੈ 17,260 ਕਰੋੜ। ਇਹਦਾ ਮਤਲਬ ਤੁਸੀਂ 35,000 ਕਰੋੜ ਦੀਆਂ ਦੇਣਦਾਰੀਆਂ ਸੁਖਦੇਵ ਜੀ ਹਾਲੇ ਹੋਰ ਕਰਨੀਆਂ ਨੇ। ਨਾ ਤੁਸੀਂ ਕਹਿ ਰਹੇ ਹੈਗੇ ਹੋ ਕਿ ਜਿਹੜਾ ਸੈਂਟਰ ਨੇ ਸਾਨੂੰ ਦਿੰਦੇ ਨਹੀਂ ਪੈਸੇ। ਜਿਹੜਾ ਸਾਬਕਾ ਫਾਈਨੈਂਸ ਮਿਨਿਸਟਰ, ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਕਿ 2 ਮਹੀਨੇ ਦੀ GST ਜਿਹੜੀ 2100 ਕਰੋੜ ਬਣਦੀ ਹੈ ਉਹ ਹਾਲੇ ਸੈਂਟਰ ਤੋਂ ਨਹੀਂ ਆਈ, ਔਰ 2000 ਕਰੋੜ ਜਿਹੜਾ ਹੋਰ ਹੈਗਾ ਉਹ ਅਲੱਗ-ਅਲੱਗ ਹੈਡ ਦੇ ਹੈ, GST ਦਾ ਨਹੀਂ, ਔਰ ਉਹਦੇ ਲਈ ਸੈਂਟਰ ਪਹਿਲਾਂ ਹੀ ਕਹਿ ਚੁੱਕਾ ਹੈਗਾ ਕਿ ਤੁਹਾਡਾ ਬਣਦਾ ਨਹੀਂ। ਤੇ ਤੁਸੀਂ 2100 ਕਰੋੜ ਰੁਪਇਆ ਜਿਹੜਾ ਸੈਂਟਰ ਤੋਂ ਲੈਣਾ ਹੈਗਾ ਤੇ 35,000 ਕਰੋੜ ਤੁਸੀਂ ਦੇਣਾ ਹੈ, ਤੇ ਤੁਸੀਂ ਮੰਨ ਲਓ ਕਿ ਤੁਹਾਨੂੰ 2000 ਕਰੋੜ ਆ ਗਿਆ। ਤੁਹਾਡੇ ਜਿਹੜੇ ਪ੍ਰਧਾਨ ਜੀ ਕਹਿੰਦੇ ਨੇ ਜੀ ਕਿ ਸੈਂਟਰ ਜਾ ਕੇ ਅਸੀਂ ਦੇਣਾ ਧਰਨਾ, ਤੁਸੀਂ 2000 ਕਰੋੜ ਦੇ ਉੱਤੇ ਤਾਂ ਧਰਨਾ ਦੇਣ ਦਿੱਲੀ ਜਾਣਾ ਹੈ, ਪਰ 33,000 ਕਰੋੜ ਜਿਹੜਾ ਤੁਹਾਡਾ ਘਟ ਰਿਹਾ ਉਹਦਾ ਧਰਨਾ ਸੁਖਦੇਵ ਜੀ ਕਿੱਥੇ ਜਾਣਾ? ਤੁਸੀਂ ਉਹ ਵੀ ਦੱਸ ਦਿਓ ਪਬਲਿਕ ਨੂੰ। ਜਿੱਥੋਂ ਤੱਕ ਤਨਖਾਹਾਂ ਦਾ ਸਵਾਲ ਹੈ, ਨਾਲ ਕੰਬੋਜ ਸਾਹਿਬ ਉਹਨਾਂ ਦਾ ਦੂਜਾ ਸਵਾਲ ਵੀ ਲੈ ਲਓ ਨਾ। ਇਹ ਕਹਿੰਦੇ ਨੇ ਕਿ ਸਾਰਾ ਕੁਝ ਤੁਸੀਂ ਛੱਡ ਕੇ ਗਏ ਹੋ, ਜਿਹੜਾ ਬਕਾਇਆ ਇਹ ਤੁਸੀਂ ਛੱਡ ਕੇ ਗਏ ਹੋ, ਇਸੇ ਕਰਕੇ ਵਜਨ ਨਾ ਪਿਆ। ਰਾਈਟ। 2007 ਵਿੱਚ 51,153 ਕਰੋੜ ਰੁਪਇਆ ਜਦੋਂ ਕਾਂਗਰਸ ਛੱਡ ਕੇ ਗਈ ਤਾਂ ਉਦੋਂ ਲੋਨ ਸੀਗਾ 51,153 ਕਰੋੜ। 2017 ਚ ਜਦੋਂ ਇਹਨਾਂ ਦੀ ਸਰਕਾਰ ਆਈ ਹੈ ਔਰ 10 ਸਾਲ ਅਕਾਲੀ ਸਰਕਾਰ ਰਹੀ ਤਾਂ ਲੋਨ ਸੀਗਾ 1,58,713 ਕਰੋੜ ਰੁਪਇਆ। ਇਹਦਾ ਮਤਲਬ ਕਿ ਹਰ ਸਾਲ ਤਕਰੀਬਨ ਇਹ 1,07,000 ਕਰੋੜ ਰੁਪਇਆ ਵਧਿਆ। ਮਤਲਬ ਤਕਰੀਬਨ 10,000 ਕਰੋੜ ਰੁਪਇਆ ਇਹ ਅਕਾਲੀਆਂ ਦੀ ਤੇ BJP ਦੀ ਸਰਕਾਰ ਦੇ ਵੇਲੇ ਹਰ ਸਾਲ ਵੱਧਦਾ ਰਿਹਾ। ਹੁਣ ਤੁਹਾਡੇ ਬੁਲਾਰੇ ਕਹਿੰਦੇ ਨੇ ਕਿ ਪੰਜਾਬ ਦੇ ਉੱਤੇ 2,30,000 ਕਰੋੜ ਰੁਪਇਆ ਕਰਜ਼ਾ ਹੈ।
ਤੇ 2,30,000 ਕਰੋੜ ਰੁਪਇਆ ਜੇ ਪੰਜਾਬ ਦੇ ਸਿਰ ਦੇ ਉੱਤੇ ਹੁਣ ਕਰਜ਼ਾ ਹੈ ਤਾਂ ਇਹਦਾ ਮਤਲਬ ਤੁਸੀਂ 2.5 ਸਾਲਾਂ 'ਚ 72,000 ਕਰੋੜ ਰੁਪਇਆ ਹੋਰ ਵਧਾ ਦਿੱਤਾ ਕਰਜ਼ਾ ਹੈ। ਵੱਧ ਗਿਆ। ਇਹ ਬਣਦਾ ਹੈ ਤਕਰੀਬਨ ਹਰ ਸਾਲ 29,000 ਕਰੋੜ ਰੁਪਇਆ। ਚਲੋ ਆਪਾਂ ਤੁਸੀਂ ਅੱਗੇ ਕਹਿੰਦੇ ਵਧਦੇ। ਤੁਹਾਡੀ ਮੈਂ- ਮੈਨੇਜਮੈਂਟ ਠੀਕ ਹੈ, ਮੈਂ ਤਕਰੀਬਨ ਤੁਸੀਂ ਇਹ ਦੱਸੋ ਕਿ ਜਦੋਂ ਛੱਡ ਕੇ ਗਏ ਸੀ ਉਹਦੇ 2.5 ਸਾਲਾਂ ਦੇ ਵਿੱਚ ਤੁਸੀਂ ਕੀ ਕੀਤਾ। ਹੁਣ ਜੇ ਤੁਸੀਂ ਇਹ ਪੁੱਛਣਾ ਹੈਗਾ ਨਾ ਕਿ ਹੋ ਕਿਉਂ ਰਿਹਾ। ਮੈਂ ਉਸ ਤੋਂ ਬਾਅਦ ਚਾਹਨਾ ਪਹਿਲਾਂ ਇਹ ਇੱਕ ਇੱਕ ਕਰਕੇ ਸਾਰਾ ਦਾ ਰਿਐਕਸ਼ਨ ਲੈ ਲਾ, ਮੈਂ ਫਿਰ ਜਾਣਾ। ਇਕਬਾਲ ਸਿੰਘ, ਜਿਹੜੇ ਫੈਕਟ ਦੱਸੇ ਗਏ ਨੇ, ਕੰਬੋਜ ਸਾਹਿਬ ਨੇ ਵੀ ਦੱਸੇ ਨੇ, ਜਿਹੜੇ ਸੁਖਦੇਵ ਸਿੰਘ ਹੋਰੀ ਵੀ ਦਾਵਾ ਕਰ ਰਹੇ ਨੇ ਕਿ ਸਾਡੇ ਕੋਲ ਮਾਲੀਆ ਹੈਗਾ, ਅਜਿਹਾ ਨਹੀਂ ਹੈ, ਪਰ ਕੇਂਦਰ ਸਰਕਾਰ ਜੇ ਸਾਡੀ ਹੈਲਪ ਨਹੀਂ ਕਰੇ, ਹੁਣ 2100 ਕਰੋੜ ਰੁਪਈਆ ਲੈਣਾ, 2100 ਕਰੋੜ ਦੀ ਰਕਮ ਕੋਈ ਛੋਟੀ ਨਹੀਂ ਹੈ, ਜੇ ਉਹ ਦਵੇ ਤਾਂ ਸਭ ਕੁਝ ਸਹੀ ਸਲਾਮਤ ਹੋ ਸਕਦਾ। ਪਰ ਵੱਡੀ ਗੱਲ ਇਹ ਹੈ ਕਿ ਤੁਹਾਡੀਆਂ ਦੇਣਦਾਰੀਆਂ ਕਿੰਨੀਆਂ ਨੇ, ਤੁਹਾਡੀਆਂ ਦੇਣਦਾਰੀਆਂ ਹਜ਼ਾਰਾਂ ਦੇ ਵਿੱਚ ਨੇ, ਤੇ ਤੁਸੀਂ ਤੁਹਾਡੇ ਕੋਲ 100 ਕੁਝ ਆ ਵੀ ਜਾਂਦੇ ਨੇ ਤਾਂ ਤੁਸੀਂ ਠੀਕਰਾ ਸਾਰਾ ਕੇਂਦਰ ਦੇ ਸਿਰ ਨਹੀਂ ਭੰਨ ਸਕਦੇ ਕਿ ਸਾਰਾ ਕੁਝ ਹੀ ਉਹਨਾਂ ਨੇ ਦੇਣਾ। ਫਿਰ ਇਹ ਲੱਗਦਾ ਨਹੀਂ ਕਿ ਆંકੜੇ ਦੇ ਹੇਰ-ਫੇਰ ਦੇ ਵਿੱਚ ਜਨਤਾ ਨੂੰ ਫਸਾਇਆ ਜਾ ਰਿਹਾ। ਦੇਖੋ ਹਰਪ੍ਰੀਤ ਜੀ, ਕੰਬੋਜ ਸਾਹਿਬ ਨੇ ਬੜਾ ਖੋਲ ਕੇ ਤੁਹਾਨੂੰ ਆંકੜੇ ਦੱਸਤੇ, ਮੈਂ ਉਹਨਾਂ ਨੂੰ ਦੁਬਾਰਾ ਕੋਟ ਕਰਨ ਦਾ ਕੋਈ ਫਾਇਦਾ ਨਹੀਂ ਜੀ। ਹੁਣ ਜਿਹੜੀ ਆਹ ਇਹਨਾਂ ਸੈਂਟਰ ਤੋਂ ਲੈਣਾ 2100 ਕਰੋੜ ਲੈਣਾ, ਬਾਕੀ 2000 ਕਰੋੜ ਉਹ 2017 ਦਾ ਉਹ ਡਿਸਪਿਊਟਡ ਮੈਟਰ ਹੈ, ਉਹਨੂੰ ਇਹ ਐਡ ਨਾ ਕਰਨ। ਹੁਣ ਜੇ 2100 ਕਰੋੜ ਇਹਨਾਂ ਨੂੰ ਕੋਲ ਆ ਵੀ ਜਾਂਦਾ, 1950 ਕਰੋੜ ਤਾਂ ਮੁਲਾਜ਼ਮਾਂ ਦੀਆਂ ਤਨਖਾਹਾਂ ਤੇ ਜਾਂਦਾ, ਬਾਕੀ 950 ਪੈਨਸ਼ਨਰਾਂ ਤੇ। ਇਹਨਾਂ ਦਾ ਤਾਂ ਉਹ ਵੀ ਪੂਰਾ ਮੁਲਾਜ਼ਮਾਂ ਦੇ ਹੀ ਨਹੀਂ ਪੈਸੇ ਪੂਰੇ ਹੋ ਰਹੇ, ਮੁਲਾਜ਼ਮਾਂ ਦੇ ਨਹੀਂ, ਬਾਕੀ ਕਿੱਥੋਂ ਆਉਣਗੇ ਪੈਸੇ। ਦੂਜਾ, ਇੱਕ ਕੰਪਨੀ ਦਾ ਬੰਦਾ ਕੱਲ ਮੈਨੇਜਰ ਮਿਲਿਆ, ਉਹ ਰੋਜ਼ ਕਹਿੰਦਾ ਮੇਰੀ ਜੁੱਤੀ ਟੁੱਟ ਗਈ, ਐਡਾ ਮਾੜਾ ਖਜ਼ਾਨਾ ਮੰਤਰੀ ਕਹਿੰਦਾ ਮੈਂ ਨਹੀਂ ਦੇਖਿਆ ਅਜੇ ਤੱਕ। ਸਾਡਾ ਕਹਿੰਦਾ ਇਕੱਲੀ ਕੰਪਨੀ ਦਾ 500 ਕਰੋੜ ਰੁਪਇਆ ਖੜਾ, ਉਹ ਰੋਡ ਬਣਾਉਂਦੀ ਵਿਚਾਰੀ, ਕਹਿੰਦਾ ਸਾਡੇ ਮੁਲਾਜ਼ਮਾਂ ਨੂੰ ਤਨਖਾਹ ਦੇਣ ਨੂੰ ਸਾਡੇ ਕੋਲ ਪੈਸਾ, ਜਿੰਨਾ ਪੈਸੇ ਕਹਿੰਦਾ ਦੂਜੇ ਕੰਮਾਂ ਦੇ ਵੀ ਇੱਧਰ ਵਾੜਤੇ ਅਸੀਂ। ਹੁਣ ਤੁਸੀਂ ਦੱਸੋ, ਜਦੋਂ ਕੰਪਨੀਆਂ ਦਾ ਪੈਸਾ ਰੁਕ ਜੂ, ਅੱਗੇ ਨੂੰ ਤੁਸੀਂ ਟੈਂਡਰ ਜਦੋਂ ਮਤਲਬ ਮੰਗੋਗੇ, ਅਗਲੇ ਨਾਲ ਪਹਿਲਾਂ ਹੀ ਮਤਲਬ ਸਾਲ ਦਾ ਵਿਆਜ ਜੋੜ ਕੇ ਟੈਂਡਰ ਭਰਨਾ ਹੈ। ਮਤਲਬ ਤੁਸੀਂ ਮਰਦੇ ਪੰਜਾਬ ਨੂੰ ਹੋਰ ਮਾਰਨ ਤੇ ਲੱਗੇ ਹੋਏ ਆ। ਤੁਸੀਂ ਸੋਰਸ ਕਿਉਂ ਨਹੀਂ ਲੱਭਦੇ? ਤੁਸੀਂ ਕਲੈਕਸ਼ਨ ਥੋੜੀ ਕਿੱਥੇ ਹੈ? ਕਲੈਕਸ਼ਨ ਵੱਲ ਧਿਆਨ ਨਹੀਂ ਤੁਹਾਡਾ ਹੈਗਾ। ਇਸ ਕਰਕੇ ਇਹ ਜਦੋਂ ਮਾਫੀਆ ਨਹੀਂ ਖਤਮ ਕਰਦੇ ਹੈਗੇ, ਜਿਵੇਂ ਸੈਂਡ ਮਾਫੀਆ, ਲੈਂਡ ਮਾਫੀਆ, ਬਿਜਲੀ ਮਾਫੀਆ, ਮੰਡੀ ਮਾਫੀਆ, ਕਿੰਨੇ ਤਰ੍ਹਾਂ ਦੇ ਮਾਫੀਏ ਚੱਲ ਰਹੇ ਹਨ, ਪੁਲਿਸ ਮਾਫੀਆ, ਮਤਲਬ ਇਹਨਾਂ ਨੇ ਉਧਰ ਨੂੰ ਕਿਸੇ ਪਾਸੇ ਨੂੰ ਨਹੀਂ ਜਾਣਾ ਹੈਗਾ, ਆਪਣੇ ਵਧੇ ਸਾਡੀ ਨਹੀਂ। ਪਰ ਹੁਣ ਗੱਲ ਇਹ ਵੀ ਉੱਥੇ ਆ ਕੇ ਵੀ ਸੈਂਟਰ ਠਿਕਰਾ ਫੋੜ ਦੋ। ਸੈਂਟਰ ਤੋਂ ਜੇ 2100 ਕਰੋੜ ਆ ਵੀ ਗਿਆ, ਤੁਹਾਡੇ ਮਸਲੇ ਹੱਲ ਹੋ ਜਾਣਗੇ? ਨਹੀਂ ਹੋ ਸਕਦੇ, ਤੁਹਾਡੇ ਮਸਲੇ ਹੱਲ ਨਹੀਂ ਹੋ ਸਕਦੇ। ਹੁਣ ਦੂਜੀ ਗੱਲ ਹੈ ਇਕਬਾਲ ਸਿੰਘ, ਫਿਰ ਤੁਹਾਨੂੰ ਲੱਗ ਕਿੱਥੇ ਰਿਹਾ ਕਿ ਗੜਬੜ ਕਿੱਥੇ ਹੋ ਰਹੀ ਹੈ? ਗੜਬੜ ਤਾਂ ਹੈ ਵੀ ਸਰਕਾਰ ਸੀਰੀਅਸ ਹੈ ਨਹੀਂ। ਹੁਣ ਮੈਂ ਤੁਹਾਨੂੰ ਦੱਸ, ਇਹਨਾਂ ਨੇ ਕੋਈ ਉੱਥੇ ਲੌਬਿੰਗ ਵਾਸਤੇ ਕੋਈ ਐਡਾ ਹੋਕ ਅਫਸਰ ਹੀ ਲਾ ਦੇਣ, ਜਿਹੜਾ ਉੱਥੇ ਸੈਂਟਰ 'ਚੋਂ ਜੋ ਵੀ ਇਹਨਾਂ ਦੇ ਸੈਂਟਰੇਟਡ ਗ੍ਰਾਂਟਾਂ ਹੈ ਜਾਂ ਜਿਹੜਾ ਕੋਈ ਫੰਡ ਫਸਿਆ, ਉੱਥੇ ਉਹ ਰੋਜ਼ ਗੇੜਾ ਮਾਰੇ। ਇੱਥੇ ਛਟੀ ਛਮਾਹੀ ਸੀਐਮ ਜਾਂਦਾ, ਮੰਤਰੀਆਂ ਲੈ ਕੇ ਉੱਥੇ ਬੁੱਕੇ ਦੇ ਕੇ ਆ ਜਾਂਦਾ, ਉਹਦੇ ਨਾਲ ਨਹੀਂ ਨਾ ਗੱਲ ਬਣਨੀ। ਉੱਥੇ ਡੇਲੀ ਉੱਥੇ ਬੈਠਣਾ ਪੈਂਦਾ, ਲੌਬਿੰਗ ਕਰਨੀ ਪੈਂਦੀ। ਲਾਪਰਵਾਹੀ ਹਰੇਕ ਸਟੇਟ 'ਚ ਹੁੰਦੀ ਹੈਗੀ, ਬੀਜੇਪੀ ਦੀ ਸਰਕਾਰ 'ਚ ਵੀ ਲਾਪਰਵਾਹ ਅਫਸਰ ਬੈਠੇ ਹੋਣੇ ਜਿਹਨਾਂ ਰਿਲੀਜ਼ ਕਰਨਾ। ਪਰ ਉੱਥੇ ਜਦੋਂ ਤੁਹਾਡਾ ਨੁਮਾਇੰਦਾ ਕੋਈ ਜਾਊਗਾ, ਰੋਜ਼ ਮੱਥੇ ਲੱਗੂਗਾ, ਤੁਹਾਡੇ ਰਿਲੀਜ਼ ਹੋਈ ਜਾਣਗੇ ਪੈਸੇ, ਪਰ ਉਧਰ ਨੂੰ ਧਿਆਨ ਨਹੀਂ ਇਹਨਾਂ ਨੇ ਕਰਨਾ ਹੈਗਾ। ਗੱਲ ਹੈਗਾ ਤੁਹਾਡੇ ਕੋਲ ਬਿਜਲੀ ਸਰਪਲਸ ਹੈ, ਇੰਡਸਟਰੀ ਤੁਹਾਡੇ ਕੋਲ ਕਿੰਨੀ ਗਾਈ ਹੈਗੀ, ਔਰ ਬਿਜਲੀ ਮਹਿੰਗੀ ਕਿੰਨੀ? ਬਿਜਲੀ ਮਹਿੰਗੀ, ਤੁਸੀਂ ਆਪਣੇ ਮਤਲਬ ਲੋਕਾਂ ਦੇ ਭਾਰ ਪਾਈ ਜਾਂਦੇ, ਲੇਕਿਨ ਉਹੀ ਬਿਜਲੀ ਤੁਸੀਂ ਇੰਡਸਟਰੀ ਨੂੰ ਲਾਓ ਤਾਂ ਕਿ ਉਹ ਬਿਜਲੀ ਦਾ ਕੁਝ ਮਤਲਬ ਸਦਉਪਯੋਗ ਹੋਵੇ, ਤੁਹਾਨੂੰ ਕੋਈ ਮਾਲੀਆ ਆਵੇ। ਗੱਲ ਹੋਇਆ ਵੀ ਹੁਣ ਤੁਸੀਂ ਦੇਖੋ ਵੀ ਬਿਜਲੀ ਦਾ ਕੋਈ ਸਾਨੂੰ ਕੋਈ ਫਾਇਦਾ ਨਹੀਂ ਹੋ ਰਿਹਾ, ਉਲਟਾ ਬਿਆਨ ਕਹਿ ਦੇ ਰਹੇ ਕਰਤਾਰਪੁਰ ਲਾਂਘਾ ਪਾਕਿਸਤਾਨ ਸਮਕਾ, ਹੋਰ ਜਿਹੜੀ ਇੰਡਸਟਰੀ ਆਉਣੀ ਉਹਨੂੰ ਵੀ ਤੁਸੀਂ ਬ੍ਰੇਕਾਂ ਬੈਰੀਅਰ ਬਣੀ ਜਾਂਦੇ ਪਏ। ਇੱਥੇ ਪੰਜਾਬ 'ਚ ਹਾਲਾਤ ਖਰਾਬ ਹੋ ਸਕਦੇ, ਹਾਲਾਤ ਖਰਾਬ ਹੋ ਜਾ, ਤੁਸੀਂ ਬੈਰੀਅਰ ਬਣੀ ਜਾਂਦੇ। ਚਲੋ ਮੈਂ ਇੱਕ ਮਿੰਟ ਕੰਗ ਸਾਹਿਬ ਤੋਂ ਰਿਐਕਸ਼ਨ ਲੈ ਲਾ। ਕੰਗ ਸਾਹਿਬ, ਲਾਸਟ ਡਿਬੇਟ ਜਦੋਂ ਹੋਈ ਸੀ ਉਦੋਂ ਤੁਸੀਂ ਬੜੇ ਹੀ ਦਾਅਵੇ ਨਾਲ ਕਿਹਾ ਸੀ ਵੀ 2-4 ਦਿਨ ਦੇ ਵਿੱਚ ਹੋ ਜਾਊਗਾ, ਜੇ ਪੈਸਾ ਰੁਕਿਆ ਹੋਇਆ। ਮੈਨੂੰ ਲੱਗਦਾ 2-4 ਦਿਨ ਤਾਂ ਹੋ ਵੀ ਗਏ ਨੇ ਡਿਬੇਟ ਨੂੰ, ਹਲੇ ਵੀ 2100 ਕਰੋੜ ਰੁਪਈਆ ਉੱਥੇ ਦਾ ਉੱਥੇ ਹੀ ਖੜਾ। ਨਹੀਂ, ਉਹਦੇ ਲਈ ਕੱਲ ਪੰਜਾਬ ਦੇ ਫਾਈਨੈਂਸ ਮਿਨਿਸਟਰ ਨੇ ਟਾਈਮ ਮੰਗਿਆ ਨੈਸ਼ਨਲ ਫਾਈਨੈਂਸ ਮਿਨਿਸਟਰ ਕੋ, ਉਹ ਉਹਨਾਂ ਨੂੰ ਮਿਲਿਆ ਹੋਇਆ। ਉਹਦੇ 'ਚ ਕੀ ਡਿਸਪਿਊਟ ਹੈ ਉਹ ਸਾਹਮਣੇ ਆ ਜਾਊਗਾ, ਸਟੇਟ ਦਾ ਔਰ ਸੈਂਟਰ ਦਾ। ਲੇਕਿਨ ਜਿਹੜਾ ਸੈਂਟਰ ਜਿਹੜਾ ਸਟੇਟ ਦਾ ਪੈਸਾ, ਜਿਹੜੀ ਪਹਿਲਾਂ ਹੀ ਬੜੀ ਹਲਕੀ ਹੈ, ਬੜੀ ਆਰਥਿਕ ਮੰਦਹਾਲੀ ਚੋਂ ਗੁਜ਼ਰ ਰਹੀ ਹੈ, ਉਹਦੇ ਲਈ ਤਾਂ ਤਿਨਕਾ ਵੀ ਬੜੀ ਵੱਡੀ ਚੀਜ਼ ਹੁੰਦੀ ਹੈ, ਤਾਂ ਫਿਰ 2100 ਕਰੋੜ ਰੁਪਈਆ। ਹਰਪ੍ਰੀਤ ਜੀ, ਜਿਹੜਾ ਸਟੇਟ ਦਾ ਹੱਕ ਬਣਦਾ ਹੈ ਉਹ ਸੈਂਟਰ ਨੇ ਦੇਣਾ। ਸੈਂਟਰ ਦਾ ਕੋਈ ਆਸਾਨ ਨਹੀਂ ਆ, ਔਰ ਜੀਐਸਟੀ ਦਾ ਨੂੰ ਕੰਪਨਸੇਟ ਕਰਨਾ, ਇੱਕ ਤੇ ਇਹ ਗੱਲ ਵੀ ਸਮਝਣੀ ਪੈਣੀ, ਜੀਐਸਟੀ ਤੇ ਸਟੇਟ 'ਚ ਹੀ ਰਹਿ ਗਿਆ। ਦੂਸਰੀ ਜਿਹੜੀ ਗੱਲ ਸੁਖਦੇਵ ਸਿੰਘ ਜੀ ਕਹਿ ਰਿਹਾ ਵੀ ਬੜੀ ਕ੍ਰੈਡੀਬਿਲਿਟੀ ਦਿਖਾ ਰਿਹਾ ਅੱਜ ਸੁਬਰਾਮਨਿਅਮ ਸਵਾਮੀ ਦੀ ਸਟੇਟਮੈਂਟ ਤੇ। ਇਹ ਸੁਬਰਾਮਨਿਅਮ ਸਵਾਮੀ ਤੇ ਇਹ ਵੀ ਕਹਿੰਦੇ ਆ ਵੀ ਰਾਹੁਲ ਗਾਂਧੀ ਇੰਡੀਆ ਦਾ ਸਿਟੀਜ਼ਨ ਨਹੀਂ ਆ, ਔਰ ਨੈਸ਼ਨਲ ਹੈਰਾਲਡ ਵਾਲਾ ਕੇਸ ਵੀ ਉਹਨਾਂ ਨੇ ਪਾਇਆ ਆ, ਔਰ ਤੇ ਵੀ ਸੁਖਦੇਵ ਸਿੰਘ ਜੀ ਦੱਸ ਦੇਣ। ਦੇਖੋ, ਸੀਰੀਅਸ ਗੱਲ ਇਹ ਆ, ਪਿਛਲੇ 2 ਸਾਲਾਂ 'ਚ ਐਕਸਾਈਜ਼ ਦੀ ਇਨਕਮ ਵੀ ਘਟੀ ਆ ਸਾਡੀ, ਸਟਾਂਪ ਡਿਊਟੀ ਜਿਹੜੀ ਆ ਉਹ ਵੀ ਘਟੀ ਆ, ਉਹਦੀ ਇਨਕਮ ਵੀ ਘਟੀ ਆ, ਜਿਹੜੀਆਂ ਡਿਫਰੈਂਟ ਡਿਪਾਰਟਮੈਂਟਾਂ 'ਚ ਪੈਨਲਟੀਆਂ ਨਾਲ ਸਰਕਾਰ ਨੂੰ ਇਨਕਮ ਸੀ ਉਹ ਵੀ ਘਟੀ ਆ। ਇਸ ਤਰ੍ਹਾਂ ਸਰਕਾਰ ਦਾ ਜਿਹੜਾ ਮੈਕੈਨਿਜ਼ਮ ਹੈ, ਫਾਈਨੈਂਸ਼ੀਅਲ ਮੈਕੈਨਿਜ਼ਮ ਸਟੇਟ ਦਾ, ਉਹ ਫੇਲ ਹੋਇਆ। ਦੇਖੋ ਹਰਪ੍ਰੀਤ ਜੀ,
ਐਮਐਲਏ ਨੂੰ ਤਨਖਾਹਾਂ ਟਾਈਮਲੀ ਜਾ ਰਹੀਆਂ, ਕੈਬਨਿਟ ਮਿਨਿਸਟਰਾਂ ਨੂੰ ਜਾ ਰਹੀਆਂ, ਬਿਊਰੋਕਰੇਟਾਂ ਨੂੰ ਜਾ ਰਹੀਆਂ, ਜੱਜਾਂ ਨੂੰ ਜਾ ਰਹੀਆਂ, ਲਾਅ ਅਫਸਰਾਂ ਨੂੰ ਸਾਰਿਆਂ ਨੂੰ ਜਾ ਰਹੀਆਂ। ਜਿਹੜੀਆਂ ਸਾਡੀਆਂ ਨਾਨ ਟੀਚਿੰਗ ਜਾਂ ਟੀਚਰ ਯੂਨੀਅਨ ਜਾਂ ਹੋਰ ਜਿਹੜੇ ਥਰਡ ਜਾਂ ਫੋਰਥ ਕਲਾਸ EMPLOYE ਆ, ਉਹਨਾਂ ਦੀਆਂ ਤਨਖਾਹਾਂ ਦਾ ਇਹ ਇੱਕ ਤਰ੍ਹਾਂ ਦਾ ਪ੍ਰੋਪੋਗੰਡਾ ਕਰਕੇ ਉਹ ਸਾਰੀਆਂ ਗੱਲਾਂ ਠੀਕ ਹੈ। ਕੰਗ ਸਾਹਿਬ, ਤੁਹਾਨੂੰ ਨਹੀਂ ਲੱਗਦਾ ਕਿ ਤੁਸੀਂ ਤਾਂ ਖੁਦ ਮੌਕਾ ਦੇ ਰਹੇ ਹੋ? ਮਤਲਬ ਮੈਂ ਸਿਰਫ ਇੱਕ ਗੱਲ ਜਾਣਨਾ ਚਾਹਨਾ, ਜੇ ਅੱਜ 2100 ਕਰੋੜ ਰੁਪਈਆ ਨਾ ਰੁਕਦਾ ਤਾਂ ਘੱਟੋ ਘੱਟ ਜਵਾਬਦੇਹੀ ਪੰਜਾਬ ਸਰਕਾਰ ਦੀ ਹੁੰਦੀ ਕਿ ਤੁਸੀਂ ਕਿਉਂ ਨਹੀਂ ਦੇ ਰਹੇ ਪੈਸਾ। ਹੁਣ ਉਹਨਾਂ ਕੋਲ ਜਵਾਬਦੇਹੀ ਦੀ ਬਜਾਏ ਤਾਂ ਉਹ ਕਹਿ ਰਹੇ ਨੇ ਕਿ ਪੈਸਾ ਹੀ ਅਸੀਂ ਕੇਂਦਰ ਤੋਂ ਲੈਣਾ। ਅੱਜ ਫੈਕਟ ਜਾਂ ਫਿਗਰਸ ਦੀ ਅਸੀਂ ਗੱਲ ਤਾਂ ਕਰਦੇ ਹਾਂ ਕਿ ਇੱਕ ਲੇਮੈਨ ਨੂੰ, ਇੱਕ ਆਮ ਆਦਮੀ ਨੂੰ ਇਹਨਾਂ ਫੈਕਟਸ ਤੇ ਫਿਗਰ ਦੀ ਸਮਝ ਹੈਗੀ ਹੈ ਕਿ ਕਿੰਨਾ ਪੈਸਾ ਲੈਣਾ? ਹੁਣ ਤਾਂ ਐਂ ਲੱਗਦਾ ਕਿ ਸਾਰਾ ਦਾ ਸਾਰਾ ਪੈਸਾ ਹੀ ਕੇਂਦਰ ਨੇ ਰੱਖ ਲਿਆ ਕਿਉਂਕਿ ਉੱਥੇ ਬੀਜੇਪੀ ਦੀ ਸਰਕਾਰ ਹੈ, ਇੱਥੇ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਦੀ ਸਰਕਾਰ ਹੈ, ਇਸ ਕਰਕੇ ਪੈਸਾ ਨਹੀਂ ਮਿਲ ਰਿਹਾ। ਇਹੀ ਤੇ ਭੰਬਲ ਭੂਸਾ ਪਾਇਆ ਜਾ ਰਿਹਾ। ਮੈਂ ਇਹੀ ਤੇ ਗੱਲ ਕਹਿ ਰਿਹਾ, ਸੈਂਟਰ ਦਾ ਤੇ ਕੁਛ ਨਾ ਕੁਛ ਇਸ਼ੂਆਂ ਤੇ ਡਿਸਪਿਊਟ ਹੈ ਸਟੇਟ ਨਾਲ, ਔਰ ਸੈਂਟਰ ਸਟੇਟ ਦਾ ਪੈਸਾ ਰੋਕ ਨਹੀਂ ਸਕਦਾ। ਇਹ ਵਾਰ-ਵਾਰ ਮੈਂ ਗੱਲ ਉਦੋਂ ਵੀ ਕਹੀ ਸੀ, ਇਹ ਚ ਫੈਡਰਲ ਢਾਂਚੇ ਚ ਕਿਸੇ ਤਰ੍ਹਾਂ ਦਾ ਕੋਈ ਰੋਕ ਨਹੀਂ ਸਕਦਾ, ਡਿਲੇ ਹੋ ਸਕਦਾ। ਪਹਿਲਾਂ 1 ਮਹੀਨੇ ਬਾਅਦ ਜਿਹੜਾ ਕੰਪਨਸੇਟ ਕੀਤਾ ਜਾਂਦਾ ਸੀ, ਉਹ ਫਿਰ ਇਹਨਾਂ ਦਾ ਐਗਰੀਮੈਂਟ ਹੋਇਆ ਸਟੇਟ ਦਾ ਵੀ 2 ਮਹੀਨੇ ਕਰ ਦਿੱਤਾ ਜਾਊਗਾ। ਉਹ ਜਿਹੜਾ ਇੱਕ ਐਗਰੀਮੈਂਟ ਸਟੇਟ ਔਰ ਸੈਂਟਰ ਦਾ ਹੋਇਆ, ਇੱਕ ਪ੍ਰੋਪੇਗੈਂਡਾ 2100 ਕਰੋੜ ਨੂੰ ਲੈ ਕੇ ਹੋ ਰਿਹਾ। 2100 ਕਰੋੜ ਕਰਕੇ ਸਾਰਾ ਸਟੇਟ ਚ ਫਾਈਨੈਂਸ਼ੀਅਲ ਐਮਰਜੈਂਸੀ ਦੇ ਹਾਲਾਤ ਕਿਸ ਤਰ੍ਹਾਂ ਬਣ ਸਕਦੇ, ਆਪਾਂ ਸਾਰੇ ਸਮਝਦਾਰ ਹਾਂ ਇਸ ਗੱਲ ਨੂੰ। ਮੈਨੂੰ ਲੱਗਦਾ ਸੁਖਦੇਵ ਸਿੰਘ, ਪਹਿਲੇ ਦਿਨ ਤੋਂ ਮਨਪ੍ਰੀਤ ਸਿੰਘ ਦਾ ਜਿਹੜੀ ਬਾਡੀ ਲੈਂਗੁਏਜ, ਜਿਹੜੇ ਫਾਈਨੈਂਸ ਮਿਨਿਸਟਰ ਹੈ, ਉਹ ਤੁਸੀਂ ਕਦੀ ਪੋਜ਼ਿਟਿਵ ਦਿਖੇ ਹੀ ਨਹੀਂ ਹੈ ਸਟੇਟ ਲਈ। ਜਿਸ ਤਰੀਕੇ ਨਾਲ ਸਾਡਾ ਗਵਾਂਢੀ ਸੂਬਾ ਹੈ, ਉਹਨੇ ਟੌਪ ਕੀਤਾ ਹੈ GST ਕਲੈਕਸ਼ਨ ਚ, ਅਸੀਂ ਸਭ ਤੋਂ ਪਿਛੜ ਗਏ। ਸਾਨੂੰ ਸਬਕ ਲੈਣਾ ਚਾਹੀਦਾ, ਕਿਉਂਕਿ ਇੱਕ ਤੇ ਮੋਨੀਟਰਿੰਗ ਦੀ ਕਮੀ ਆ, ਫੋਕਸ ਨਹੀਂ ਆ, ਕੰਮ ਤੇ ਧਿਆਨ ਨਹੀਂਗਾ, ਹੋਰ ਦੂਜੇ ਮਸਲਿਆਂ 'ਚ ਜਿਹੜੀ ਸਰਕਾਰ ਦੇ ਜਿਹੜੇ ਵਜ਼ੀਰ ਹੈ ਵੱਡੇ ਵੱਡੇ, ਉਰਦੂ ਦੀ ਸ਼ਹਿਰੋ ਸ਼ਾਇਰੀ, ਬਾਹਰ ਘੁੰਮਣਾ, ਅੰਦਰ ਘੁੰਮਣਾ, ਆਪਣਾ ਕਾਟੋ ਕਲੇਸ਼ ਜਿਹੜਾ ਸਰਕਾਰ ਦਾ ਹੈ, ਐਡਵਾਈਜ਼ਰ ਲਾ ਤੇ ਇਹਨਾਂ 'ਚ ਘਿਰੀ ਹੋਈ ਆ। ਗਵਰਨੈਂਸ ਵਾਲੇ ਪਾਸੇ ਧਿਆਨ ਨਹੀਂ ਹੈਗਾ। ਠੀਕ ਹੈ, ਇੱਕ ਛੋਟੇ ਜਿਹੇ ਬ੍ਰੇਕ ਲਈ ਰੁਕ ਰਹੇ ਹਾਂ। ਬ੍ਰੇਕ ਤੋਂ ਬਾਅਦ ਜਲਦ ਹਾਜ਼ਰ ਹੁੰਦੇ ਹਾਂ। ਬ੍ਰੇਕ ਤੋਂ ਬਾਅਦ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ। ਪੰਜਾਬ ਦੇ ਵਿੱਚ ਕਹਿੰਦੇ ਨੇ ਕਿ ਫਾਈਨੈਂਸ਼ੀਅਲ ਐਮਰਜੈਂਸੀ ਵਰਗੇ ਹਾਲਾਤ ਬਣ ਗਏ ਨੇ ਔਰ ਇਹਨਾਂ ਹਾਲਾਤਾਂ ਦੇ ਲਈ ਪੰਜਾਬ ਸਰਕਾਰ ਹੀ ਜ਼ਿੰਮੇਵਾਰ ਹੈ। ਬਾਕੀ ਤਰ੍ਹਾਂ ਕਹਿ ਰਹੀਆਂ ਨੇ, ਭਾਵੇਂ ਉਹ ਅਕਾਲੀ ਦਲ ਹੋਵੇ ਜਾਂ ਆਮ ਆਦਮੀ ਪਾਰਟੀ ਹੋਵੇ, ਕਿਉਂਕਿ ਮਿਸਮੈਨੇਜਮੈਂਟ ਵੱਡੀ ਹੈਗੀ ਹੈ ਕਿ ਜਦੋਂ ਤੁਸੀਂ ਟਾਰਗੇਟ 100 ਦਾ ਕੀਤਾ ਹੋਵੇ ਤੇ ਰੁਪਈਏ ਤੁਹਾਨੂੰ 15 ਵਾਪਸ ਆਣ, ਤੇ ਐਡਾ ਵੱਡਾ ਲੀਕੇਜ ਕਿੱਥੇ ਹੋਇਆ, ਇਸ ਪ੍ਰਤੀ ਕਿਸੇ ਦੀ ਜ਼ਿੰਮੇਵਾਰੀ ਨਹੀਂ ਤੈਅ ਕੀਤੀ ਗਈ। ਇਸੇ ਕਰਕੇ ਘਾਟਾ ਦਿਨ ਬ ਦਿਨ ਵੱਧਦਾ ਜਾ ਰਿਹਾ। ਇਸੇ ਤੇ ਵਿਚਾਰ ਚਰਚਾ ਜਾਰੀ। ਹਾਂਜੀ ਸੁਖਦੇਵ ਜੀ, 2 ਸਵਾਲ ਨੇ ਜਿਹੜੇ ਲਗਭਗ ਸਾਰੇ ਹੀ ਬੁਲਾਰਿਆਂ ਨੇ ਪੁੱਛੇ ਨੇ ਤੁਹਾਡੇ ਤੋਂ। ਪਹਿਲੀ ਗੱਲ ਇਹ ਕਿ ਜਿਹੜੇ 1200 ਕਰੋੜ ਰੁਪਏ ਦੀ ਅਸੀਂ ਵਾਰ-ਵਾਰ ਤੁਸੀਂ ਦਾਅਵਾ ਕਰਦੇ ਹੋ ਕਿ ਕੇਂਦਰ ਸਾਨੂੰ ਦੇ ਨਹੀਂ ਰਹੀ 2100 ਕਰੋੜ ਰੁਪਈਆ, ਜੇ ਉਹ 2100 ਕਰੋੜ ਰੁਪਈਆ ਤੁਹਾਨੂੰ ਮਿਲ ਵੀ ਜਾਂਦਾ, ਕੀ ਸਾਰੀਆਂ ਦੇਣਦਾਰੀਆਂ ਭੁਗਤਾਨ ਹੋ ਜਾਏਗਾ? ਕੀ ਸਰਕਾਰ ਇੰਨੇ ਸਮਰਥ ਹੋ ਜਾਏਗੀ ਕਿ ਸਾਰਿਆਂ ਦੇ ਮੂੰਹ ਬੰਦ ਹੋ ਜਾਣਗੇ, ਸਾਰਿਆਂ ਦੇ ਖੀਸੇ 'ਚ ਪੈਸੇ ਚਲੇ ਜਾਣਗੇ? ਪਹਿਲਾ ਸਵਾਲ। ਦੂਜਾ ਸਵਾਲ ਹਲੇ ਵੀ ਉੱਥੇ ਖੜਿਆ, GST ਕਲੈਕਸ਼ਨ ਦੇ ਵਿੱਚ ਥੋੜੀ ਬਹੁਤੀ ਗਿਰਾਵਟ ਤਾਂ ਮੰਨੀ ਜਾ ਸਕਦੀ ਹੈ, 10, 15, 20, 22, 25 ਇੰਨੀ ਤਾਂ ਮੰਨੀ ਜਾ ਸਕਦੀ ਹੈ, ਪਰ 44% ਕਲੈਕਸ਼ਨ ਘੱਟ ਹੋਣਾ ਸਿੱਧਾ ਅਸਰ ਮਾਲੀਏ ਤੇ ਪੈਂਦਾ ਕਿ ਨਹੀਂ ਪੈਂਦਾ? ਦੇਖੋ, ਸਭ ਤੋਂ ਪਹਿਲਾਂ ਤਾਂ ਨਾ ਮੈਂ ਇੱਕ ਗੱਲ ਉਹ ਜਵਾਬ ਦੇਣਾ ਪਸੰਦ ਕਰੂੰਗਾ ਵੀ ਕੰਬੋਜ ਸਾਹਿਬ ਮੇਰੇ ਵੱਡੇ ਭਰਾ, ਮੈਂ ਬੜਾ ਸਤਿਕਾਰ ਕਰਦਾ, ਬੜੇ ਸੀਨੀਅਰ ਪੋਲੀਟੀਸ਼ੀਅਨ ਨੇ, ਪਰ ਉਹ ਆਪਣੇ ਜਦੋਂ ਅੰਕੜੇ ਪੇਸ਼ ਕਰ ਰਹੇ ਹਨ, ਉਹ ਉਹਨਾਂ ਦੇ ਆਪਣੇ ਅੰਕੜੇ ਡਿਫਰ ਕਰਦੇ ਆ। ਜੋ ਆਪਣੇ ਅੰਕੜਿਆਂ ਦਾ ਹਿਸਾਬ ਕਿਤਾਬ ਲਾ ਦੇਣ ਨਾ, ਉਹ ਆਪਦੀ ਗੱਲ ਨੂੰ ਜਸਟੀਫਾਈ ਨਹੀਂ ਕਰ ਪਾਉਣਗੇ। ਠੀਕ ਹੈ, ਉਹ ਮੇਰੇ ਵੱਡੇ ਭਰਾ ਨੇ, ਮੈਂ ਪਰ ਉਹਨਾਂ ਨੂੰ ਇਹਨਾਂ ਕੋਲ ਕਹਿੰਦਾ ਮੈਨੂੰ ਚੰਗਾ ਤਾਂ ਲੱਗਦਾ ਨਹੀਂ, ਪਰ ਮੈਨੂੰ ਇਹ ਕਿਉਂਕਿ ਜਦੋਂ ਡਿਬੇਟ ਤੇ ਬੈਠੇ ਕਹਿਣਾ ਤਾਂ ਮੈਨੂੰ ਪੈਣਾ ਹੈ। ਇਸ ਕਰਕੇ ਦੂਜੀ ਗੱਲ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਨਾ, ਜੇ ਤੁਸੀਂ ਇੱਕ ਜਿਹੜੀ ਗੱਲ ਨੂੰ ਬਾਰ-ਬਾਰ ਕਹਿ ਰਹੇ ਹੋ ਕਿ ਇਹ ਸਾਡੇ ਕੰਗ ਸਾਹਿਬ ਕਹਿ ਕੇ ਗੁਆਂਢੀ ਸੂਬੇ ਦੇ ਤਾਂ ਆਪਦੀ 42% ਉਹ ਹੈ ਆਪਣੀ ਜਿਹੜੀ GST ਦੀ ਕਲੈਕਸ਼ਨ ਘਟੀ ਹੈ। ਹਿਮਾਚਲ ਦੀ, ਸਾਡਾ ਗੁਆਂਢੀ ਸੂਬਾ ਹਿਮਾਚਲ ਹੈਗਾ, ਉਹਦੀ ਆਪਣੀ ਘਟੀ ਹੈ। ਇਸ ਕਰਕੇ ਵੀ ਜਿਹੜੀਆਂ ਇਹ ਗੱਲਾਂ ਆਪਾਂ ਇੱਥੇ ਆੜ ਕੇ ਬੈਠ ਕੇ ਇਲਜ਼ਾਮਬਾਜ਼ੀ ਕਰਨੀ, ਇਲਜ਼ਾਮ ਤਰਾਸ਼ੀ ਕਰਨੀ, ਇਹਨਾਂ ਗੱਲਾਂ ਦੇ ਨਾਲ ਉਹ ਕੁਝ ਨਹੀਂ ਬਣਦਾ। ਜਦੋਂ ਤੱਕ ਉਹ ਗੱਲ ਕਰਜ਼ੇ ਦੀ ਕਰਕੇ ਗਏ ਨੇ, ਗੱਲ ਫੈਕਟਸ ਦੀ ਵੀ ਤਾਂ ਹੈਗੀ ਹੈ। ਮੈਂ ਇੱਕ ਮਿੰਟ ਤੁਹਾਨੂੰ 30,000 ਦਾ ਤੁਹਾਨੂੰ ਇਹ ਫਿਕਰ ਉਹ ਸਾਡੇ ਤੇ ਜਾਂਦੇ ਸਰਕਾਰ ਉਹਨਾਂ ਦੀ ਖਤਮ ਟੈਨੂਰ ਹੋਣ ਤੋਂ ਬਾਅਦ ਛੱਡ ਗਏ। ਸੁਖਦੇਵ ਸਿੰਘ ਜੀ, ਮੈਂ ਨਹੀਂ ਗੱਲ ਦੱਸੋ ਨਾ, ਤੁਹਾਨੂੰ ਇਹ ਫਿਕਰ ਨਹੀਂ ਲੱਗਦਾ ਕਿ 44% GST ਦੀ ਕਲੈਕਸ਼ਨ ਘੱਟ ਹੋਈ ਹੈ? ਉਹ ਫਿਕਰ ਨਹੀਂ ਹੈ। ਵੈਸੇ ਵੀ ਅਸੀਂ ਟੋਟਲ ਜਿਹੜਾ ਹੈਗਾ 5500 ਕਰੋੜ ਰੁਪਏ ਦਾ ਸਾਡਾ ਜਿਹੜਾ ਹੈਗਾ ਵਿਆਜ ਚ ਲੈ ਜਾਂਦਾ। ਇਸ ਕਰਕੇ ਜਿਹੜੀਆਂ ਕਿ ਪੁਰਾਣੀਆਂ ਦੇਣਦਾਰੀਆਂ ਨੇ, ਜਿਹੜੇ ਪੁਰਾਣੇ ਕੀ ਕਰਜ਼ੇ ਨੇ, ਔਰ ਮੈਂ ਇਹਨਾਂ ਨੂੰ ਇਹ ਗੱਲ ਦੱਸ ਦਿੰਦਾ ਵੀ ਜੇ ਉਹ ਆਪਣਾ ਹਿਸਾਬ ਲਾ ਦੇਣ ਵੀ ਜਦੋਂ 2002 ਦੇ ਵਿੱਚ ਉਹਨਾਂ ਨੂੰ ਜਦੋਂ ਸਰਕਾਰ 2007 ਚ ਸਰਕਾਰ ਛੱਡ ਕੇ ਗਏ ਕੈਪਟਨ ਅਮਰਿੰਦਰ ਸਿੰਘ, ਉਦੋਂ ਕਿੰਨਾ ਕਰਜ਼ਾ ਸੀ, ਉਦੋਂ ਪਹਿਲਾਂ ਇਹ 97 ਦਾ ਕਿੰਨਾ ਦੇ ਕੇ ਗਏ ਸੀ, ਇਹਦਾ ਵੀ ਹਿਸਾਬ ਲੈ ਲੈਣ, ਸਾਰਾ ਕੁਝ ਸਾਹਮਣੇ ਆ ਜਾਊਗਾ। ਇਸ ਕਰਕੇ ਇੱਥੇ ਬੈਠ ਕੇ ਆਪਾਂ ਅੰਕੜਿਆਂ ਨੂੰ ਤੋੜ ਕੇ ਮੇਰੇ 2 ਸਵਾਲਾਂ ਦਾ ਜਵਾਬ ਦੇ ਦਿਓ, ਕਿਉਂਕਿ ਉਹਦਾ ਕਿਸੇ ਨੇ ਹਿਸਾਬ ਹੀ ਨਹੀਂ ਲਾਉਣਾ। ਸੁਖਦੇਵ ਸਿੰਘ ਜੀ, ਇੱਕ ਮਿੰਟ, ਸੁਖਦੇਵ ਸਿੰਘ ਜੀ ਹੁਣ ਸੁਣ ਲਓ। ਆਪਾਂ ਕੋਈ ਸਟੇਟ ਦਾ ਭਲਾ ਨਹੀਂ ਕਰ ਰਹੇ, ਆਪਾਂ ਸਟੇਟ ਦੇ ਜਿਹੜੇ ਹੈਗੇ ਸਾਡੇ
ਸੂਝਵਾਨ ਲੋਕ ਆ, ਉਹਨਾਂ ਨੂੰ ਆਪਾਂ ਕਨਫਿਊਜ਼ ਕਰਨ ਠੀਕ ਦੇ ਹੈ, ਉੱਤੇ ਠੀਕ ਲੱਗੇ ਹੈ, ਹੋਏ ਸੁਖਦੇਵ ਆ। ਸਿੰਘ ਇਸ ਕਰਕੇ ਐਡਾ ਦੀ ਕੋਈ ਇਹੋ ਜਿਹੀ ਗੱਲ ਨਹੀਂ, ਕੋਈ ਫਾਈਨੈਂਸ਼ੀਅਲ ਐਮਰਜੈਂਸੀ ਵਾਲੀ ਗੱਲ ਨਹੀਂ, ਕੋਈ ਫਾਈਨੈਂਸ਼ੀਅਲ ਪ੍ਰੋਬਲਮ ਨਹੀਂ, ਗੱਲ ਨਹੀਂ। ਹਰ ਸੂਬੇ ਦੇ ਵਿੱਚ ਇਹ ਪਿਛਲੇ ਸਮਿਆਂ ਦੇ ਵਿੱਚ ਵੀ ਪ੍ਰੋਬਲਮਾਂ ਆਉਂਦੀਆਂ ਰਹੀਆਂ, ਇਹ ਹੁਣ ਵੀ ਆਈ ਹੈ। ਠੀਕ ਹੈ, ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ, ਜਦੋਂ ਇਹ ਅੱਜ ਕੰਗ ਸਾਹਿਬ, ਮੈਨੂੰ ਇੱਕ ਗੱਲ ਦੀ ਬੜੀ ਖੁਸ਼ੀ ਹੋਈ ਵੀ ਇਹ ਸੁਬਰਾਮਨਿਅਮ ਦੀ ਕ੍ਰੈਡੀਬਿਲਿਟੀ ਨਹੀਂ ਮੰਨਦੇ। ਚਲੋ ਧੰਨਵਾਦ ਕੰਗ ਸਾਹਿਬ, ਅਸੀਂ ਅੱਗੇ ਤੋਂ ਸੁਬਰਾਮਨਿਅਮ ਸਵਾਮੀ ਨੂੰ ਕੋਟ ਹੀ ਨਹੀਂ ਕਰਾਂਗੇ, ਕਿਉਂਕਿ ਜਦੋਂ ਤੁਸੀਂ ਮੰਨਦੇ ਹੋ ਵੀ ਆਪਦੀ ਪਾਰਟੀ ਦਾ, ਤੁਹਾਡੀ ਦਾ ਐਮਪੀ ਹੈ ਜਿਹੜਾ, ਉਹਦੀ ਆਪਦੀ ਕ੍ਰੈਡੀਬਿਲਿਟੀ ਜ਼ੀਰੋ ਤੇ ਖੜੀ ਹੈ, ਫਿਰ ਸਾਨੂੰ ਉਹਨੂੰ ਕੋਟ ਕਰਨ ਦੀ ਲੋੜ ਵੀ ਕੀ ਪੈਂਦੀ ਹੈ, ਜਾਂ ਸਾਨੂੰ ਲੋੜ ਵੀ ਕੀ ਬਣਦੀ ਹੈ। ਸੁਖਦੇਵ ਸਿੰਘ, ਹੁਣ ਕਿਉਂਕਿ ਮੇਰੀ ਵੀ ਗੱਲ ਸੁਣ ਜਿਹੜੇ ਲਓ, ਉਹ ਸਪਸ਼ਟ ਬੋਲਦੇ ਮੈਨੂੰ ਲੱਗਦਾ ਆ, ਸੁਖਦੇਵ ਔਰ ਜੀ ਉਹ ਕੋਲ ਜਿਹੜੇ ਆਵਾਜ਼ ਨਹੀਂ ਜਾ ਰਹੀ, ਜਰਾ ਚੈੱਕ ਕਰ ਲਿਓ, ਜਾਂ ਉਹ ਸੁਣਨਾ ਨਹੀਂ ਚਾਹੁੰਦੇ। ਉਹ ਬਿਲਕੁਲ ਸਹਿਰਦਾ। ਇਹ 2 ਤਿਮਾਹੀਆਂ ਸਾਡੀਆਂ ਹੋਈਆਂ, 2 ਤਿਮਾਹੀਆਂ ਦੇ ਵਿੱਚ, ਅਗਲੀਆਂ ਦੇ ਵਿੱਚ ਅਸੀਂ ਆਪਣੇ ਟਾਰਗੇਟ ਵੀ ਪੂਰੇ ਕਰਾਂਗੇ, ਆਪਣੀਆਂ ਦੇਣਦਾਰੀਆਂ ਵੀ ਪੂਰੀਆਂ ਕਰਾਂਗੇ, ਆਪਣੇ ਜਿਹੜੇ ਡਿਵੈਲਪਮੈਂਟ ਦੇ ਕੰਮ ਵੀ ਪੂਰੇ ਕਰਾਂਗੇ। ਅੱਛਾ ਸੁਖਦੇਵ ਜੀ, ਮੈਂ ਇੱਕ ਮਿੰਟ, ਮੇਰਾ ਇੱਕ ਸਵਾਲ ਦੇ ਲਿਓ। ਤੁਸੀਂ ਇਹ ਕਹਿ ਰਹੇ ਹੋ ਕਿ ਪਿਛਲੀਆਂ ਸਰਕਾਰਾਂ ਦਾ ਇਹ ਉਹ ਦੋ ਸਵਾਲ ਸਿਰਫ ਬੜੇ ਸਿੰਪਲ ਜੇ, ਕਿ ਜਦੋਂ ਤੁਸੀਂ ਸਰਕਾਰ ਬਣਾਣੀ ਸੀ ਜਾਂ ਜਦੋਂ ਇਲੈਕਸ਼ਨ ਮੋਡ ਦੇ ਵਿੱਚ ਸੀਗੀਆਂ ਪਾਰਟੀਆਂ, ਉਦੋਂ ਤੁਸੀਂ ਬੜੇ ਦਾਅਵੇ, ਬੜੇ ਵਾਅਦੇ ਕੀਤੇ ਕਿ ਸਾਨੂੰ ਸਾਰੀ ਸਮਝ ਹੈਗੀ ਹੈ, ਪੈਸਾ ਕਿੱਥੋਂ ਕਲੈਕਟ ਕਰਨਾ, ਕਿੱਥੋਂ ਆਏਗਾ, ਮਾਲੀਆ ਕਿੱਥੋਂ ਆਏਗਾ, ਉਹ ਅਸੀਂ ਸਾਰਾ ਹਿਸਾਬ ਕਿਤਾਬ ਲਾ ਲਿਆ, ਸਾਡੇ ਕੋਲ ਸਾਰੇ ਜੰਤਰ ਮੰਤਰ ਤੰਤਰ ਹੈਗੇ ਨੇ, ਅਸੀਂ ਸਾਰਾ ਪੈਸਾ ਇਕੱਠਾ ਕਰ ਲਵਾਂਗੇ। ਹੁਣ ਉਹ ਜੰਤਰ ਮੰਤਰ ਕਿੱਥੇ ਗਿਆ? ਕਿ ਅੱਜ ਲੋਕ ਜਿਹੜੇ ਤੁਹਾਡੇ ਤੋਂ ਸਵਾਲ ਪੁੱਛਦੇ ਨੇ, ਕਿ ਉਹ ਜਾ ਕੇ ਪਿਛਲੀ ਸਰਕਾਰ ਤੋਂ ਪੁੱਛਣ, ਕਿਉਂਕਿ ਪਿਛਲੀ ਸਰਕਾਰ ਪੈਸਾ ਛੱਡ ਗਈ ਹੈ। ਤੁਸੀਂ ਇਲੈਕਸ਼ਨ ਮੋਡ ਚੋਂ ਨਿਕਲ ਕੇ 2.5 ਤੋਂ 3 ਸਾਲ ਹੋ ਚੁੱਕੇ ਨੇ ਸਰਕਾਰ ਨੂੰ, ਕੀ ਇਹ ਤਰਕ ਵਾਜਬ ਹੈ ਕਿ ਪਿਛਲੀਆਂ ਸਰਕਾਰਾਂ ਛੱਡ ਗਈਆਂ? ਕੀ ਸਰਕਾਰਾਂ ਹੈ ਨਾ, ਜੇ ਇੱਕ ਮਿੰਟ ਅਸੀਂ ਸਾਰੇ ਜੰਤਰ ਮੰਤਰ ਤੰਤਰ ਤੁਹਾਡੀ ਗੱਲ ਹੀ ਮੰਨ ਕੇ ਚੱਲੀਏ, ਲਾ ਲੇ, ਪਰ ਜਿਹੜਾ ਜਾਂਦੇ ਹੋਏ ਇਹਨਾਂ ਦੀ ਸਰਕਾਰ ਖਤਮ ਤੇ ਟੰਨੂ ਮੰਨ ਕੇ ਚੱਲੋ ਫੇਲ ਹੈ, ਫਿਰ ਜੰਤਰ ਮੰਤਰ ਤੁਹਾਡੇ ਫੇਲ ਹੋ ਗਏ ਤੁਹਾਡੇ ਸਾਰੇ ਜੰਤਰ ਮੰਤਰ ਜਿਹੜੇ ਲਾਏ ਸੀ। ਸੁਖਦੇਵ ਸਿੰਘ, ਮੰਨ ਕੇ ਚੱਲੀਏ ਜਿੰਨੀ ਕੋਸ਼ਿਸ਼ ਕਰ ਸਕਦੇ ਤੁਸੀਂ ਫੇਲ ਹੋ ਗਏ। ਆਪ ਜੇ ਕਹਿੰਦੇ ਆ ਵੀ ਇੱਕ ਤੁਸੀਂ ਹੁਣ ਫੇਲ ਹੋ ਗਏ, ਸਾਰੀਆਂ ਕੋਸ਼ਿਸ਼ਾਂ ਇੱਕ ਦਿਨ ਦੇ ਵਿੱਚ ਸਾਰੀਆਂ ਕੋਸ਼ਿਸ਼ਾਂ ਕਰਨੀਆਂ, ਸਾਰੀਆਂ ਕੋਸ਼ਿਸ਼ਾਂ ਕਰਨੀਆਂ, ਕਰਜ਼ਾ ਹੀ ਨਹੀਂ ਮੰਨਦੇ, ਜਾਂ ਉਹਨੂੰ ਤੁਸੀਂ ਸਾਡੀ ਆਰਥਿਕਤਾ ਜਿੰਨੀ ਬੁਰੀ ਤਰ੍ਹਾਂ 31000 ਕਰੋੜ ਨੇ ਸਾਰਾ ਨੁਕਸਾਨ ਕੀਤਾ, ਔਰ ਉਹਦੇ ਵਾਸਤੇ ਜਿਵੇਂ ਸਾਡੇ ਇੱਕ ਆਮ ਆਦਮੀ ਪਾਰਟੀ ਦੇ ਕਹਿੰਦੇ ਲੌਬਿਸਟ, ਇਹ ਅਮਰੀਕਨ ਸਿਸਟਮ ਦੀ ਗੱਲ ਕਰਦੇ ਆ ਵੀ ਉੱਥੇ ਲੌਬਿਸਟ ਹੁੰਦੇ ਆ, ਵੀ ਇਹ ਤਾਂ ਕਹਿੰਦੇ ਆ ਵੀ ਅਸੀਂ ਸਟੇਟ ਦੀ ਜਿਹੜੀ ਹੈਗੀ ਹੈ ਇਹ ਮੰਗਤੀ ਬਣ ਜੇ, ਅਸੀਂ ਭਿਖਾਰੀ ਬਣ ਜਾਈਏ, ਰੋਜ਼ ਜਾ ਕੇ ਉੱਥੇ ਠੂਠਾ ਲੈ ਕੇ ਹਰ ਇੱਕ ਦੇ ਦੁਆਰੇ ਘੁੰਮੀਏ ਵੀ ਤੁਹਾਨੂੰ ਪੈਸੇ ਦਿਓ। ਇਹ ਬਿਲਕੁਲ ਗਲਤ ਇਹਨਾਂ ਦੀ ਅਪਰੋਚ ਹੈ। ਸਾਡੇ ਆਪਣਾ ਪੈਸਾ ਸੂਬੇ ਦੇ ਮੁੱਖ ਮੰਤਰੀ ਸਾਹਿਬ, ਸਾਡੇ ਖਜ਼ਾਨਾ ਮੰਤਰੀ ਸਾਹਿਬ, ਸਾਡੇ ਹੋਰ ਅਫਸਰ ਸਾਹਿਬਾਨ, ਪ੍ਰਾਈਮ ਮਿਨਿਸਟਰ ਨੂੰ ਵੀ ਨਾ ਇਸ਼ੂ ਤੇ ਫਾਈਨਾਂਸ ਮਿਨਿਸਟਰ ਨੂੰ ਵੀ ਨਾ ਮਿਲ ਚੁੱਕੇ ਆ, ਔਰ ਗਾਹੇ ਬਗਾਹੇ ਜਿਹੜੇ ਇਹਨਾਂ ਦੇ ਅਫਸਰ ਸਾਹਿਬ ਹੈ ਨਾ ਉਹਨਾਂ ਨੂੰ ਵੀ ਮਿਲ ਚੁੱਕੇ ਆ, ਔਰ ਇਵਨ ਫੂਡ ਮਿਨਿਸਟਰ ਨੂੰ ਵੀ। ਚਲੋ ਹੁਣ ਮੈਨੂੰ ਰਿਐਕਸ਼ਨ ਲੈ ਲਓ। ਚਲੋ ਠੀਕ ਹੈ, ਹਾਂਜੀ ਉਹਦੇ ਵਾਸਤੇ ਆਲਰੇਡੀ ਜਿਹੜੇ ਕੰਬੋਜ ਸਾਹਿਬ, ਐਂ ਲੱਗਦਾ ਕਿ ਸਾਰਾ ਠੀਕਰਾ ਸਾਡੇ ਮੰਤਰੀ ਪਿਛਲੇ 10 ਸਾਲਾਂ 'ਚ ਜਾਂ ਕੇਂਦਰ ਸਰਕਾਰ ਤੇ ਹੀ ਭੰਨਿਆ ਜਾਂਦਾ ਹੈ। ਇਹ ਮੈਨੂੰ ਨਹੀਂ ਪਤਾ ਹੁਣ ਇਹ ਤਰਕ ਜਾਂ ਬਹਾਨੇ ਐਫਰਟਸ ਕਰਦੇ ਆ, ਉਪਰਾਲੇ ਕਰਦੇ ਆ। ਹੁਣ ਵੀ ਸਾਡੇ ਜਿਹੜੇ ਫਾਈਨਾਂਸ ਮਿਨਿਸਟਰ ਸਾਹਿਬ ਨੇ ਹੈ, ਔਰ ਉਹ ਜਿਹੜਾ ਹੈਗਾ ਟਾਈਮ ਉਹਨਾਂ ਤੋਂ ਮੰਗਿਆ ਗਿਆ। ਔਰ ਦੂਜੀ ਗੱਲ ਮੈਂ ਇੱਕ ਕਲੀਅਰ ਕਰ ਦੂੰਗਾ, ਕਰਨੀ ਚਾਹੁੰਦਾ ਵੀ ਤੁਸੀਂ ਜਿਹੜਾ 2100 ਕਰੋੜ ਦਾ ਭੰਬਲ ਪੂਸਾ ਬਣਿਆ, 2100 ਕਰੋੜ ਦੀ ਉਹ 4100 ਕਰੋੜ ਹੈ, ਔਰ ਇੱਥੇ ਅਸੀਂ ਬਹਿ ਕੇ ਕਹੀਏ ਵੀ ਉਹ ਨਹੀਂ, ਉਹਦਾ ਕੋਈ ਡਿਸਪਿਊਟ ਹੈ, ਕੋਈ ਡਿਸਪਿਊਟ ਨਹੀਂ। ਪਹਿਲਾਂ ਸੈਂਟਰ ਦੀ ਗਵਰਨਮੈਂਟ ਨੇ ਕਿਹਾ ਸੀ ਅਸੀਂ ਮਹੀਨੇ ਦੇ ਮਹੀਨੇ ਕਰਾਂਗੇ, ਕਲੀਅਰ ਕਰਿਆ ਕਰਾਂਗੇ, ਫਿਰ ਉਹਨਾਂ ਨੇ 2 ਮਹੀਨੇ ਤੇ ਆ ਗਏ, ਹੁਣ 2 ਮਹੀਨੇ ਤੋਂ ਚਲੋ ਠੀਕ ਹੈ, ਮੈਨੂੰ ਹੁਣ ਟਾਈਮ ਦੇ ਦਿਓ। ਹਾਂਜੀ ਤੁਸੀਂ ਸ਼ੁਰੂ ਕਰੋ। ਮਿੱਥਿਆ ਵਾ ਟੀਚਾ ਹੈ ਅਸੀਂ 2 ਮਹੀਨੇ ਬਾਅਦ ਕਰਾਂਗੇ, ਅਸੀਂ ਤਾਂ ਉਹ ਵੀ ਸੂਬੇ ਨੇ ਮੰਨ ਲਿਆ ਸੀ, ਜਾਂ ਹੋਰ ਸੂਬਿਆਂ ਨੇ ਵੀ ਮੰਨ ਲਿਆ ਸੀ ਵੀ 2। ਹਾਂਜੀ, ਸੁਖਦੇਵ ਜੀ ਨਾ ਇੰਟੈਕ ਦੇ ਨੇਤਾ ਰਹੇ ਨੇ, ਤੇ ਅੱਜ ਜਿਹੜੇ ਸਿੱਧੂ ਸਾਹਿਬ ਮੁਲਾਜ਼ਮਾਂ ਦੀ ਜਥੇਬੰਦੀ ਨੂੰ ਰਿਪਰੈਜ਼ੈਂਟ ਕਰ ਰਹੇ ਨੇ, ਇਹਨਾਂ ਦਾ ਦੁੱਖ ਵੀ ਸੁਣਨਾ ਨਹੀਂ ਚਾਹੁੰਦੇ। ਤੁਸੀਂ ਤਾਂ ਖੁਦ ਸੁਖਦੇਵ ਜੀ ਇੰਟੈਕ ਦੇ ਲੀਡਰ ਰਹੇ ਹੋ, ਤੁਹਾਨੂੰ ਜਿਹੜੇ ਮੁਲਾਜ਼ਮਾਂ ਦੇ ਦੁੱਖ ਦਾ, ਜਾਂ ਉਹਨਾਂ ਨੂੰ ਛੱਡੋ ਪੈਨਸ਼ਨਾਂ ਦੇ ਦੁੱਖ ਦਾ ਵੀ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ, ਤੁਸੀਂ ਉਸ ਪਾਸੇ ਨੂੰ ਆ ਨਹੀਂ ਰਹੇ। ਨਾਲੇ ਜਿਹੜੀ ਗੱਲ ਮੈਂ ਤੁਹਾਨੂੰ ਪਹਿਲਾਂ ਅੰਕੜੇ ਦੱਸ ਕੇ ਹਟਿਆ 31000 ਕਰੋੜ ਉਹਦੇ ਵਿੱਚ ਸ਼ਾਮਲ ਹੈ, ਔਰ ਇਲੈਕਸ਼ਨ ਦੇ ਦੌਰਾਨ ਤੁਸੀਂ ਬਹੁਤ ਰੌਲਾ ਪਾਇਆ ਕਿ ਕਪਲਾ ਹੋ ਗਿਆ, ਚੋਰੀ ਹੋ ਗਈ ਹੈ, ਜਿਹੜੇ ਬੰਦਿਆਂ ਨੇ ਕੀਤਾ ਹੈਗਾ ਉਹਨਾਂ ਨੂੰ ਫੜ ਕੇ ਅੰਦਰ ਕਰਾਂਗੇ, ਜੇਲਾਂ ਕਰਾਂਗੇ, ਪੈਸਾ ਕਢਾਵਾਂਗੇ। ਤੁਸੀਂ ਦੱਸੋ ਕਿ ਪੌਣੇ 3 ਸਾਲ ਹੋ ਗਏ ਨੇ, ਤੁਸੀਂ ਕੋਈ ਇੱਕ ਮੱਖੀ ਦੇ ਉੱਤੇ ਵੀ ਕੇਸ ਕੀਤਾ ਜੋ ਫੜਿਆ ਹੈਗਾ? 31000 ਕਰੋੜ ਰੁਪਇਆ ਜਿਹੜਾ ਹੈਗਾ, ਜੇ ਉਹ ਕਪਲਾ ਹੋਇਆ ਹੈ ਤਾਂ ਤੁਹਾਡੀ ਸਰਕਾਰ ਬੈਠੀ ਕੀ ਕਰ ਰਹੀ ਹੈ? ਤੁਸੀਂ ਉਹਨਾਂ ਨੂੰ ਫੜ ਕੇ ਅੰਦਰ ਕਿਉਂ ਨਹੀਂ ਕਰ ਰਹੇ? ਔਰ ਇਹ ਜਿਹੜਾ ਤੁਸੀਂ ਹੈ, ਜਿਹੜਾ ਮੈਂ ਫਿਗਰ ਦੱਸੀ ਹੈ, ਇਹ 31000 ਕਰੋੜ ਉਹਦੇ ਵਿੱਚ ਸ਼ਾਮਲ ਹੈ। ਇੱਕ ਗੱਲ। ਦੂਸਰੀ ਗੱਲ ਜਿਹੜੀ ਮੈਂ, ਵੈਸੇ ਤਾਂ ਕੰਗ ਸਾਹਿਬ ਦਾ ਜਵਾਬ ਦੇਣ ਦਾ ਹੱਕ ਹੈ, ਜਿਹੜਾ ਤੁਸੀਂ ਹਰਿਆਣੇ ਦੀ ਗੱਲ ਕਰ ਰਹੇ ਸੀ, ਹਰਿਆਣੇ ਦਾ ਰੈਵਨਿਊ 19% ਇਨਕਰੀਜ਼ ਹੋਇਆ ਹੈ, ਔਰ ਤੁਹਾਡਾ ਟਾਰਗੇਟ ਸੀ 6500 ਕਰੋੜ, ਔਰ ਤੁਸੀਂ ਜਿਹੜਾ ਹੈ ਰੈਵਨਿਊ ਕਲੈਕਟ ਕੀਤਾ 1500 ਕਰੋੜ। ਤੁਸੀਂ ਐਕਸਾਈਜ਼ 50 ਕਰੋੜ ਘਟਿਆ। ਹਾਂ, ਤੁਸੀਂ ਐਕਸਾਈਜ਼ 1200 ਕਰੋੜ ਰੁਪਏ ਤੁਹਾਡਾ ਐਕਸਾਈਜ਼ ਦਾ ਘਟ ਗਿਆ। ਮੈਨੂੰ ਦੱਸੋ ਕਿ ਪੰਜਾਬ ਦੇ ਲੋਕਾਂ ਨੇ ਸ਼ਰਾਬ ਪੀਣੀ ਘੱਟ ਕਰ ਦਿੱਤੀ ਹੈ?
ਅੱਗੇ ਨਾਲੋਂ ਸਾਰੇ ਜਿਹੜੇ ਹੈਗੇ ਆ ਉਹ ਸ਼ਰਾਬ ਪੀਣੀ ਛੱਡ ਗਏ ਕਿ ਤੁਸੀਂ ਐਕਸਾਈਜ਼ ਦਾ ਜਿਹੜਾ ਤੁਹਾਡਾ ਰੈਵਨਿਊ ਸੀ ਉਹ 1200 ਕਰੋੜ ਰੁਪਏ ਘਟਿਆ ਹੋਇਆ ਹੈ। ਕਾਰਨ ਕੀ ਹੈ? ਕਾਰਨ ਹੈ ਚੋਰੀ ਚਕਾਰੀ। ਕਾਰਨ ਇਹ ਹੈਗਾ ਕਿ ਸਮਗਲਿੰਗ ਹੋ ਰਹੀ ਹੈ ਚੰਡੀਗੜ੍ਹ ਤੋਂ ਤੇ ਹਰਿਆਣੇ ਤੋਂ ਸ਼ਰਾਬ ਦੀ। ਕਾਰਨ ਇਹ ਹੈ ਕਿ ਤੁਹਾਡੀਆਂ ਇੱਥੇ ਜਿਹੜੀਆਂ ਫੈਕਟਰੀਆਂ ਦੇ ਵਿੱਚੋਂ ਬਿਨਾਂ ਐਕਸਾਈਜ਼ ਦਾ ਪੈਸਾ ਦਿੱਤੇ ਹੋਏ ਜਿਹੜੀ ਹੈ ਬਲੈਕ ਦੇ ਵਿੱਚ ਸ਼ਰਾਬ ਬਾਹਰ ਆ ਜਾਂਦੀ ਹੈ। ਨਹੀਂ ਤੇ ਪੰਜਾਬ 'ਚ 1200 ਕਰੋੜ ਰੁਪਇਆ ਖਾਲੀ ਐਕਸਾਈਜ਼ ਦਾ ਘਟਣ ਦਾ ਹੋਰ ਕੋਈ ਕਾਰਨ ਨਹੀਂ ਹੈਗਾ। ਦੂਸਰੀ ਜਿਹੜੀ 3% ਦੀ ਗੱਲ ਕੀਤੀ, ਮੈਨੂੰ ਇਹ ਦੂਜੀ ਤਨਖਾਹ ਦੀ ਟਾਈਮ ਸਿਰ ਮਿਲਣ ਦੀ, ਸੁਖਦੇਵ ਜੀ ਤੁਸੀਂ ਖੁਦ ਮੁਲਾਜ਼ਮ ਰਹੇ ਹੋ, ਤੁਹਾਨੂੰ ਹਿਸਟਰੀ 'ਚ ਯਾਦ ਹੈ ਕਿ ਕਦੇ ਪੈਨਸ਼ਨ ਜਾਂ ਪੇ ਲੇਟ ਹੋਈ ਹੋਵੇ? ਤੁਸੀਂ ਬਹੁਤ ਦੇਰ ਲੀਡਰੀ ਕੀਤੀ ਹੈ, ਤੁਸੀਂ ਦੱਸੋ ਕਿ ਕਦੇ ਲੇਟ ਹੋਇਆ ਔਰ ਹੁਣ ਕਿਉਂ ਹੋ ਰਿਹਾ? ਹੁਣ ਕਿਉਂ ਹੋ ਰਿਹਾ ਤੇ ਤੁਹਾਨੂੰ ਉਹਨਾਂ ਦੇ ਦਰਦ ਦਾ ਨਹੀਂ ਪਤਾ? ਤੁਹਾਨੂੰ ਤਾਂ ਜ਼ਿਆਦਾ ਪਤਾ ਕਿਉਂਕਿ ਤੁਸੀਂ ਖੁਦ ਇਨਟੈਕ ਦੇ ਲੀਡਰ ਰਹੇ ਹੈਗੇ। ਅਗਲੀ ਗੱਲ ਜਿਹੜੀ ਤੁਸੀਂ 3% ਦੀ ਗੱਲ ਕੀਤੀ ਹੈ, 3% ਮੁਲਾਜ਼ਮਾਂ ਨੇ ਲੈਣਾ ਮਨਾ ਕਰ ਦਿੱਤਾ ਕਿਉਂਕਿ ਤੁਸੀਂ 3% ਕਹਿ ਰਹੇ ਸੀ ਕਿ ਅੱਜ ਤੋਂ ਦੇਣਾ ਹੈ, ਉਹ ਵੀ ਦਿੱਤਾ ਨਹੀਂ। ਮੁਲਾਜ਼ਮ ਕਹਿੰਦੇ ਸੀਗੇ ਕਿ ਜਦੋਂ ਤੋਂ ਜਿਹੜਾ ਹੈ ਤੁਸੀਂ ਤੁਹਾਡੇ ਸ਼ੁਰੂ ਹੋਈ ਹੈ ਸਰਕਾਰ, ਉਸ ਵੇਲੇ ਤੋਂ ਜਿੰਨਾ ਸਾਡਾ ਬਣਦਾ ਉਹਨਾਂ ਦਿਓ। ਨਾਲੇ ਡੀਏ ਜਿਹੜਾ ਹੈਗਾ, ਮੇਰੇ ਕੋਲ ਮੁਲਾਜ਼ਮ ਜਿਹੜੇ ਨੇ ਕਹਿੰਦੇ ਨੇ ਕਿ ਬਾਦਲ ਸਾਹਿਬ ਵੀ ਲੇਟ ਫੇਟ ਕਰ ਦਿੰਦੇ ਸੀ ਪਰ ਦੇ ਪੂਰਾ ਦਿੰਦੇ ਸੀਗੇ। ਤੁਸੀਂ ਤਾਂ ਹਾਲੇ ਤੱਕ ਇੱਕ ਪੈਸਾ ਨਹੀਂ ਦਿੱਤਾ ਹੈਗਾ ਮੁਲਾਜ਼ਮਾਂ ਨੂੰ ਡੀਏ ਦਾ। ਠੀਕ ਹੈ, ਚਲੋ ਇਸ ਗੱਲ ਦਾ ਤੁਹਾਡਾ ਕੋਈ ਜਵਾਬ ਹੈ? ਰਿਐਕਸ਼ਨ ਲੈ ਲਾ ਇੱਕ ਮਿੰਟ, ਸਿੱਧੂ ਸਾਹਿਬ ਤੋਂ ਰਿਐਕਸ਼ਨ ਲੈ ਲਾ। ਸਿੱਧੂ ਸਾਹਿਬ ਜਿਹੜੀ ਗੱਲ ਕੰਬੋਜ ਸਾਹਿਬ ਨੇ ਕਹੀ ਹੈ ਉਸ ਤੋਂ ਵੀ ਥੋੜੀ ਜਿਹੀ ਜਾਣਕਾਰੀ ਦੇ ਦਿਓ। ਔਰ ਦੂਜੀ ਗੱਲ ਜਿਵੇਂ ਸੁਖਦੇਵ ਸਿੰਘ ਹੋਰਾਂ ਨੇ ਕਹੀ ਹੈ ਕਿ ਚਲੋ ਇਸ ਵਾਰ ਹਾਲਾਤ ਥੋੜੇ ਠੀਕ ਨਹੀਂ ਹੈ, 2100 ਕਰੋੜ ਰੁਪਈਆ ਸਾਡਾ ਰੁਕਿਆ ਪਿਆ, ਪਰ ਹੁਣ ਸਥਿਤੀ ਪਟੜੀ ਤੇ ਆ ਜਾਏਗੀ, ਹਾਲਾਤ ਵਧੀਆ ਬਣ ਜਾਣਗੇ। ਹੁਣ ਇਹ ਨਹੀਂ ਪਤਾ ਕਿ ਕਿਹੜੇ ਉਹ ਫੈਕਟਸ ਨੇ ਜਿਨ੍ਹਾਂ ਦੇ ਆਧਾਰ ਤੇ ਕਹਿ ਰਹੇ ਨੇ ਕਿ 44% ਜੀ GST ਕਲੈਕਸ਼ਨ ਘਟੀ ਹੈ ਤਾਂ ਉਹ ਪੂਰੀ ਕਿਵੇਂ ਹੋ ਜਾਏਗੀ? ਕਿਉਂਕਿ ਸਾਡੇ ਕੋਲ ਜਿਹੜੇ ਮਾਹਰ ਸੀ ਉਹ ਕਹਿੰਦੇ ਸੀਗੇ ਕਿ 44 ਦੀ ਜਗ੍ਹਾ 45 ਹੋਏਗੀ ਅਗਲੀ ਵਾਰੀ, ਘਟਣ ਨਹੀਂ ਵਾਲੀ ਹੈ, ਵਧਣ ਵਾਲੀ ਹੈ। ਫਿਰ ਅਜਿਹੇ ਦੇ ਵਿੱਚ ਮੁਲਾਜ਼ਮ ਆਪਣੇ ਆਪ ਨੂੰ ਕਿੰਨਾ ਕੁ ਸੁਰੱਖਿਅਤ ਮਹਿਸੂਸ ਕਰਦੇ ਨੇ? ਹਰਬੀਰ ਜੀ, ਜੋ ਸੁਖਦੇਵ ਜੀ ਗੱਲ ਕਰ ਰਹੇ ਨੇ, ਆਪਣਾ ਇਸ਼ੂ ਕੋਈ ਸੁਖਦੇਵ ਜੀ ਬਹੁਤ ਮਤਲਬ ਸੁਲਝੇ ਹੋਏ ਮਾਨਯੋਗ ਵਿਅਕਤੀ ਨੇ ਜੀ। ਕੰਬੋਜ ਸਾਹਿਬ ਜਿਹੜੇ ਕਿ ਬੁੱਧੀਜੀਵੀ ਨੇ ਸੀਨੀਅਰ, ਉਹਨਾਂ ਨੇ ਬਹੁਤ ਵਧੀਆ ਗੱਲਾਂ ਕੀਤੀਆਂ ਨੇ। ਮਾਮਲਾ ਇਹ ਆ ਕਿ ਜਿਹੜੀ ਗੱਲ ਕਿ ਉੱਠਿਆ ਨਾ ਜਾਵੇ ਆਪ ਤੋਂ ਫਿੱਟੇ ਮੂੰਹ ਗੋਡਿਆਂ ਦਾ, ਇਹ ਪੁਰਾਣੀ ਕਹਾਵਤ ਆ। ਮੁਸ਼ਕਲ ਤਾਂ ਆਪਣੀ ਆ, ਰੈਵਨਿਊ ਪ੍ਰੋਪਰ ਨਹੀਂ ਆ ਰਿਹਾ, ਮਾਈਨਿੰਗ ਦੇ ਵਿੱਚ ਬਰਕਰਾਰ ਆ ਉਵੇਂ ਜਿਵੇਂ ਪਹਿਲਾਂ ਸੀ ਸਾਰਾ ਕੁਝ, ਐਕਸਾਈਜ਼ ਤੋਂ ਨਹੀਂ ਪੈਸਾ ਆ ਰਿਹਾ, ਟਰਾਂਸਪੋਰਟੇਸ਼ਨ ਦਾ ਬੁਰਾ ਹਾਲ ਆ। ਸਾਡੀ ਜਿਹੜੀ ਸਰਕਾਰੀ ਟਰਾਂਸਪੋਰਟੇਸ਼ਨ ਆ ਉਹ ਘਾਟੇ 'ਚ ਆ, ਪ੍ਰਾਈਵੇਟ ਵਾਧੇ 'ਚ ਆ। ਉਹ ਕਿੱਥੇ ਨੂੰ ਜਾ ਰਹੀ ਆ? ਕਿਹਦੀ ਆ ਉਹ? ਰਾਜਨੀਤੀ ਇੱਕ ਧੰਦਾ ਬਣ ਗਿਆ, ਧੰਦਾ ਕਰਨ ਆ ਰਹੀਆਂ ਪਾਰਟੀਆਂ, ਧੰਦਾ ਕਰਕੇ ਗਾਹਾਂ ਲੰਘ ਜਾਂਦੀਆਂ ਨੇ, ਧੰਦਾ ਬੰਦ ਨਹੀਂ ਹੁੰਦਾ, ਪਾਰਟੀ ਬਦਲ ਜਾਂਦੀ ਆ। ਅਸਲ ਦੇ ਵਿੱਚ ਤਾਂ ਸਿਸਟਮ ਪੂਰਾ ਓਵਰਹਾਲ ਦੀ ਮੰਗ ਕਰਦਾ, ਸਿਸਟਮ ਸੁਧਾਰਿਆ ਜਾਵੇ। ਪਰ ਜਿੱਥੋਂ ਤੱਕ ਸਾਡਾ ਮੁਲਾਜ਼ਮਾਂ ਦਾ ਇਸ਼ੂ ਆ, ਹੁਣ ਇੱਕ ਕੱਚਾ ਕਰਮਚਾਰੀ ਆ, ਉਹ 10-12 ਸਾਲ ਤੋਂ ਪੱਕਾ ਹੋਣ ਦੀ ਉਡੀਕ ਕਰ ਰਿਹਾ। ਉਹਦੇ ਮਾਪੇ, ਉਹਦੇ ਭੈਣ ਭਰਾ ਉਡੀਕ ਕਰਦੇ ਨੇ ਕਿ ਸਾਡਾ ਮੁੰਡਾ ਪੱਕਾ ਹੋਊਗਾ, ਉਹ ਤਨਖਾਹ ਵਧੂਗੀ। ਉਹ 12 ਤੋਂ 15,000 ਤੇ ਕੰਮ ਕਰ ਰਿਹਾ, ਉਹਦੀ ਉਹ 15,000 ਵੇਲੇ ਸਿਰ ਨਹੀਂ ਮਿਲੀ, ਉਹਦੀ ਰੋਜੀ ਰੋਟੀ ਚੱਲੂ ਕਿਵੇਂ ਇਸ ਮਹਿੰਗਾਈ 'ਚ? ਇੱਕ ਮਜ਼ਦੂਰ ਦੀ ਵੀ ਮਜ਼ਦੂਰੀ 500 ਰੁਪਇਆ ਪ੍ਰਤੀ ਦਿਨ ਹੈਗੀ ਆ। ਅਗਲੀ ਗੱਲ, ਅਸੀਂ ਕਰਮਚਾਰੀ ਜਿਹੜੇ 7ਵਾਂ ਕਮਿਸ਼ਨ ਸੈਂਟਰ ਗਵਰਨਮੈਂਟ ਨੇ ਸਾਰੇ ਸੂਬਿਆਂ 'ਚ ਲਾਗੂ ਕਰਤਾ। ਸਾਨੂੰ 3 ਸੂਬਿਆਂ ਨੂੰ ਪੰਜਾਬ ਕਰਕੇ ਮਾਰ ਪੈ ਰਹੀ ਆ। ਜਿਹੜਾ ਪੇ ਕਮਿਸ਼ਨ ਪੰਜਾਬ 'ਚ ਲਾਗੂ ਹੋਣਾ, ਉਹੀ ਹਿਮਾਚਲ 'ਚ ਲਾਗੂ ਹੋਣਾ, ਉਹੀ ਯੂਟੀ ਚੰਡੀਗੜ੍ਹ ਲਾਗੂ ਹੋਣਾ। 2 ਸੂਬੇ ਸਾਡੇ ਕਰਕੇ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਨੇ। ਤੇ ਜਿਹੜਾ 7ਵੇਂ ਕਮਿਸ਼ਨ ਦੀ ਰਿਪੋਰਟ ਲਾਗੂ ਹੋ ਚੁੱਕੀ ਆ, ਅਸੀਂ 5ਵੇਂ ਦੀਆਂ ਤਰੁੱਟੀਆਂ 'ਚ ਕੰਮ ਕਰ ਰਹੇ ਹਾਂ। 6ਵਾਂ ਕਦੋਂ ਆਉਣਾ? ਇਹਦਾ ਕੋਈ ਕਦੋਂ ਆਏਗਾ? ਜਦੋਂ ਕਿ 1/1/16 ਤੋਂ ਡਿਊ ਸੀ। ਸਾਡੇ ਨਾਲ ਵਾਅਦਾ ਕੀਤਾ ਸੀ ਕਿ ਜਦੋਂ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਚੋਣ ਮਨੋਰਥ ਪੱਤਰ ਜਾਰੀ ਕੀਤਾ ਫਰਵਰੀ 2017 'ਚ, ਕਹਿੰਦੇ ਅਸੀਂ 15 ਦਿਨਾਂ ਦੇ ਵਿੱਚ ਮੁਲਾਜ਼ਮ ਮਸਲੇ ਹੱਲ ਹੋ ਜਾਣਗੇ। ਅੱਜ 15 ਦੇ 45 ਦੇ 50 ਮਹੀਨੇ ਬਣ ਗਏ, ਕੋਈ ਮਸਲਾ ਨਾ ਹੱਲ ਹੋਇਆ। ਅਗਲੀ ਗੱਲ ਕਿ ਕਰਮਚਾਰੀ ਰੈਗੂਲਰ ਭਰਤੀ ਕਰਾਂਗੇ, ਕੱਚੇ ਮੁਲਾਜ਼ਮ ਪੱਕੇ ਕਰਾਂਗੇ, ਪੱਕੇ ਨਾ ਹੋਏ। ਡੀਏ ਦੀਆਂ ਸਾਡੀਆਂ 4 ਕਿਸ਼ਤਾਂ ਨੇ, 5ਵੀਂ ਫੇਰ ਡਿਊ ਹੋ ਜਾਂਦੀ ਆ। 22% ਡੀਏ ਸਾਡਾ ਡਿਊ ਇਸ ਵੇਲੇ, ਸਾਡੇ ਬਕਾਏ ਡਿਊ ਨੇ, ਸਾਡੀ ਪੇ ਕਮਿਸ਼ਨ ਡਿਊ ਆ। ਉਲਟਾ 200 ਰੁਪਇਆ ਮਹੀਨਾ ਸਾਥੋਂ ਵਿਕਾਸ ਟੈਕਸ ਜੋ ਸਾਲਾਨਾ 2400 ਬਣਦਾ। ਸਾਡੇ ਪੈਸੇ ਤਾਂ ਸਰਕਾਰ ਵੱਲ ਵੈਸੇ ਹੀ ਪਏ ਨੇ ਉੱਪਰੋਂ, ਜਿਹੜੇ ਸੁਧਾਰ ਕਰ ਰਹੇ ਨੇ ਉਹ ਵੱਖਰੇ ਨੇ। ਸੋ ਸਾਡੇ ਕਾਰਨ ਖਜ਼ਾਨਾ ਖਾਲੀ ਨਹੀਂ ਹੈਗਾ, ਕਾਰਨ ਸਰਕਾਰਾਂ ਨੇ। ਪ੍ਰਬੰਧ ਦੇ ਵਿੱਚ ਗੱਲ ਹੋਰ, ਪ੍ਰਬੰਧ ਕੀ ਹੁੰਦਾ? ਆਪਾਂ ਘਰ ਦੇ ਵਿੱਚ ਕੋਈ ਬੰਦਾ ਕਬੀਲਦਾਰੀ ਆਪਣੀ ਸੈੱਟ ਨਹੀਂ ਰੱਖਦਾ ਤਾਂ ਘਰ ਦਾ ਮੁਖੀ ਜ਼ਿੰਮੇਵਾਰ ਆ। ਤੇ ਕਿੰਨੇ ਬੇਰੁਜ਼ਗਾਰ ਨਾਲ ਵਾਅਦੇ ਕੀਤੇ ਸੀ, 28 ਲੱਖ ਬੇਰੁਜ਼ਗਾਰਾਂ ਤੋਂ ਫਾਰਮ ਭਰਾਏ ਸੀ, ਕਿੰਨੇ ਕੋ ਨੌਕਰੀ ਮਿਲ ਗਈ? ਤੇ ਸਾਡਾ 2 ਬੇਰੁਜ਼ਗਾਰੀ ਭੱਤਾ ਕਿਹਾ ਸੀ, ਉਹ ਵੀ ਕਿੰਨਾ? ਸਾਡਾ 2 ਲੱਖ ਬੱਚਾ ਇੱਥੋਂ ਦੀਆਂ ਬੇਰੁਜ਼ਗਾਰੀ ਦੀਆਂ ਮਤਲਬ ਮਾੜੀਆਂ ਹਾਲਤਾਂ ਕਰਕੇ ਵਿਦੇਸ਼ ਜਾ ਰਿਹਾ, ਜਿਹਦੇ ਵਿੱਚ ਸਾਡਾ ਮਤਲਬ
3000 ਕਰੋੜ ਰੁਪਈਆ ਵਿਦੇਸ਼ਾਂ ਜਾ ਰਿਹਾ ਪੰਜਾਬ ਦਾ, ਜਾਂ ਜ਼ਮੀਨਾਂ ਵੇਚ ਕੇ ਜਾਂ ਕਰਜ਼ੇ ਲੈ ਕੇ, ਤਾਂ ਉੱਥੇ ਜਾ ਕੇ ਉਹ ਵਿਚਾਰੇ ਜਿੱਥੇ ਸੰਤਾਪ ਭੋਗਦੇ ਨੇ ਮਾਪੇ ਦੂਰੀ ਦੀ, ਉੱਥੇ ਬੇਰੁਜ਼ਗਾਰੀ ਦਾ। ਸੋ ਕਰਮਚਾਰੀਆਂ ਦੀ ਹਾਲਤ ਇਸ ਵੇਲੇ ਇਹਨਾਂ ਨੇ ਪਤਲੀ ਕਰਤੀ। ਕੋਈ ਲੋਕ ਮਤਲਬ ਬੈਂਕਾਂ ਵੀ ਸੋਚ ਕੇ ਕਰਜ਼ਾ ਦਿੰਦੀਆਂ ਨੇ ਕਿ ਕਿਹੜੇ ਸਰਕਾਰ ਦੇ ਹੋ, ਸਰਕਾਰੀ ਕਰਮਚਾਰੀ ਹੋ, ਤਾਂ ਬੈਂਕ ਨੂੰ ਤੇ ਇੱਕ ਵਾਰੀ ਜਾਚਣਾ ਪੈਂਦਾ ਕਿ ਉਹਦੀ ਪੋਜੀਸ਼ਨ ਕੀ ਆ। ਠੀਕ ਹੈ, ਮੈਂ ਵਾਪਸ ਆ ਜਾਣਾ 1 ਮਿੰਟ, ਇਕਬਾਲ ਸਿੰਘ ਹੋਰਾਂ ਤੋਂ ਰਿਐਕਸ਼ਨ ਲੈ ਲਾਂ, ਫਿਰ ਸੁਖਦੇਵ ਸਿੰਘ ਨੂੰ ਚੱਲਣਾ। ਇਕਬਾਲ ਸਿੰਘ ਜੀ, ਜ਼ਿੰਮੇਵਾਰੀ ਤੈਅ ਨਹੀਂ ਹੋਣੀ ਚਾਹੀਦੀ? ਹੁਣ ਜਿਹੜੇ ਅਫਸਰਾਂ ਦੀ ਡਿਊਟੀ ਹੈ ਕਿ ਆਹ ਟੈਕਸ ਕਲੈਕਸ਼ਨ ਕਰਨਾ ਹੈ, ਜਿਸ ਵਿਭਾਗ ਦੀ ਡਿਊਟੀ ਹੈ ਟੈਕਸ ਕਲੈਕਸ਼ਨ ਕਰਨਾ, ਮੇਰੀ ਘੱਟੋ ਘੱਟ ਜਵਾਬਦੇਹੀ ਤਾਂ ਹੋਏਗੀ ਕਿ ਮੈਂ ਇਸ ਮਹੀਨੇ ਇਸ ਤਿਮਾਹੀ ਦੇ ਵਿੱਚ ਐਡਾ ਟੈਕਸ ਘੱਟ ਕਿਉਂ ਕੀਤਾ। ਮੈਂ ਤਰਕ ਕੀ ਦੇਵਾਂਗਾ ਕਿ ਜੇ ਮੈਂ 70% ਜਾਂ 75% ਕਰਦਾ ਸੀ, ਅੱਜ ਉਹ ਹੀ ਸਿਰਫ 56 ਤੇ ਆ ਕੇ ਰਹਿ ਗਿਆ। ਜ਼ਿੰਮੇਵਾਰੀਆਂ ਜਦ ਤੱਕ ਤੈਅ ਨਹੀਂ ਹੋਣਗੀਆਂ ਤਦ ਤੱਕ ਮੈਨੂੰ ਲੱਗਦਾ ਕਿ ਸਖਤੀ ਨਹੀਂ ਹੋਣੀ। ਬਿਲਕੁਲ ਹਰਪ੍ਰੀਤ ਜੀ, ਹੁਣ ਤੁਸੀਂ ਵੀ ਕਿਸੇ ਕੰਪਨੀ 'ਚ ਕੰਮ ਕਰਦੇ ਨਾ, ਬਿਲਕੁਲ ਹਰੇਕ ਕੰਪਨੀ ਟਾਰਗੇਟ ਤੋਂ ਬਿਨਾਂ ਤਨਖਾਹ ਨਹੀਂ ਦਿੰਦੀ। ਟਾਰਗੇਟ ਅਚੀਵ ਕਰੋਗੇ ਤੁਹਾਡੀ ਸੈਲਰੀ ਮਿਲੂਗੀ, ਨਹੀਂ ਤੁਹਾਨੂੰ ਨੌਕਰੀ ਤੋਂ ਵੀ ਕੱਢ ਦਿੰਦੇ ਅਗਲੇ। ਪਰ ਅਫਸਰਾਂ ਦੀ ਕਿਉਂ ਨਹੀਂ ਤੈਅ ਹੁੰਦੀਆਂ ਇਹ ਜ਼ਿੰਮੇਵਾਰੀਆਂ? ਹੁਣ ਤੁਸੀਂ ਦੱਸੋ, ਲੋਕਾਂ ਨੇ ਕਰਜ਼ਾ ਚੜਾਇਆ, ਲੋਕਾਂ ਨੂੰ ਤੁਸੀਂ ਦੱਸੋ ਕੀ ਤੁਸੀਂ ਹਸਪਤਾਲ ਬਣਾਤੇ, ਤੁਸੀਂ ਯੂਨੀਵਰਸਿਟੀਆਂ ਬਣਾਤੀਆਂ, ਤੁਸੀਂ ਦਿੱਤਾ ਕੀ? ਰੋਡਾਂ ਦੇ ਉਹ ਟੋਲ ਟੈਕਸ ਲੱਗਦੇ ਆ, ਤੁਹਾਡਾ ਜਿਹੜਾ ਰੈਵਨਿਊ ਜਾ ਕਿੱਥੇ ਰਿਹਾਗਾ? ਹੁਣ ਪੀਐਫ ਤੇ ਦੇਖੋ, ਮੁਲਾਜ਼ਮ ਹੈ ਜਿਹੜਾ ਇੱਕ ਗਰੀਬ ਹੈ, ਉਹਦੇ ਕੋਲ ਕੋਈ ਸਾਧਨ ਨਹੀਂ, ਉਹਨਾਂ ਪੀਐਫ ਤੇ ਆਪਣਾ ਲੋਨ ਲੈ ਕੇ ਬੇਟੀ ਦਾ ਵਿਆਹ ਕਰਨਾ, ਉਹ ਸਾਰੇ ਰੋਕਤੇ ਇਹਨਾਂ ਨੇ। ਅਗਲੇ ਦਾ ਬੇਟੀ ਦਾ ਵਿਆਹ ਧਰਿਆ ਹੋਇਆ, ਹੁਣ ਤੁਸੀਂ ਦੱਸੋ ਕਿੰਨੀਆਂ ਬੇਟੀਆਂ ਦੇ ਵਿਆਹ ਰੁਕੇ ਹੋਣਗੇ? ਉਹਦੀ ਤਾਂ ਇੱਜ਼ਤ ਤੁਸੀਂ ਉਛਾਲਦੀ, ਬੇਟੀ ਵਾਲੇ ਦਾ ਕਿਆ ਆਪਰੇਸ਼ਨ ਜਾਊਗਾ, ਜਿਹਨੇ ਦੂਜੇ ਘਰ ਬੇਟੀ ਭੇਜਣੀ ਆ, ਕਈ ਰਿਸ਼ਤੇ ਵੀ ਟੁੱਟਣਗੇ। ਇਸ ਕਰਕੇ ਇਹਨਾਂ ਨੂੰ ਮਤਲਬ ਦਰਦ ਨਹੀਂ ਲੋਕਾਂ ਨਾਲ ਹੈਗਾ। ਇਹ ਜੋ ਹਾਲਾਤਾਂ ਤੇ ਇਹਨਾਂ ਉਤਰਿਆ ਹੀ ਨਾ ਸਰਕਾਰ, ਮਤਲਬ ਇੱਥੇ ਜਿਵੇਂ ਨਾ ਕੋਈ ਰਿਸਪੌਂਸਿਬਿਲਟੀ ਲੈਣ ਨੂੰ ਤਿਆਰ ਹੀ ਨਹੀਂ ਹੈਗਾ। ਹੁਣ ਸੁਖਦੇਵ ਜੀ ਤਾਂ ਕਹਿੰਦੇ ਸਭ ਹੋ ਜੂ, ਸਭ ਹੋ ਜੂ। ਆਂਕੜੇ ਦਾ ਪੇਸ਼ ਕਰੋ, ਕਿੱਥੋਂ ਹੋ ਜੂਗਾ? ਮੈਨੂੰ ਸਮਝਾਓ ਤਾਂ ਸਹੀ। ਤੁਸੀਂ ਤੁਹਾਡੇ ਕਲੈਕਸ਼ਨ ਪੂਰੀ ਨਹੀਂ ਹੋ ਰਹੀ, ਤੁਸੀਂ ਕਹੀ ਜਾਂਦੇ ਕਿਸੇ ਅਫਸਰ ਨੂੰ ਤੁਸੀਂ ਟਾਈਟ ਨਹੀਂ ਕੀਤਾ, ਤੁਸੀਂ ਬਦਲੋ ਅਫਸਰ। ਕੋਈ ਚੀਫ ਸੈਕਟਰੀ ਉਹੀ ਚੱਲੇ ਆ ਰਹੇ, ਜੇ ਨਹੀਂ ਉਹ ਰਿਜ਼ਲਟ ਦਿੰਦੇ ਬਦਲੋ, ਕੋਈ ਰਿਸ਼ਤੇਦਾਰੀਆਂ ਇਹਨਾਂ ਨਾਲ। ਇਸ ਕਰਕੇ ਜਦੋਂ ਦੇਸ਼ ਹੁਣ ਪੰਜਾਬ ਸਾਡਾ ਵਿੱਤੀ ਹਾਲਾਤ ਮਤਲਬ ਐਮਰਜੈਂਸੀ ਦੇ ਦੌਰ ਤੇ ਖੜਾ, ਅੱਜ ਤੱਕ ਕਦੇ ਐਸਾ ਦੌਰ ਨਹੀਂ ਦੇਖਿਆ ਸੀ ਪੰਜਾਬ ਨੇ। ਪੰਜਾਬ ਇੰਡੀਆ ਦੀ ਮਤਲਬ ਕਹਿੰਦੇ ਸੀ ਪੱਗ ਹੈਗੀ। ਮਨਪ੍ਰੀਤ ਨੇ ਵੀ ਕਿਹਾ ਸੀ ਮੈਂ ਇਹਨੂੰ 3 ਸਾਲ ਚ ਪੱਗ ਜਿਹੜੀ ਡਿੱਗੀ ਹੋਈ ਚੱਕ ਕੇ ਸਿਰ ਤੇ ਰੱਖਾਂਗਾ। ਉਹ ਕਿੱਥੇ ਗਏ ਮਨਪ੍ਰੀਤ ਦੇ ਵਾਅਦੇ? ਹੁਣ ਪੱਗ ਤਾਂ ਤੁਸੀਂ ਸਮਕਾ ਰੋਲਤੀ ਪੰਜਾਬ ਦੀ ਅੱਜ ਤੱਕ। ਚਲੋ ਆਪਾਂ ਜਵਾਬ ਲੈ ਲਈ। 1 ਮਿੰਟ ਸੁਖਦੇਵ ਸਿੰਘ, ਬੜੇ ਠਰਮੇ ਦੇ ਨਾਲ 2 ਚੀਜ਼ਾਂ ਦੇ ਜਵਾਬ ਦੇ ਦਿਓ। ਮੁਲਾਜ਼ਮ ਜਿਹੜੇ ਨੇ ਉਹ ਕਿਸੇ ਪਾਰਟੀ ਨਾਲ ਸੰਬੰਧਿਤ ਨਹੀਂ ਨੇ, ਤੁਸੀਂ ਵੀ ਮੁਲਾਜ਼ਮ ਜਥੇਬੰਦੀਆਂ ਦੇ ਪ੍ਰਧਾਨ ਰਹੇ ਹੋ। ਇਹਨਾਂ ਨੇ ਕਹਿ ਦਿੱਤਾ ਕਿ ਸਾਡੇ ਨਾਲ ਜਿਹੜੇ ਵਾਅਦੇ ਕੀਤੇ ਸੀ ਉਹ ਕਹਿੰਦੇ ਸੀ 15 ਦਿਨਾਂ 'ਚ ਪੂਰੇ ਕਰਾਂਗੇ। ਅੱਜ 3 ਸਾਲ ਹੋ ਚੱਲੇ ਨੇ, ਕੋਈ ਵਾਅਦਾ ਇਹਨਾਂ ਨੇ ਕਿਹਾ ਕਿ ਪੂਰਾ ਨਹੀਂ ਹੋਇਆ। ਪਹਿਲੀ ਗੱਲ। ਦੂਜੀ ਗੱਲ, ਮੈਂ ਸਿਰਫ ਗੱਲ GST ਦਾ ਰੈਵਨਿਊ ਘੱਟ ਕਲੈਕਸ਼ਨ ਇਸ ਲਈ ਕਹਿ ਰਿਹਾ ਸੀਗਾ ਵੀ ਘੱਟੋ ਘੱਟ ਉਹਨਾਂ ਅਫਸਰਾਂ ਦੇ ਖਿਲਾਫ ਕੋਈ ਕਾਰਵਾਈ ਤਾਂ ਹੋਵੇ ਜਿਨ੍ਹਾਂ ਨੇ ਸਭ ਕੁਝ ਕੀਤਾ। ਵੈਟ ਘੱਟ ਹੋ ਗਿਆ ਡੀਜ਼ਲ ਪੈਟਰੋਲ ਤੋਂ, ਤੁਹਾਡੀ ਬਿਜਲੀ ਤੁਸੀਂ ਮਹਿੰਗੀ, ਐਕਸਾਈਜ਼ ਘੱਟ। ਮੈਂ ਸਾਰਾ ਕਹਿਣਾ ਕਿ ਪਿਛਲੀਆਂ ਸਰਕਾਰਾਂ ਬਰਬਾਦ ਕਰ ਗਈਆਂ, ਕਰਜ਼ਾ ਛੱਡ ਗਈਆਂ, ਪਰ ਉਹ ਇਹ ਤਾਂ ਨਹੀਂ ਕਰ ਰਹੀਆਂ। ਪਿਛਲੀਆਂ ਸਰਕਾਰਾਂ ਕਹਿ ਰਹੀਆਂ ਨੇ ਕਿ GST ਦੀ ਘੱਟ ਕਲੈਕਸ਼ਨ ਹੋਵੇ, ਤੁਹਾਡੀ ਐਕਸਾਈਜ਼ ਦੀ ਘੱਟ ਹੋਵੇ, ਬਿਜਲੀ ਤੁਸੀਂ ਮਹਿੰਗੀ ਕਰੋ। ਜਦ ਇਹਨਾਂ ਸਾਰੀਆਂ ਚੀਜ਼ਾਂ ਦਾ ਲੈਣਾ ਦੇਣਾ ਸਿੱਧਾ ਤੁਹਾਡੀ ਸਰਕਾਰ ਦੇ ਨਾਲ ਹੈ, ਫਿਰ ਜਵਾਬਦੇਹੀ ਵੀ ਤਾਂ ਤੁਹਾਡੀ ਸਰਕਾਰ ਦੀ ਆ। ਕਿੰਨਾ ਕੁ ਤੁਸੀਂ ਪਿਛਲੀਆਂ ਸਰਕਾਰਾਂ ਤੇ ਸੁੱਟ ਦੋਗੇ? ਨਹੀਂ, ਸਾਡੀ ਬਿਲਕੁਲ ਜਵਾਬਦੇਹੀ ਹੈ, ਤੇ ਜਵਾਬਦੇਹੀ ਤੇ ਅਸੀਂ ਖੜੇ ਆ, ਅਸੀਂ ਕੋਈ ਮੁਨਕਰ ਨਹੀਂ ਹਾਂ ਉਸ ਤੋਂ। ਮੈਂ ਦੂਜੀ ਗੱਲ, ਮੈਂ ਜਿਹੜੀ ਗੱਲ ਕੁਛ ਸਾਡੇ ਬੁਲਾਰੇ ਸਾਹਿਬਾਨ ਕਹਿ ਗਏ, ਮੈਂ ਉਹਨਾਂ ਨੂੰ ਇੱਕ ਗੱਲ ਪੁੱਛਦਾ ਵੀ ਜਦੋਂ ਅਸੀਂ ਇਹ ਸਰਕਾਰ ਆਈ ਸੀ ਨਾ, ਉਦੋਂ PRTC ਦੇ ਮੁਲਾਜ਼ਮਾਂ ਨੂੰ ਨਾ ਪੈਨਸ਼ਨ ਮਿਲਦੀ ਸੀ ਨਾ ਤਨਖਾਹ ਮਿਲਦੀ ਸੀ, ਔਰ PRTC ਕਗਾਰ ਤੇ ਸੀ ਬੰਦ ਕਰਨ ਦੇ, ਔਰ ਜੇ ਇੱਕ ਟਰਮ ਹੋਰ ਮਿਲ ਜਾਂਦੀ ਉਹ ਬੰਦ ਹੋ ਜਾਣੀ ਸੀ। ਅੱਜ PRTC ਹਰ ਮਹੀਨੇ ਤਨਖਾਹ ਵੀ ਦਿੰਦੀ ਹੈ, ਆਪਦੇ ਪੈਨਸ਼ਨਰਾਂ ਨੂੰ ਪੈਨਸ਼ਨ ਵੀ ਦਿੰਦੀ ਹੈ, ਤੇ ਉਹਨੇ ਆਪਦੇ ਵਿੱਚ ਬੱਸਾਂ ਦਾ ਫਲੀਟ ਵਧਾਇਆ ਵੀ ਹੈ। ਇਸ ਕਰਕੇ ਜੇ ਤੁਸੀਂ ਇਹ ਜਿਵੇਂ ਰੋਡਵੇਜ਼ ਦੀ ਜਾਂ ਟਰਾਂਸਪੋਰਟ ਸੈਕਟਰ ਦੀ ਗੱਲ ਮੇਰੇ ਮੁਲਾਜ਼ਮ ਸਾਥੀ ਕਰਕੇ ਗਏ ਸੀਗੇ, ਮੈਂ ਬਿਲਕੁਲ ਉਹਨਾਂ ਦੀ ਇਸ ਗੱਲ ਨਾਲ ਸਹਿਮਤ ਹਾਂ ਵੀ ਉਹਨਾਂ ਦਾ ਜਿਹੜਾ DA ਦਾ ਬਕਾਇਆ ਵੀ ਪਿਆ, ਪਰ ਮੇਰੇ ਸਾਥੀ ਸ਼ਾਇਦ ਝਿਜਕ ਰਹੇ ਨੇ ਵੀ ਉਹ 22 ਮਹੀਨਿਆਂ ਦਾ ਜਿਹੜਾ ਪਿਛਲੀ ਸਰਕਾਰ ਦਾ ਕਹਿਣ ਤੋਂ ਕਿਉਂ ਝਿਜਕਦੇ ਨੇ ਵੀ ਜਿਹੜਾ ਉਹਨਾਂ ਦੇ ਸਮੇਂ ਦਾ ਵੀ ਬਕਾਇਆ ਬਾਕੀ ਉਹ ਛੱਡ ਕੇ ਚਲੇ ਗਏ। ਝਿਜਕ ਨਹੀਂ ਰਹੇ, ਉਹ ਕਹਿੰਦੇ ਸੀ ਕਿ ਸਾਰਾ ਕੁਝ ਪੂਰਾ ਕਰਨ ਦਾ ਵਾਅਦਾ ਕੀਤਾ ਸੀ। ਬਾਰ-ਬਾਰ ਇਹ ਕਹਿ ਰਹੇ ਹਨ ਵੀ ਅਸੀਂ ਵੀ ਰਿਸਪੌਂਸਿਬਿਲਟੀਆਂ ਸਭ ਦੀਆਂ ਫਿਕਸ ਹੁੰਦੀਆਂ ਨੇ, ਔਰ ਉਹਦੇ ਤੇ ਬਕਾਇਦਾ ਤੌਰ ਤੇ 4 ਵਜੇ CM ਸਾਹਿਬ ਨੇ ਮੀਟਿੰਗ ਵੀ ਰੱਖੀ ਹੋਈ ਹੈ। ਜੇ ਕੋਈ ਕਿਸੇ ਕਿਸਮ ਦੀ ਕਿਤੇ ਲੈਕਸਿਟੀ ਹੋਊਗੀ ਉਹਨੂੰ ਬਖਸ਼ਿਆ ਨਹੀਂ ਜਾਊਗਾ। ਔਰ ਇਸ ਕਰਕੇ ਅਸੀਂ ਅੱਜ ਇਹ ਕਹੀਏ ਵੀ ਕਿੱਥੇ ਮੁਲਾਜ਼ਮ ਰੱਖਿਆ। ਦੇਖੋ, ਇਹਨਾਂ ਨੇ ਪਿਛਲੇ ਸਮੇਂ ਦੇ ਵਿੱਚ ਜਿਹੜੇ ਅੱਜ ਐਲੀਗੇਸ਼ਨ ਲਾਉਂਦੇ ਨੇ 5-10 ਸਾਲ ਕੁੱਟਿਆ ਲਾਈਨਮੈਨਾਂ ਨੂੰ, ਔਰ ਇੱਕ ਤਾਂ ਕੁੱਟ ਖਾ ਕੇ MLA ਵੀ ਬਣ ਗਿਆ।
ਪਰ ਇਹਨਾਂ ਨੇ ਨਹੀਂ ਰੱਖੇ। ਆ ਕੇ ਅਸੀਂ ਉਹ ਵੀ ਭਰਤੀ ਕੀਤੀ ਹੈ, 10,000 ਤੋਂ ਵੱਧ ਬਿਜਲੀ ਬੋਰਡ ਦੇ ਵਿੱਚ ਕੀਤੀ ਹੈ, ਔਰ 8-9,000 ਪੋਸਟ ਉਹਨਾਂ ਦੀ ਕੱਢੀ ਹੋਈ ਹੈ। ਮੁਲਾਜ਼ਮ ਫਿਰ ਸੜਕਾਂ ਤੇ ਕਿਉਂ ਨੇ? ਹੈਲਥ ਡਿਪਾਰਟਮੈਂਟ ਚ ਮੁਲਾਜ਼ਮ ਫਿਰ ਸੜਕਾਂ ਤੇ ਕਿਉਂ ਨੇ? ਸੁਖਦੇਵ ਜੀ, ਸਭ ਤੋਂ ਵੱਡੀ ਗੱਲ ਤੁਸੀਂ ਸਵਾਲ ਨਹੀਂ ਲੈਂਦੇ। ਜੋ ਤੁਸੀਂ ਬੋਲਦੇ ਹੋ ਨਾ, ਤੁਹਾਨੂੰ ਲੱਗਦਾ ਕਿ ਮੈਂ ਬੋਲ ਲਵਾਂ ਇੱਕ ਵਾਰੀ ਸਾਰਾ ਕੁਝ, ਸਵਾਲਾਂ ਦਾ ਜਵਾਬ ਨਾ ਦੇਣਾ ਪਵੇ। ਮੈਨੂੰ ਸਵਾਲਾਂ ਦਾ ਜਵਾਬ ਤੁਹਾਨੂੰ ਲੈਣਾ ਪਏਗਾ। ਸੁਖਦੇਵ ਸਿੰਘ, ਤੁਹਾਨੂੰ ਸਵਾਲਾਂ ਦੇ ਨਾਲ ਜਵਾਬ ਦੇਣੇ ਪੈਣਗੇ। ਇਦਾਂ ਨਹੀਂ ਹੈ ਕਿ ਤੁਸੀਂ ਆਪਣਾ ਹੀ ਬੋਲੀ ਜਾਓਗੇ, ਸਵਾਲਾਂ ਦੇ ਜਵਾਬ ਵੀ ਦਿਓ ਨਾ। ਤੁਹਾਡੇ ਤੋਂ ਸਵਾਲ ਮੈਂ ਕੁਝ ਪੁੱਛਦਾ, ਤੁਸੀਂ ਜਵਾਬ ਕੁਝ ਦਿੰਦੇ ਹੋ। ਮੈਨੂੰ ਸਿੰਪਲ ਜਿਹਾ ਇੱਕ ਜਵਾਬ ਦੇ ਦਿਓ ਕਿ ਆ GST ਟੈਕਸ ਦੀ ਕਲੈਕਸ਼ਨ ਘੱਟ ਕਿਉਂ ਹੋਈ ਹੈ, ਐਕਸਾਈਜ਼ ਦੀ ਘੱਟ ਕਿਉਂ ਹੋਈ ਹੈ। ਮੈਂ ਪੁੱਛ ਰਿਹਾ ਨਾ, ਐਕਸਾਈਜ਼ ਦੀ ਘੱਟ ਕਿਉਂ ਹੋਈ ਹੈ, ਐਕਸਾਈਜ਼ ਦੀ ਘੱਟ ਕਿਉਂ ਹੋਈ ਹੈ। ਇਹਨਾਂ ਗੱਲਾਂ ਦਾ ਜਵਾਬ ਹੈਗਾ। ਹਰਪ੍ਰੀਤ ਜੀ, ਇਹ ਨਾ ਕਰੋ ਵੀ ਜਿਹੜਾ ਉਹ ਇੱਕ ਬੁਲਾਰਾ ਬੋਲ ਗਿਆ ਉਹਦੇ ਤਾਂ ਮੈਂ ਉਹਦਾ ਕ੍ਰਿਟਿਸਿਜ਼ਮ ਚੱਲ ਲਵਾਂ, ਤੁਸੀਂ ਉਹ ਗੱਲ ਨੂੰ ਛੱਡ ਦਿਓ। ਨਾ ਇਹ ਉਹੀ ਸਵਾਲ ਹੈ, ਇਹ ਉਹੀ ਸਵਾਲ ਹੈ। ਮਸਲਾ ਹੀ ਗਏ ਆ, ਉਹਨਾਂ ਤੇ ਜਵਾਬ ਮੇਰੇ ਦੇਣੇ ਬਣਦੇ। ਸੁਖਦੇਵ ਜੀ, ਮੈਂ ਸਵਾਲ ਹੀ ਉਹੀ ਪੁੱਛ ਰਿਹਾ। ਮੁਲਾਜ਼ਮਾਂ ਨੇ ਕਿਹਾ ਸਾਡੀਆਂ ਮੰਗਾਂ ਤੁਸੀਂ ਪੂਰੀਆਂ ਨਹੀਂ ਕੀਤਾ। ਮੈਂ ਸਵਾਲ ਤੁਹਾਡੇ ਤੋਂ ਪੁੱਛਿਆ। ਬੁਲਾਰਾ ਕੰਬੋਜ ਸਾਹਿਬ ਨੇ ਕਿਹਾ ਕਿ ਐਕਸਾਈਜ਼ ਦਾ ਕਲੈਕਸ਼ਨ ਘੱਟ ਕਿਉਂ ਹੋਈ, GST ਦੀ ਕਲੈਕਸ਼ਨ ਘੱਟ ਕਿਉਂ ਹੋਈ, ਉਹ ਦੱਸੋ। ਪੇ ਕਮਿਸ਼ਨ ਬਕਾਇਆ ਬਿਲਕੁਲ ਮੰਨਦੇ ਆ ਅਸੀਂ, ਇਸ ਗੱਲ ਤੋਂ ਮੁਨਕਰ ਨਹੀਂ ਹੈ। ਖਾਲੀ ਮੰਨਣ ਨਾਲ ਥੋੜੀ ਹੁੰਦਾ, ਇਹ ਤਾਂ ਸਾਰੇ ਨੂੰ ਪਤਾ ਹੈ। ਇਹਦੇ ਵਿੱਚ ਕੋਈ ਉਹ ਨਹੀਂ ਦਿੱਤਾ ਜਾਊਗਾ। ਔਰ ਅੱਛਾ, ਮੈਂ ਇੱਕ ਗੱਲ ਹੋਰ ਕਰਨੀ ਵਾਂਟੀ। ਮੈਂ ਉਹਦੇ ਵਿੱਚ ਵੀ ਤੁਹਾਨੂੰ ਗੱਲ ਦੱਸ ਦੇਣਾ, ਦੇਰੀ ਦਾ। ਦੇਰੀ ਜਦੋਂ ਇਹਨਾਂ ਦਾ ਪੇ ਕਮਿਸ਼ਨ ਦਾ ਇਹ RS ਮਾਨ ਸਾਹਿਬ ਨੂੰ ਚੇਅਰਮੈਨ ਬਣਾ ਗਏ। RS ਮਾਨ ਚੇਅਰਮੈਨ ਸਾਹਿਬ, ਉਹਨਾਂ ਨੇ ਕੰਮ ਕੋਈ ਨਹੀਂ ਕੀਤਾ ਪਿਛਲੇ ਸਮੇਂ ਦੇ ਵਿੱਚ। ਇਹ ਤੁਸੀਂ ਬਦਲ ਲੈਂਦੇ ਪਿਛਲੀ ਸਰਕਾਰ, ਫਿਰ ਤੁਸੀਂ ਕਹੋਗੇ ਬਾਰ-ਬਾਰ ਪਿਛਲੀ ਸਰਕਾਰ ਤੁਸੀਂ ਬਦਲਦੇ ਕਿਉਂ ਨਹੀਂ? ਔਰ ਉਹ ਜਦੋਂ ਕੋਈ ਸਾਰਾ ਵਿੱਚ ਵਿਚਾਲੇ ਛੱਡ ਕੇ ਰਿਜ਼ਾਈਨ ਕਰਕੇ ਚਲੇ ਗਏ ਤਾਂ ਸਾਨੂੰ ਨਵਾਂ ਉਹਦਾ ਚੇਅਰਮੈਨ ਤੇ ਨਵੇਂ ਮੈਂਬਰ ਅਪਾਇੰਟ ਕਰਨੇ ਪਏ ਪੇ ਕਮਿਸ਼ਨ ਦੇ। ਔਰ ਤਾਂ ਜਾ ਕੇ ਅਸੀਂ ਸਰਦਾਰ ਜੈ ਸਿੰਘ ਗਿੱਲ ਨੂੰ ਜਿਹੜਾ ਹੈਗਾ ਅਪਾਇੰਟ ਕੀਤਾ ਸੀ, ਔਰ ਉਹਦੇ ਤੇ ਉਹਨਾਂ ਨੇ ਵਰਕ ਕੀਤਾ ਵੀ ਹੈ। ਉਹਨਾਂ ਨੇ ਜਥੇਬੰਦੀਆਂ ਨੂੰ ਵੀ ਸੁਣਿਆ, ਔਰ ਬਕਾਇਦਾ ਸਾਰਿਆਂ ਤੋਂ ਉਹਨਾਂ ਨੇ ਆਪਣੀ ਗੱਲ ਰੱਖੀ ਵੀ ਹੈ। ਔਰ ਹੁਣ ਜਦੋਂ ਉਹ ਰਿਪੋਰਟ ਕਨਕਲੂਡ ਕਰਕੇ ਦੇ ਦੇਣਗੇ, ਉਹਦੇ ਤੇ ਬਿਲਕੁਲ ਜਿਹੜਾ ਹੈਗਾ ਐਕਸ਼ਨ ਵੀ ਹੋਊਗਾ, ਉਹ ਲਾਗੂ ਵੀ ਹੋਊਗਾ। ਚਲੋ, ਮੈਂ ਉਮੀਦ ਕਰਦਾ ਕਿ 300 ਤੋਂ ਨਹੀਂ ਅਗਲੇ 2 ਸਾਲਾਂ ਚ ਹੋਊਗਾ। ਹਾਂ, ਜਲਦੀ ਸੁਖਦੇਵ ਜੀ, ਤੁਹਾਨੂੰ ਕਰਦਾ ਹੈਗਾ, जरा गुस्सा ना करियो, तू इधर उधर की ना बात कर, ये बता के काफला क्यों लुटा। ਤੁਸੀਂ ਹਾਲੇ ਤੱਕ ਕਿਸੇ ਇੱਕ ਗੱਲ ਦਾ ਜਵਾਬ ਨਹੀਂ ਦਿੱਤਾ। ਤੇ ਤੁਸੀਂ ਜਦੋਂ ਸਿੱਧੂ ਸਾਹਿਬ ਨੇ ਜਿਹੜੀ ਹੈ, ਜਦੋਂ ਉਹਨਾਂ ਨੇ ਕਿਹਾ ਸੀਗਾ ਕਿ ਫਾਈਨੈਂਸ ਮਿਨਿਸਟਰ ਬਦਲ ਦਿਓ, ਤਾਂ ਤੁਹਾਨੂੰ ਉਸ ਗੱਲ ਦਾ ਜਿਹੜਾ ਹੈ ਥੋੜਾ ਗੁੱਸਾ ਲੱਗਿਆ ਸੀ। ਅਸੀਂ ਅੱਜ ਜਿਹੜੀ ਕੀ ਗੱਲ ਕਰ ਰਹੇ ਹਾਂ, ਜਿਹੜੇ ਘਾਟੇ ਨੇ ਟਾਰਗੇਟ ਜਿਹੜਾ ਸੀ, ਉਹ ਇੱਕ ਮਿੰਟ ਸੁਖਦੇਵ, ਇੱਕ ਮਿੰਟ ਪਲੀਜ਼ ਲਿਸਨ ਟੂ ਮੀ ਸੁਖਦੇਵ, ਇੱਕ ਮਿੰਟ ਗੱਲ ਤਾਂ ਸੁਣ ਲਓ। ਮੇਰੇ ਵੱਡੇ ਭਰਾਓ, ਮੈਂ ਤੁਹਾਡਾ ਸਤਿਕਾਰ ਕਰਦਾ। ਸੁਖਦੇਵ ਜੀ, ਗੱਲ ਤਾਂ ਸੁਣ ਲਓ। ਉਹ ਵੀਰੇ, ਗੱਲ ਸਿੱਧੂ ਸਾਹਿਬ ਦਾ ਵੀ ਸਤਿਕਾਰ ਕਰਦਾ, ਤੁਹਾਡਾ ਵੀ ਸਤਿਕਾਰ ਕਰਦਾ। ਉਹ ਸਾਡੇ, ਚਲੋ ਆਪਾਂ ਸਤਿਕਾਰ ਤੇ ਨਾ ਪਈਏ, ਆਪਾਂ ਸਿੱਧਾ ਮੁੱਦੇ ਤੇ ਆਈਏ। ਮੁੱਦੇ ਤੇ ਆਈਏ। ਇੱਕ ਮਿੰਟ ਆਇਆ ਮੈਂ ਸਿਰਫ। ਸੁਣ ਤਾਂ ਲਓ ਨਾ ਵੀਰੇ, ਸੁਣ ਤਾਂ ਲੈ। ਦੇਖ, ਇਸ ਤਰ੍ਹਾਂ ਹੈਗਾ ਕਿ ਆਪਾਂ ਕੀ ਗੱਲ ਕਰ ਰਹੇ ਹਾਂ। ਆਪਾਂ ਗੱਲ ਕਰ ਰਹੇ ਹੈਗੇ ਕਿ ਜਦੋਂ ਆਪਾਂ ਬਜਟ ਕਰਦੇ ਹਾਂ ਤਾਂ ਅਸੀਂ ਕਹਿੰਦੇ ਹਾਂ ਕਿ ਇੰਨਾ ਟਾਰਗੇਟ ਹੈ। ਜੇ ਉਹ ਟਾਰਗੇਟ ਇਹ ਹੋ ਜਾਂਦਾ ਹੈ ਕਿ ਤੁਸੀਂ 2%, 4%, 5% ਜਿਹੜਾ ਤੁਸੀਂ ਟਾਰਗੇਟ ਜਿਹੜਾ ਮਿੱਥਦੇ ਹੋ, ਤੁਸੀਂ ਉਹਦੇ ਮੁਤਾਬਕ ਨਹੀਂ ਚੱਲ ਪਾਉਂਦੇ, ਕਿਉਂਕਿ ਉਹ ਕੋਈ ਅਨਫੋਰਸੀਨ ਚੀਜ਼ਾਂ ਹੋ ਜਾਂਦੀਆਂ ਨੇ। ਪਰ ਤੁਸੀਂ ਅਨਫੋਰਸੀਨ ਚੀਜ਼ਾਂ ਨੂੰ ਵੀ ਮੱਦੇਨਜ਼ਰ ਰੱਖਦੇ ਹੋਏ ਟਾਰਗੇਟ ਬਣਾਉਂਦੇ ਹੋ। ਲੇਕਿਨ ਜੇ ਉਸ ਤੋਂ ਥੋੜਾ ਬਹੁਤ ਘਟ ਜਾਂਦਾ ਹੈ ਤਾਂ ਠੀਕ ਹੈ। ਲੇਕਿਨ ਜੇ ਤੁਸੀਂ ਅੱਜ ਤੁਹਾਡੇ ਨਾਨ ਪਲਾਨਡ ਜਿਹੜਾ ਟੈਕਸ ਹੈ, ਜਿਹਦੇ ਵਿੱਚ CLU ਆਉਂਦਾ ਹੈ, ਜਿਹਦੇ 'ਚ ਖੱਡਾਂ ਆਉਂਦੀਆਂ ਨੇ, ਤੁਹਾਨੂੰ ਪਤਾ ਹੈ ਕਿ ਹਾਲੇ ਤੱਕ ਕਲੈਕਸ਼ਨ ਕਿੰਨੀ ਹੋਈ ਹੈ? ਤੁਸੀਂ ਟਾਰਗੇਟ ਦਾ ਖਾਲੀ 14% ਅਚੀਵ ਕੀਤਾ ਹੈ, ਤੇ ਜਿਹੜੇ ਟੈਕਸ ਹੈਗੇ ਹੈ ਉਹ ਹਾਲੇ ਤਾਈਂ 33.6% ਅਚੀਵ ਕੀਤਾ ਹੈ। ਤੇ ਜੇ ਤੁਸੀਂ ਇਹੋ ਜਿਹਾ ਬਜਟ ਪੇਸ਼ ਕਰਦੇ ਹੋ ਜਿਹੜਾ ਤੁਹਾਡੇ ਟਾਰਗੇਟ ਦੇ ਨੇੜੇ ਤੇੜੇ ਵੀ ਨਹੀਂ, ਤਾਂ ਮੈਨੂੰ ਇਹ ਦੱਸੋ, ਫਾਈਨੈਂਸ ਮਿਨਿਸਟਰ ਨੂੰ ਫਾਈਨੈਂਸ ਮਿਨਿਸਟਰ ਰਹਿਣ ਦਾ ਹੱਕ ਕੀ ਹੈ? ਤੇ ਜੇ ਸਿੱਧੂ ਸਾਹਿਬ ਤੁਹਾਨੂੰ ਕਹਿੰਦੇ ਆ ਕਿ ਫਾਈਨੈਂਸ ਮਿਨਿਸਟਰ ਚੇਂਜ ਕਰੋ, ਤਾਂ ਤੁਹਾਨੂੰ ਗੁੱਸਾ ਕਿਉਂ ਲੱਗਦਾ ਛੋਟੇ? ਸਰ, ਗੱਲ ਇਹ ਹੈ ਵੀ ਨਾ ਤਾਂ ਟੀਵੀ ਤੇ ਬੈਠ ਕੇ ਫਾਈਨਾਂਸ ਮਿਨਿਸਟਰ ਚੇਂਜ ਹੁੰਦੇ ਆ, ਨਾ ਮੁੱਖ ਮੰਤਰੀ ਚੇਂਜ ਹੁੰਦੇ ਆ, ਨਾ ਹੀ ਹੋਰ ਤਰਕ ਦੇ ਆਧਾਰ ਤੇ ਤਾਂ ਹੋ ਸਕਦੇ ਜਿਹੜੇ ਹੈਗੇ ਆ। ਇਹ ਜੋ ਕੋਈ ਸਰਕਾਰ ਚਲਾ ਰਿਹਾ ਹੈ, ਉਹਦਾ ਪੈਰੋਗੇਟਿਵ ਹੁੰਦਾ, ਉਹਨੇ ਦੇਖਣਾ ਹੈ ਵੀ ਕਿਹੜੇ ਤੋਂ ਮੈਂ ਕੀ ਕੰਮ ਲੈਣਾ ਹੈ। ਇਸ ਕਰਕੇ ਹੁਣ ਟੀਵੀ ਚੈਨਲਾਂ ਤੇ ਬਹਿ ਕੇ ਅਸੀਂ ਹੁਣ ਮੰਤਰੀ ਚੇਂਜ ਕਰਨ ਲੱਗੇ, ਮੇਰੇ ਖਿਆਲ ਤੇ ਤਾਂ ਨਵੀਂ ਪ੍ਰਥਾ ਮੈਂ ਦੇਖੀ ਹੈ। ਇਹ ਅੱਜ ਮੈਨੂੰ ਤਾਂ ਤੁਹਾਡੇ ਤੋਂ ਬੜੀ ਚਲੋ ਸੁਖਦੇਵ ਸਿੰਘ, ਮੇਰੇ ਕੋਲ ਸਮਾਂ ਘੱਟ ਹੈ, ਸਮਾਂ ਘੱਟ ਹੈ। ਇਹ ਉਹੀ ਜਨਤਾ ਹੈ, ਇਹੋ ਹੀ ਜਨਤਾ ਹੈ ਜਿਹੜੇ ਵਿਧਾਇਕ ਵੀ ਚੁਣਦੀ ਹੈ ਤੇ ਵਿਧਾਇਕਾਂ ਨੂੰ ਮੰਤਰੀ ਬਣਾਉਂਦੀ ਹੈ। ਇਹੋ ਹੀ ਜਨਤਾ ਹੈ ਜਿਨ੍ਹਾਂ ਦੀਆਂ ਵੋਟਾਂ ਦੇ ਨਾਲ ਤੁਸੀਂ ਚੁਣਦੇ ਹੋ, ਤੇ ਅੱਜ ਕਹਿੰਦੇ ਹੋ ਕਿ ਟੀਵੀ ਤੇ ਬਹਿ ਕੇ ਨਹੀਂ ਹੁੰਦਾ। ਉਹ ਜਨਤਾ, ਹਾਂ, ਮੈਂ ਉਹੀ ਕਹਿ ਰਿਹਾ ਨਾ ਵੀ ਉਹ ਸਰਕਾਰ, ਜੇ ਉਹ ਮੰਤਰੀ ਨੇ ਟਾਰਗੇਟ ਬਣਾਇਆ 100%
ਪੂਰਾ ਉਹਨਾਂ ਨੇ ਕਰਾਂਗੇ ਤਾਂ ਹੀ ਟਾਰਗੇਟ ਆਪਾਂ ਬਣਾਇਆ ਨੂੰ duty ਔਰ ਦਿੱਤੀ ਵੀ 100% ਦਾ ਜਦੋਂ 14% ਪੂਰਾ ਹੋਵੇ ਜਾਂ 22% ਪੂਰਾ ਹੋਵੇ ਤੇ ਉਸ ਮੰਤਰੀ ਨੂੰ ਹਲੇ ਵੀ ਮੰਤਰੀ ਬਣਾਈ ਰੱਖੋ ਤਾਂ ਸਵਾਲ ਜ਼ਰੂਰ ਤੁਹਾਡੀ ਸਰਕਾਰ ਤੇ ਚੁੱਕੇ ਜਾਣਗੇ ਕਿ ਉਹ ਮੰਤਰੀ ਦਾ ਵਿਜ਼ਨ ਕਿੰਨਾ ਕੁ ਹੈਗਾ, ਕਿ ਜਿੰਨੇ ਕਿਹਾ ਕਿ 100% ਪੂਰੇ ਕਰਾਂਗੇ ਔਰ ਟਾਰਗੇਟ ਪੂਰਾ ਹੁੰਦਾ 15%, GST ਦੀ ਕਲੈਕਸ਼ਨ ਹੁੰਦੀ ਹੈ 44% ਘੱਟ। ਅਜਿਹੇ ਦੇ ਵਿੱਚ ਫਿਰ ਜ਼ਿੰਮੇਵਾਰ ਕੌਣ ਹੈ? ਕਿ ਕੈਪਟਨ ਅਮਰਿੰਦਰ ਜ਼ਿੰਮੇਵਾਰ ਨੇ ਜਾਂ ਫਾਈਨੈਂਸ ਮੰਤਰੀ ਜ਼ਿੰਮੇਵਾਰ ਨੇ? ਮੇਰੇ ਕੋਲ ਸਮਾਂ ਘੱਟ ਹੈ, ਜਲਦੀ ਕਾਂਗ ਸਭ ਕੁਝ ਕਹਿਣਾ ਚਾਹੁੰਦੇ ਹੋ? ਮੈਂ ਇਹ ਕਹਿ ਰਿਹਾ ਸੀ ਨਾਟ ਓਨਲੀ ਫਾਈਨੈਂਸ਼ੀਅਲ ਸਟੇਜ ਤੇ ਫੇਲ ਹੋਏ ਆ, ਜਿਵੇਂ ਤੁਹਾਨੂੰ ਅੱਜ ਦੀ ਘਟਨਾ ਸੁਣਾਵਾਂ। ਅੱਜ 2 MLA ਕਾਂਗਰਸੀਆਂ ਨੂੰ ਲੋਕਾਂ ਨੇ ਘੇਰ ਜਿਹੜੀ ਸਿੱਧੂ ਸਾਹਿਬ ਗੱਲ ਕਰ ਰਹੇ ਨਾ ਸੰਵੇਦਨਹੀਨਤਾ, ਇੰਨੇ ਸੰਵੇਦਨਹੀਨ ਹੋ ਗਏ। ਉਹਨੇ ਸਟੇਟਮੈਂਟ ਦਿੱਤੀ ਮੋਗੇ ਜਿਹੜਾ ਲੋਗੜ ਧਰਮਕੋਟ ਵਾਲਾ ਲੋਗੜ ਪਹਿਲੀ ਵਾਰੀ ਥੋੜੀ ਜਿਹੜੇ ਮਰਦੇ ਰਹਿੰਦੇ ਆ ਇਸ ਤਰ੍ਹਾਂ ਜਿਹੜਾ ਅੱਜ ਮਰ ਗਿਆ। ਇੰਨੀ ਸੰਵੇਦਨਹੀਨ ਸਰਕਾਰ ਹੈ। ਇੱਕ ਕਿਸਾਨ ਨੇ ਅੱਜ ਲਾਈਵ ਹੋ ਕੇ ਪੈਸਟੀਸਾਈਡ ਪੀਤਾ, ਕੱਲ ਇੱਕ ਟੀਚਰ ਦੀ ਅਣਗਹਿਲੀ ਕਰਕੇ ਲੁਧਿਆਣੇ 'ਚ ਇੱਕ ਸਟੂਡੈਂਟ ਨੇ ਸੁਸਾਈਡ ਕੀਤਾ ਹੈ। ਇਹ ਸਾਰੇ ਮੋਰਚਿਆਂ ਤੇ ਫੇਲ ਹੈ ਕਿਉਂਕਿ ਸਰਕਾਰ ਦਾ ਧਿਆਨ ਹੀ ਨਹੀਂ ਹੈਗਾ ਸਟੇਟ ਵਾਲੇ ਪਾਸੇ। ਔਰ ਜਿਹੜੀ ਸੈਂਟਰ ਦਾ ਵਲੀਕਾ ਆਇਆ ਹੈ ਨਾ, ਉਹਦੇ 'ਚ ਵੀ ਜਿਹੜਾ ਇਹਨਾਂ ਨੇ ਐਕਸਪੈਂਡੀਚਰ ਕਰਨਾ ਸੀ ਉਹਦੇ ਕਾਗਜ਼ ਫੁੱਲਫਿਲ ਨਹੀਂ ਕੀਤੇ। ਉਹ ਦਿਖਾਇਆ ਨਹੀਂ ਵੀ ਪੈਸਾ ਅਸੀਂ ਖਰਚ ਕਿੱਥੇ ਕੀਤਾ ਤੇ ਸੈਂਟਰ ਤੋਂ ਲਿਆ ਕਿਹੜੇ ਕਿਸੇ ਕੰਮ ਲਈ ਸੀ ਤੇ ਖਰਚ ਕਿੱਥੇ ਕੀਤਾ। ਉੱਥੇ ਵੀ ਕਿਤੇ ਨਾ ਕਿਤੇ ਸਰਕਾਰ ਫੇਲ ਰਹੀ। ਚਲੋ ਬਹੁਤ ਬਹੁਤ ਧੰਨਵਾਦ ਸਾਰੇ ਮਹਿਮਾਨਾਂ ਦਾ ਇਸ ਪੂਰੀ ਵਿਚਾਰ ਚਰਚਾ 'ਚ ਬਣੇ ਰਹਿਣ ਦੇ ਲਈ। ਅਸੀਂ ਉਮੀਦ ਕਰਦੇ ਹਾਂ ਕਿਉਂਕਿ ਪੰਜਾਬ ਕਿਸੇ ਕੱਲੀ ਪੋਲੀਟੀਕਲ ਪਾਰਟੀ ਨਾਲ ਸੰਬੰਧ ਨਹੀਂ ਰੱਖਦਾ। ਸਾਰੇ ਦਰਦੀ ਨੇ ਤਾਂ ਪੰਜਾਬ ਦੇ ਦਰਦੀ ਨੇ, ਫਿਕਰਮੰਦ ਨੇ ਤਾਂ ਪੰਜਾਬ ਦੇ ਫਿਕਰਮੰਦ ਨੇ। ਔਰ ਜਿਹੜੀ ਵੀ ਸਰਕਾਰ ਸੱਤਾ ਦੇ ਵਿੱਚ ਹੁੰਦੀ ਹੈ, ਜਿਹੜੀ ਵੀ ਪਾਰਟੀ ਸੱਤਾ ਦੇ ਵਿੱਚ ਹੁੰਦੀ ਹੈ, ਜਵਾਬਦੇਹੀ ਉਹਦੀ ਉਹ ਹੁੰਦੀ ਹੈ ਕਿ ਉਸੇ ਤੋਂ ਹੀ ਸਵਾਲ ਪੁੱਛੇ ਜਾਂਦੇ ਨੇ। ਇਹਦਾ ਮਤਲਬ ਇਹ ਨਹੀਂ ਹੈ ਕਿ ਪੰਜਾਬ ਦਾ ਦਰਦ ਕਿਸੇ ਨੂੰ ਨਹੀਂ ਹੈਗਾ, ਪਰ ਦਰਦ ਇਸ ਗੱਲ ਦਾ ਕਿ ਪੰਜਾਬ ਦੀ ਹਾਲਤ ਅਜਿਹੀ ਹੋਈ ਕਿਉਂ ਹੈ, ਇਹ ਇੱਕ ਵੱਡਾ ਸਵਾਲ ਜ਼ਰੂਰ ਹੈਗਾ। ਦੇਸ਼ ਦੁਨੀਆ ਦੀ ਬਾਕੀ ਖਬਰਾਂ ਲਈ ਬਣੇ ਰਹੋ PTC ਨਿਊਜ਼ ਨਾਲ। ਧੰਨਵਾਦ।